ਸੋ ਅੱਜ ਜੋ ਆਪਾਂ ਰੀਡਿੰਗ ਕਰਨੀ ਆ ਉਹਦਾ ਨਾਮ ਹੈਗਾ ਜੀ ਟਾਈਡਲ ਪਾਵਰ। ਸੋ ਟਾਈਡਲ ਪਾਵਰ ਕਿਹੜੀ ਹੁੰਦੀ ਆ? ਮੋਸਟਲੀ ਜਦੋਂ ਯਾਨੀ ਕਿ ਬਿਜਲੀ ਨੂੰ ਵਾਟਰ ਤੋਂ ਪੈਦਾ ਕੀਤਾ ਜਾਂਦਾ ਵਾ ਤਾਂ ਉਹਨੂੰ ਆਪਾਂ ਟਾਈਡਲ ਪਾਵਰ ਕਹਿ ਦਿੰਦੇ, ਜਦੋਂ ਵਾਟਰ ਦੇ ਰਾਹੀਂ ਜਿਹੜੀ ਬਿਜਲੀ ਉਹ ਯਾਨੀ ਕਿ ਪੈਦਾ ਕੀਤੀ ਜਾਂਦੀ ਹੈ। ਕਿਉਂਕਿ ਟਰਬਾਈਨਸ ਲੱਗੀਆਂ ਹੁੰਦੀਆਂ ਵਾ ਸੀ ਦੇ ਵਿੱਚ, ਨੀਚੇ ਸਮੁੰਦਰਾਂ ਦੇ ਵਿੱਚ। ਓਕੇ, ਸੋ ਜਾ ਕੇ ਦੇਖਦੇ ਹਾਂ ਜੀ ਆਪਾਂ ਕਿ ਡਿਜ਼ਾਈਨਿੰਗ ਕਿੱਦਾਂ ਕੀਤੀ ਹੋਈ ਹੈ ਜੀ। ਤਾਂ ਧਿਆਨ ਨਾਲ ਦੇਖਿਓ, ਆਪਣੇ ਕੋਲੇ ਪਹਿਲੇ 4 ਦਿੱਤੇ ਹੋਏ ਆ ਜੀ, ਹੈ ਆਪਣੇ ਕੋਲੇ ਹੈਡਿੰਗਸ ਦਿੱਤੀਆਂ ਹੋਈਆਂ ਵਾ, ਲੌਂਗ ਸੈਂਟੈਂਸ ਹੈਡਿੰਗ, ਤੇ ਉੱਪਰੋਂ ਲਿਖਿਆ ਵੀ ਹੋਇਆ ਵੀ ਤੁਸੀਂ ਯਾਨੀ ਕਿ ਕਿਸੇ ਵੀ ਲੈਟਰ ਨੂੰ ਮੋਰ ਦੈਨ ਵਨਸ ਯੂਜ਼ ਕਰ ਸਕਦੇ ਹੋ, ਯਾਨੀ ਕਿ ਕੋਈ ਨਾ ਕੋਈ ਦੋਵਾਂ ਦਾ ਪੱਕਾ ਹੋਊਗਾ ਜਦੋਂ ਇਹ ਲਿਖਦੇ ਹੁੰਦੇ ਆ। ਜੇ ਤੁਸੀਂ ਹੁਣ ਆਪਣੇ ਪੈਰਾਗ੍ਰਾਫਸ ਦੇਖੋ ਤਾਂ ਉਹ ਤੁਹਾਨੂੰ ਦਿੱਤੇ ਹੋਏ ਆ 6। ਧਿਆਨ ਨਾਲ ਦੇਖਿਓ, ਤੁਹਾਨੂੰ 6 ਦਿੱਤੇ ਹੋਏ ਆ ਉਹ, ਤੇ ਤੁਹਾਡੇ ਕੋਲ ਨੰਬਰ ਆਫ ਕੁਐਸਚਨਸ ਹੈਗੇ ਆ 4, ਤੇ ਉੱਤੋਂ ਤੁਹਾਨੂੰ ਲਿਖਿਆ ਹੋਇਆ ਵਾ ਕਿ ਜੀ ਤੁਸੀਂ ਕਿਸੇ ਵੀ ਲੈਟਰ ਨੂੰ ਮੋਰ ਦੈਨ ਵਨਸ ਯੂਜ਼ ਕਰ ਸਕਦੇ ਹੋ। ਜੇ ਇੱਕ ਸਿੰਗਲ ਰਿਪੀਟ ਵੀ ਹੋ ਗਿਆ ਤਾਂ ਕਮ ਸੇ ਕਮ 3 ਹੀ ਯੂਜ਼ ਹੋਣਗੇ ਜੀ, ਕਿਉਂਕਿ ਵੈਸੇ 4 ਯੂਜ਼ ਹੋਣੇ ਸੀ ਨਾ, ਮੰਨ ਕੇ ਚੱਲੋ ਵੈਸੇ 4ਾਂ ਦੇ ਲਈ 4 ਯੂਜ਼ ਹੋਣੇ ਸੀਗੇ, ਬਟ ਉਹਨਾਂ ਨੇ ਹੁਣ ਤੁਹਾਨੂੰ ਕਹਿਤਾ ਕਿ ਜੀ ਤੁਸੀਂ ਇੱਕ ਨੂੰ ਇੱਕ ਤੋਂ ਜ਼ਿਆਦਾ ਵਾਰ ਯੂਜ਼ ਕਰ ਸਕਦੇ ਹੋ, ਤਾਂ ਕਮ ਸੇ ਕਮ 3 ਹੀ ਯੂਜ਼ ਹੋਣਗੇ ਹੁਣ ਪੈਰੀ, ਜਿਹੜੇ ਮਰਜ਼ੀ 3 ਕਣਕੇ ਯੂਜ਼ ਹੋ ਸਕਦੇ ਆ ਜੀ। ਹਾਂਜੀ, ਨੈਕਸਟ ਚੱਲਦੇ ਜੀ ਆਪਾਂ। ਤਾਂ ਨੈਕਸਟ ਹੈਡਿੰਗ ਤੋਂ ਬਾਅਦ ਚੋਂ ਉਹਨਾਂ ਨੇ ਆਪਾਂ ਨੂੰ ਕਿਹਾ ਜੀ ਕਿ ਤੁਸੀਂ ਕੋਈ 5 ਚੂਜ਼ ਕਰਨੇ ਆ ਜੀ। ਆ ਜੋ ਆਪਾਂ ਨੂੰ ਦਿੱਤੇ ਹੋਏ ਆ ਇੱਦਾਂ ਦੇ ਵਿੱਚੋਂ ਆਪਾਂ ਕੋਈ 5 ਚੂਜ਼ ਕਰਨੇ ਆ। ਸੋ ਇਹ ਅੱਜ ਆਪਾਂ ਕਰਾਂਗੇ ਵੀ ਕਿਵੇਂ ਕਰੀਦੇ ਆ, ਤੇ ਕਿ ਜਾ ਕੇ ਆਪਣੇ ਕੋਲੇ 10 ਤੋਂ ਲੈ ਕੇ 13 ਤੱਕ ਆਪਣੇ ਕੋਲੇ ਹੈਗੀਆਂ ਵਾ ਹਾਂਜੀ ਡਾਇਗਰਾਮ ਦਿੱਤੀ ਹੋਈ ਹੈ। ਤਾਂ ਆਪਾਂ ਕੰਪਲੀਟ ਦਾ ਡਾਇਗਰਾਮ ਕਰਨੀ ਆ, ਪਾਰਟਸ ਵਗੈਰਾ ਦੱਸਣੇ ਵੀ ਕਿਹਨੂੰ ਕੀ ਕਹਿੰਦੇ ਆ, ਕਿਹਨੂੰ ਕੀ ਕਹਿੰਦੇ ਆ। ਤੇ ਇਹਦੇ ਵਿੱਚ ਕੀ ਤੁਹਾਡੇ ਕੋਲੇ ਵਰਡ ਲਿਮਿਟ ਹੈਗੀ ਆ ਨੋ ਮੋਰ ਦੈਨ 2 ਵਰਡਸ। ਤੇ ਜੇ ਤੁਸੀਂ ਇਹ ਲਾਸਟ ਵਾਲੀ ਡਾਇਗਰਾਮ ਦੇਖੋ ਤਾਂ ਇਹ ਲਾਸਟ ਵਾਲੇ ਪੈਰਾਗ੍ਰਾਫਸ ਦੇ ਵਿੱਚ ਹੀ ਹੋ ਸਕਦੀ ਹੈ, ਯਾਨੀ ਕਿ ਲਾਸਟ ਵਾਲੇ 2 ਜਾਂ 3 ਪੈਰਾਗ੍ਰਾਫਸ ਦੇ ਵਿੱਚ ਆਰਾਮ ਨਾਲ ਹੋਊਗੀ, ਜਿਹੜੇ ਲਾਸਟ ਵਾਲੇ ਹੋਣਗੇ। ਹਾਂਜੀ, ਸੋ ਦੇਖਦੇ ਹਾਂ ਆਪਾਂ ਸਭ ਤੋਂ ਪਹਿਲਾਂ ਕਿਹੜੀ ਟਾਈਪ ਕੀਤੀ ਜਾਵੇ। ਤਾਂ ਦੇਖੋ ਤੁਹਾਨੂੰ ਪਤਾ ਕਿ ਜੋ ਹੈਡਿੰਗਸ ਹੁੰਦੀਆਂ ਲੌਂਗ, ਤੇ ਉਹ ਆਪਾਂ ਸਭ ਤੋਂ ਪਹਿਲਾਂ ਨਹੀਂ ਕਰਨੀਆਂ ਹੁੰਦੀਆਂ, ਯਾਨੀ ਕਿ ਇਹ ਤਾਂ ਆਪਾਂ 3rd ਨੰਬਰ ਤੇ ਜਾ ਕੇ ਕਰਾਂਗੇ, ਸਭ ਤੋਂ 3rd ਨੰਬਰ। ਹੁਣ ਡਿਸਾਈਡ ਕਰਦੇ ਆ ਕਿ ਯਾਨੀ ਕਿ ਆ 5 ਵਾਲੇ ਪਹਿਲਾਂ ਕੀਤੇ ਜਾਣ ਜਾਂ ਪਹਿਲਾਂ ਡਾਇਗਰਾਮ ਕੀਤੀ ਜਾਵੇ। ਤੇ ਧਿਆਨ ਨਾਲ ਦੇਖਿਓ, ਤੁਹਾਡੀ ਡਾਇਗਰਾਮ ਦੇ ਵਿੱਚ ਪੁੱਛੇ ਹੋਏ ਆ 4 ਤੇ ਤੁਹਾਡੇ ਉਹਦੇ ਵਿੱਚ ਪੁੱਛੇ ਹੋਏ ਆ 5। ਤੇ ਨੰਬਰ 2 ਤੇ ਜਿਹੜਾ ਕੁਐਸਚਨ ਹੁੰਦਾ ਵਾ ਜਿਹਦੇ ਵਿੱਚ ਕੋਈ 4 ਚੂਜ਼ ਕਰਨੇ ਹੁੰਦੇ ਆ ਜਾਂ 5 ਚੂਜ਼ ਕਰਨੇ ਹੁੰਦੇ ਆ, ਇਹਦੇ ਵਿੱਚ ਦੇਖੋ ਡਿਪੈਂਡ ਕਰਦਾ ਜੀ। ਹਾਂਜੀ, ਕਈ ਵਾਰੀ ਕੀ ਹੁੰਦਾ, ਕਈ ਵਾਰੀ ਇੱਕ ਸਿੰਗਲ ਪੈਰਾਗ੍ਰਾਫ ਦੇ ਵਿੱਚ ਹੀ ਸਾਰੇ ਹੁੰਦੇ ਆ, ਮੰਨ ਕੇ ਚੱਲੋ ਡੀ ਪੈਰਾ ਵਾ, ਡੀ ਪੈਰਾ ਦੇ ਵਿੱਚ ਹੀ ਸਾਰੀ ਉੱਥੇ ਗੱਲ ਕੀਤੀ ਪਈ ਹੋਈ 5 ਦੇ 5 ਦੀ। ਦੂਸਰੀ ਪੋਸੀਬਿਲਿਟੀ ਹੋ ਸਕਦੀ ਹੈ ਕਿ ਜੀ ਇਹ 2 ਪੈਰੇ ਦੇ ਵਿੱਚ ਹੋ ਸਕਦੇ ਆ, ਯਾਨੀ ਕਿ 2 ਤੋਂ 3 ਹੋਣਗੇ ਡੀ ਪੈਰਾਗ੍ਰਾਫ ਦੇ ਵਿੱਚ, 2 ਤੋਂ 3 ਗਾਂ ਵਾਲੇ ਯਾਨੀ ਕਿ ਪੈਰਾਗ੍ਰਾਫ ਚ ਹੋ ਸਕਦੇ ਆ। ਤੇ ਸਭ ਤੋਂ ਡਿਫੀਕਲਟ ਲੈਵਲ ਹੁੰਦਾ ਜੋ ਕਿ ਛੇਤੀ ਹੁੰਦਾ ਨਹੀਂਗਾ, ਉਹ ਹੁੰਦਾ ਵਾ ਕਿ ਕੱਲੇ ਪੈਰੇ ਦੇ ਵਿੱਚੋਂ ਪੈਰੇ ਦੇ ਵਿੱਚੋਂ ਇੱਕ ਸਿੰਗਲ ਹੋਣਾ। ਬਟ ਇਹ ਹੁੰਦੀ ਨਹੀਂ ਚੀਜ਼, ਕਿਉਂ ਨਹੀਂ ਹੁੰਦੀ ਜੀ? ਕਿਉਂਕਿ ਜੋ ਰਾਈਟਰ ਹੁੰਦਾ ਰੀਡਿੰਗ ਦਾ, ਉਹਨੇ ਹੋਰ ਵੀ ਗੱਲਾਂ ਕੀਤੀਆਂ ਹੁੰਦੀਆਂ ਰੀਡਿੰਗ ਦੇ ਬਾਰੇ। ਜਿਵੇਂ ਤੁਸੀਂ ਕੁਐਸਚਨ ਪੜ੍ਹ ਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗਿਆ, ਕਹਿੰਦੇ ਜੀ ਕਿਹੜੇ ਕਹਿੰਦੇ 5 ਕਲੇਮ ਕੀਤੇ ਗਏ ਆ ਕਹਿੰਦੇ ਟਾਈਡਲ ਪਾਵਰ ਦੇ ਬਾਰੇ, ਵੀ ਕਿਹੜਾ ਦਾਵਾ ਕੀਤਾ ਗਿਆ ਵੀ ਟਾਈਡਲ ਪਾਵਰ ਕਿੱਦਾਂ ਦੀ ਹੁੰਦੀ ਹੈ। ਹੁਣ ਦੇਖੋ ਸਾਰੀ ਰੀਡਿੰਗ ਦੇ ਵਿੱਚ ਹੀ ਉਹ ਦਾਵਾ ਥੋੜੀ ਕਰੂਗਾ ਇਹਦੇ ਬਾਰੇ, ਹੋਰ ਵੀ ਤਾਂ ਚੀਜ਼ਾਂ ਲਿਖੀਆਂ ਹੋਣਗੀਆਂ ਨਾ ਰੀਡਿੰਗ ਚ, ਜਿਵੇਂ ਕਿਹੜੀ ਕੰਟਰੀ ਵਿੱਚ ਬਣੀ, ਕਿਹਨੇ ਬਣਾਈ, ਫਿਊਚਰ ਪਲਾਨ ਕੀ ਆ, ਕਿੱਦਾਂ ਇਹ ਆਪਣੇ ਲਈ ਬੈਨੀਫੀਸ਼ੀਅਲ ਆ। ਸੋ ਕਲੇਮ ਦੇ ਲਈ ਕੋਈ ਖਾਸ ਜਗ੍ਹਾ ਹੋਊਗੀ, ਸਾਰੀ ਰੀਡਿੰਗ ਦੇ ਵਿੱਚ ਵੀ ਕਲੇਮਸ ਨਹੀਂ ਕੀਤੇ ਹੋ ਸਕਦੇ, ਤਾਂ ਕਰਕੇ ਮੈਕਸਿਮਮ 2 ਪੈਰਿਆਂ ਚ ਹੋ ਸਕਦੀਆਂ, 3 ਚ ਹੋ ਸਕਦੀਆਂ ਵਾ, ਤੇ ਸਿੰਗਲ ਪੈਰੇ ਚ ਵੀ ਹੋ ਸਕਦੀਆਂ। ਹਾਂਜੀ, ਤਾਂ ਜੇ ਤੁਸੀਂ ਜਾ ਕੇ ਡਾਇਗਰਾਮ ਦੇਖੋ ਤਾਂ ਡਾਇਗਰਾਮ ਤੁਹਾਡੇ ਕੋਲੇ 4th ਦਿੱਤੀਆਂ ਹੋਈਆਂ, ਯਾਨੀ ਕਿ ਵੇਟੇਜ ਡਾਇਗਰਾਮ ਦੀ ਵੀ ਹੈਗੀ ਆ 4th ਤਾਂ ਕਮ ਸੇ ਕਮ ਆਪਾਂ ਨੂੰ ਲੱਭ ਹੀ ਸਕਦੇ। ਚਲੋ ਆਪਾਂ ਸਭ ਤੋਂ ਪਹਿਲਾਂ ਕਰਦੇ ਹਾਂ ਡਾਇਗਰਾਮ, ਦੂਸਰੇ ਨੰਬਰ ਤੇ ਆਪਾਂ ਉਹ 5 ਨੰਬਰ ਵਾਲੇ ਕਰਨੇ ਆ, ਤੀਸਰੇ ਨੰਬਰ ਤੇ ਲਾਸਟ ਉੱਪਰ ਆਪਾਂ ਕਰਾਂਗੇ ਹੈਡਿੰਗਸ। ਹਾਂਜੀ, ਡਾਇਗਰਾਮ ਦੇਖਿਓ ਜੀ ਕੀ ਕਹਿੰਦੇ, ਉਹਨਾਂ ਨੇ ਤੁਹਾਨੂੰ ਕਿਹਾ ਵਾ ਹਾਂਜੀ ਇਹ ਕਿਹੜੀ ਟਰਬਾਈਨ ਆ ਜਿਹੜੀ ਸਮੁੰਦਰ ਦੇ ਨੀਚੇ ਆ ਟਰਬਾਈਨ। ਚਲੋ ਆਪਾਂ ਲਾਸਟ ਵਾਲੇ ਪੈਰਿਆਂ ਵਿੱਚ ਜਾ ਕੇ ਦੇਖ ਕੇ ਆਉਂਦੇ ਆ ਵੀ ਕੀ ਕੋਈ ਚੀਜ਼ ਸਟਾਰਟ ਹੁੰਦੀ ਹੈ ਜੀ। ਮੋਸਟਲੀ ਇੱਕ ਨਿਊ ਜੇ ਪੈਰੇ ਤੋਂ ਹੀ ਸਟਾਰਟ ਹੁੰਦੀ ਹੈ ਜੀ, ਇੱਕ ਨਵੇਂ ਜੇ ਪੈਰੇ ਤੋਂ। ਤਾਂ ਆਪਾਂ ਲਾਸਟ ਵਾਲੇ 3 ਪੈਰੇ ਦੇਖਦੇ ਹਾਂ। ਜੇ ਆਪਾਂ ਸਭ ਤੋਂ ਲਾਸਟ ਵਾਲਾ ਦੇਖੀਏ
ਤਾਂ ਇੱਥੇ ਹੋਰ ਗੱਲਾਂ ਕੀਤੀਆਂ ਪਈਆਂ ਸਟਾਰਟਿੰਗ ਦੇ ਵਿੱਚ, ਤੁਸੀਂ ਸਟਾਰਟਿੰਗ ਤੋਂ ਹੀ ਇੱਕ ਵਾਰੀ ਦੇਖ ਸਕਦੇ ਹੋ। ਇੱਥੇ ਗੱਲਾਂ ਕੀਤੀਆਂ ਪਈਆਂ ਜਿਵੇਂ 30 ਮੀਟਰ ਵਗੈਰਾ, ਜਾ ਕੇ ਦੇਖਦੇ ਆਪਾਂ ਜੀ ਇਹਨੂੰ। ਤਾਂ ਧਿਆਨ ਨਾਲ ਦੇਖੋ, ਡੀਪ ਐਰੇ ਦੀ ਸਟਾਰਟਿੰਗ 'ਚ ਲਿਖਿਆ ਪਿਆ ਮੈਰਾਈਨ ਟਰਬਾਈਨ। ਦੇਖੋ ਮੈਰਾਈਨ ਕੀ ਹੁੰਦਾ ਜੀ, ਇਹਦਾ ਮਤਲਬ ਹੁੰਦਾ ਵਾ ਜੋ ਸਮੁੰਦਰ ਦੇ ਵਿੱਚ ਹੁੰਦੀ ਚੀਜ਼, ਸੀ ਟਰਬਾਈਨ। ਤਾਂ ਜਾ ਕੇ ਦੇਖਦੇ ਹਾਂ ਜੀ ਆਪਾਂ ਇਹ। ਤਾਂ ਹੁਣ ਆਪਾਂ ਨੂੰ ਲੋਕੇਸ਼ਨ ਪਤਾ ਲੱਗ ਗਈ, ਆਪਾਂ ਨੂੰ ਪਤਾ ਲੱਗ ਗਿਆ ਕਿ ਡੀ ਤੋਂ ਡਾਇਗ੍ਰਾਮ ਸਟਾਰਟ ਹੋ ਸਕਦੀ ਹੈ, ਡੀ ਤੋਂ। ਤੇ ਗਾਂ ਜਾ ਕੇ ਆ ਬਲੇਡਸ ਦੀ ਗੱਲ ਕੀਤੀ ਪਈ ਆ, ਪੱਕਾ ਹੋਣੇ ਕਿਹਦੇ ਹੋਣਗੇ, ਜਾਨੀ ਕਿ ਟਰਬਾਈਨ ਦੇ ਹੀ ਹੋਣਗੇ। ਜਿੱਥੇ ਲਿਖਿਆ ਪਿਆ ਕਿ ਬਲੇਡਸ 20 ਮੀਟਰ ਹੁੰਦੇ ਡਾਇਆ, ਤੇ ਤੁਸੀਂ ਜੇ ਜਾ ਕੇ ਬਲੈਂਕਸ ਦੇ ਵਿੱਚ ਦੇਖੋ ਜੀ, ਤਾਂ ਇੱਥੇ ਕਿਤਨਾ ਕਿਤੇ ਆ ਬਲੇਡਸ ਦੀ ਗੱਲ ਕੀਤੀ, ਧਿਆਨ ਨਾਲ ਦੇਖੋ ਆ ਬਲੇਡ ਲੱਗੇ ਹੋਏ ਆ ਜੀ, ਆਹ ਵਾਲੀਆਂ ਚੀਜ਼ਾਂ ਤੁਹਾਨੂੰ ਪਤਾ ਹੈ ਬਲੇਡ ਹੁੰਦੇ ਆ। ਚਲੋ ਹੁਣ ਪਹਿਲਾ ਕੁਐਸਚਨ ਪੜ੍ਹਦੇ ਜੀ ਆਪਾਂ ਨੂੰ ਲੋਕੇਸ਼ਨ ਫਾਈਂਡ ਆਊਟ ਹੋ ਗਈ ਆ, ਹੁਣ ਆਪਾਂ ਪਹਿਲਾ ਕੁਐਸਚਨ ਲੱਭਦੇ ਹਾਂ। ਅੱਛਾ, ਪਹਿਲੇ ਦੇ ਵਿੱਚ ਕੀ ਕਹਿੰਦੇ, ਨਾਲ ਨਾਲ ਡਾਇਗਰਾਮ ਵੀ ਦੇਖ ਸਕਦੇ ਹੋ, ਬਟ ਜਦੋਂ ਲੌਂਗ ਸੈਂਟੈਂਸਸ ਲਿਖੇ ਹੋਣ ਨਾ ਕਾਫੀ ਜ਼ਿਆਦਾ, ਫਿਰ ਡਾਇਗਰਾਮ ਦੀ ਲੋੜ ਘੱਟ ਤੇ ਥਿਊਰੀ ਦੀ ਲੋੜ ਜ਼ਿਆਦਾ ਪੈਂਦੀ ਹੁੰਦੀ ਹੈ। ਜਦੋਂ ਤੁਹਾਡੀ ਥਿਊਰੀ ਘੱਟ ਦਿੱਤੀ ਪਈ ਹੋਵੇ, ਫਿਰ ਆਪਾਂ ਨੂੰ ਡਾਇਗਰਾਮ ਜ਼ਿਆਦਾ ਦੇਖਣੀ ਪੈਂਦੀ ਹੁੰਦੀ, ਯਾਦ ਰੱਖਿਓ ਹਮੇਸ਼ਾ। ਹੁਣ ਕਿੰਨੀ ਥਿਊਰੀ ਦਿੱਤੀ ਪਈ ਆ, ਤੁਸੀਂ ਡਾਇਗਰਾਮ ਵੱਲ ਥੋੜਾ ਜਿਹਾ ਵੀ ਦੇਖੋ ਤਾਂ ਸਰ ਜੂਗਾ। ਕੀ ਕਹਿੰਦੇ ਜੀ, ਕਹਿੰਦੇ ਹੋਲ ਟਾਵਰ ਜਿਹੜਾ ਹੈਗਾ ਵਾ ਜੀ, ਹਾਂਜੀ, ਕੈਨ ਬੀ ਰੇਜ਼ਡ ਫॉर ਡੈਸ਼। ਦੇਖੋ ਫॉर ਸ਼ੋ ਕਰਦਾ ਹੁੰਦਾ ਪਰਪਸ ਨੂੰ, ਇਹ ਜੀ ਪਰਪਸ ਨੂੰ ਸ਼ੋ ਕਰਦਾ ਹੁੰਦਾ। ਕਹਿੰਦੇ ਜਿਹੜਾ ਹੋਲ ਟਾਵਰ ਆ, ਜਿਹੜਾ ਸਾਰਾ ਟਾਵਰ ਜੋ ਹੈ, ਕਹਿੰਦੇ ਜੀ ਉਹ ਰੇਜ਼ ਕੀਤਾ ਜਾ ਸਕਦਾ ਵਾ, ਕਹਿੰਦੇ ਤਾਂ ਚੱਕਿਆ ਜਾ ਸਕਦਾ ਜੀ ਉਹ ਫॉर ਡੈਸ਼, ਡੈਸ਼ ਦੇ ਲਈ। ਜਾ ਕੇ ਦੇਖਦੇ ਆ ਜੀ ਕਿਹੜੀ ਚੀਜ਼ ਦੇ ਲਈ। ਤੇ ਗਾਂ ਜਾ ਕੇ ਕਹਿੰਦੇ ਜੀ, ਕਹਿੰਦੇ ਜੋ ਸੀਵੀਡ ਦੀ ਐਕਸਟ੍ਰੈਕਸ਼ਨ ਹੁੰਦੀ ਹੈ, ਇਹਦਾ ਮਤਲਬ ਹੁੰਦਾ ਬਾਹਰ ਕੱਢਣਾ ਕਿਸੇ ਚੀਜ਼ ਨੂੰ। ਜਦੋਂ ਤੇ ਕਹਿੰਦੇ ਸੀਵੀਡ ਬਾਹਰ ਕੱਢ ਲਿੱਤੇ ਜਾਂਦੇ ਕਿਹਦੇ ਤੋਂ, ਬਲੇਡਸ ਤੋਂ। ਆਪਾਂ ਜਾ ਕੇ ਦੇਖ ਕੇ ਆਉਂਦੇ ਆ ਜੀ, ਆਪਾਂ ਜਾ ਕੇ ਦੇਖ ਕੇ ਆਉਂਦੇ ਆ ਕਿ ਜਿਹੜਾ ਹੋਲ ਟਾਵਰ ਹੈ ਰੇਜ਼ ਹੁੰਦਾ ਕਿਹੜੀ ਚੀਜ਼ ਲਈ ਰੇਜ਼ ਹੁੰਦਾ। ਹਾਂਜੀ, ਤਾਂ ਤੁਹਾਡੀ ਲੋਕੇਸ਼ਨ ਹੈ ਜੀ, ਧਿਆਨ ਨਾਲ ਦੇਖਿਓ, ਆਹ ਤੁਹਾਡੀ ਲੋਕੇਸ਼ਨ ਹੈ, ਤੇ ਆਪਾਂ ਇਹਦੇ ਵਿੱਚੋਂ ਦੇਖਣਾ ਕਿ ਟਾਵਰ ਕਿਹੜੀ ਚੀਜ਼ ਦੇ ਲਈ ਬਾਹਰ ਲੈ ਕੇ ਆਉਂਦੇ। ਹਾਲੇ ਤੱਕ ਦੇਖੋ ਟਾਵਰ ਦੀ ਕੋਈ ਵੀ ਗੱਲ ਨਹੀਂ ਕੀਤੀ, ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਆਪਾਂ ਨੂੰ ਸੈਕਿੰਡ ਪੇਜ ਤੇ ਜਾਣਾ ਪੈਣਾ ਜੀ, ਕਿਉਂਕਿ ਹਾਲੇ ਤੱਕ ਕੋਈ ਵੀ ਗੱਲ ਨਹੀਂ ਕੀਤੀ ਸੀਗੀ ਟਾਵਰ ਦੀ। ਅੱਗੇ ਜਾ ਕੇ ਹੋਰ ਗੱਲਾਂ ਕੀਤੀਆਂ ਪਈਆਂ, ਜਿੱਦਾਂ ਕਿ ਫਿਸ਼ ਕ੍ਰੇਚਰ ਵਗੈਰਾ ਦੀਆਂ, ਕੋਈ ਰਿਸਕ ਦੀ ਗੱਲ ਕੀਤੀ ਪਈ ਆ, ਟਰਬਾਈਨ ਹਲੇ ਕਿਤੇ ਨਹੀਂ ਗੱਲ ਕੀਤੀ। ਗਾਂ ਜਾ ਕੇ ਦੇਖੋ ਤਾਂ ਆਹ ਟਾਵਰ ਪਿਆ ਇੱਥੇ, ਗਾਂ ਜਾ ਕੇ ਦੇਖੋ ਤਾਂ ਇੱਥੇ ਵੀ ਟਾਵਰ ਪਿਆ ਜੀ। ਇਦਾਂ ਮਤਲਬ ਹੁਣ ਆਪਾਂ ਨੂੰ ਇੱਥੋਂ ਪੜ੍ਹਨਾ ਪੈਣਾ ਵੀ ਟਾਵਰ ਰੇਜ਼ ਕਾਹਦੇ ਲਈ ਕੀਤਾ ਜਾਂਦਾ ਜੀ। ਤਾਂ ਕੀ ਕਹਿੰਦੇ ਜੀ, ਹਰੇਕ ਜੋ ਟਰਬਾਈਨ ਕਹਿੰਦੇ ਉਹ ਮਾਊਂਟਡ ਹੋਊਗੀ, ਕਿਹਦੇ ਉੱਪਰ ਹੋਊਗੀ, ਹਾਂਜੀ ਟਾਵਰ ਦੇ ਉੱਪਰ ਹੋਊਗੀ ਜੀ। ਕਹਿੰਦੇ ਵਿਚ ਵਿਲ ਕਨੈਕਟ ਟੂ, ਜਿਹੜਾ ਕਿ ਗਾਂ ਕਨੈਕਟ ਕਿਹਦੇ ਨਾਲ ਹੋਊਗਾ ਜੀ, ਨੈਸ਼ਨਲ ਪਾਵਰ ਸਪਲਾਈ ਦੇ ਨਾਲ। ਹਾਲੇ ਤੱਕ ਕੋਈ ਨਹੀਂ ਆਨਸਰ ਦੱਸਿਆ ਵੀ ਟਾਵਰ ਨੂੰ ਰੇਜ਼ ਕਾਹਤੋਂ ਕੀਤਾ ਜਾਂਦਾ ਜੀ। ਅੱਗੇ ਉਹਨਾਂ ਨੇ ਕਿਹਾ ਜੀ, ਕਹਿੰਦੇ ਟਾਵਰਸ ਵਿਲ ਸਟਿਕ ਆਊਟ ਆਫ ਵਾਟਰ, ਵਾਟਰ ਚੋਂ ਬਾਹਰ ਕੱਢਿਆ ਜਾਂਦਾ ਵਾ, ਤੇ ਟੂ ਬੀ, ਕਹਿੰਦੇ ਟੂ ਬੀ ਲਿਟ ਟੂ ਵਾਰਮ ਸ਼ਿਪਿੰਗ, ਤੇ ਡਿਜ਼ਾਈਨ ਕੀਤਾ ਗਿਆ ਕਹਿੰਦੇ ਟੂ ਬੀ, ਉਹ ਕਹਿੰਦੇ ਕਿ ਲਿਫਟਡ। ਦੇਖੋ ਲਿਫਟਡ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਤਾਂ ਨੂੰ ਚੱਕਣਾ, ਜਿਵੇਂ ਕਿ ਲਿਫਟ ਤੋਂ ਤੁਸੀਂ ਸਮਝ ਸਕਦੇ ਹੋ, ਲਿਫਟ ਕਰਨਾ ਕਿਸੇ ਨੂੰ। ਤੇ ਕਹਿੰਦੇ ਜੀ ਜਿਹੜਾ ਇਹ ਡਿਜ਼ਾਈਨਡ ਕੀਤੇ ਜਾਂਦੇ ਆ ਟਾਵਰ ਟੂ ਬੀ ਲਿਫਟਡ, ਤਾਂ ਚੱਕਣ ਦੇ ਲਈ, ਯਾਨੀ ਕਿ ਵਾਟਰ ਚੋਂ, ਫॉर ਮੇਨਟੇਨੈਂਸ ਦੇ ਲਈ, ਤੇ ਕਲੀਨ ਸੀਵੀਡ ਜਿਹੜੀਆਂ ਹੈਗੀਆਂ ਵਾ, ਤੇ ਉਹ ਬਲੇਡ ਦੇ ਵਿੱਚੋਂ ਬਾਹਰ ਨਿਕਲ ਜਾਂਦੀ ਹੈ। ਤਾਂ ਮੈਨੂੰ ਦੱਸੋਗੇ ਜੀ ਜੋ ਇਹਦਾ ਸਹੀ ਆਨਸਰ ਹੈ ਉਹ ਕੀ ਹੋ ਸਕਦਾ ਹੈ। ਹਾਂਜੀ ਮੇਨਟੇਨੈਂਸ, ਬਿਲਕੁਲ ਜੀ, ਤਾਂ ਪਰਪਸ, ਧਿਆਨ ਨਾਲ ਦੇਖੋ ਜੀ, ਮੇਨਟੇਨੈਂਸ ਆਪਣਾ ਸਹੀ ਆਨਸਰ ਹੈ। ਇੱਥੇ ਇੱਕ ਚੀਜ਼ ਨੂੰ ਯਾਦ ਰੱਖਿਓ, ਜਦੋਂ ਵੀ ਤੁਸੀਂ ਬਲੈਂਕ ਕਰ ਰਹੇ ਹੋ, ਜਿਹੜੀ ਤੁਹਾਡੀ ਪ੍ਰੈਪੋਜੀਸ਼ਨ ਲਿਖੀ ਆ, ਪ੍ਰੈਪੋਜੀਸ਼ਨ ਦਾ ਬਹੁਤ ਧਿਆਨ ਰੱਖੋ। ਦੇਖੋ ਬਲੈਂਕਸ ਤੋਂ ਪਹਿਲਾਂ ਜੇ ਫॉर ਲਿਖਿਆ ਤਾਂ ਪਰਪਸ ਆ, ਟੂ ਲਿਖਿਆ ਤਾਂ ਫਸਟ ਫਾਰਮ ਆ, ਠੀਕ ਹੈ ਜੀ। ਯਾਨੀ ਕਿ ਜਿਹੜੀਆਂ ਪ੍ਰੈਪੋਜੀਸ਼ਨਾਂ ਮੂਹਰੇ ਹੁੰਦੀਆਂ ਵਾ ਉਹ ਰੀਡਿੰਗ ਦੇ ਵਿੱਚ ਵੀ ਕਈ ਵਾਰੀ ਸੇਮ ਹੀ ਕੰਮ ਕਰਦੀਆਂ। ਸੋ ਕਈ ਬੱਚੇ ਬਾਅਦ ਚੋਂ ਪ੍ਰੈਪੋਜੀਸ਼ਨ ਤੋਂ ਵੀ ਲਾ ਦਿੰਦੇ, ਜਿਹੜਾ ਗਾਂ ਵਾਲਾ ਵਰਡ ਆ ਸਮਝ ਲਓ ਆਨਸਰ ਹੈ ਜੀ, ਇਹ ਚੀਜ਼ ਯਾਦ ਰੱਖੀ। ਅੱਗੇ ਚੱਲਦੇ ਜੀ ਆਪਾਂ, ਤਾਂ ਦੇਖੋ 11ਵੇਂ ਚ ਆਪਾਂ ਨੂੰ ਕਿਹਾ ਗਿਆ ਸੀ ਲਾਈਫ ਜਿਹੜੀ ਹੁੰਦੀ ਹੈ ਜੀ, ਕਹਿੰਦੇ ਉਹ ਡੇਂਜਰ ਵਿੱਚ ਨਹੀਂ ਹੁੰਦੀ ਗੀ, ਡਿਊ ਟੂ ਫੈਕਟ ਦੈਟ ਸੀ ਲਾਈਫ ਡੇਂਜਰ ਵਿੱਚ ਨਹੀਂ ਹੁੰਦੀ ਗੀ। ਹਾਂਜੀ, ਕਾਰਨ ਕੀ ਆ, ਕਿਉਂਕਿ ਬਲੇਡਸ ਜਿਹੜੇ ਹੁੰਦੇ ਆ ਜੀ ਉਹ ਕੰਪੈਰੀਟਿਵਲੀ ਡੈਸ਼ ਹੁੰਦੇ ਆ, ਬਲੇਡਸ ਡੈਸ਼ ਹੁੰਦੇ। ਦੇਖੋ ਇੱਥੇ ਲਿਖਿਆ ਪਿਆ ਜੀ ਬਲੇਡਸ ਆਰ
हाँ जी कंपैरेटिवली डैश। हुण इत्थे जो भी वर्ड फिट होना वा वो ब्लेड्स की खासियत दसदा होऊगा जी कि ब्लेड्स की हुंदे आ। कहंदे सी लाइफ डेंजर विच नहीं हुंदी। देखो डेंजर दा एक आपां इत्थे सिनोनिम पढ़िया सीगा हुणे रिस्क लिखिया सीगा जिथे, क्योंकि रिस्क दा मतलब की हुंदा, रिस्क दा मीन मतलब हुंदा डेंजर। ध्यान नाल देखियो जी, ते सी लाइफ दी भी इत्थे पैराफ्रेजिंग कीती पई सीगी। ध्यान नाल देखो तां जी आ सी लाइफ दा सिनोनिम आ। फिश एक सी लाइफ आ, होर क्रिएचर कहंदे जी सोचे जांदे आ, इहदा मतलब हुंदा नॉट लाइकली, नॉट लाइकली। क्वेश्चन ने किहा सी जी डेंजर च नहीं हुंदे। रीडिंग भी की कहंदी फिश ते ਜਿਹੜੇ ਹੋਰ ਜੀਵ ਜੰਤੂ ਹੈਗੇ ਆ ਸੋਚੇ ਜਾਂਦੇ ਆ not likely to be at risk, ਵੀ ਇਹ ਰਿਸਕ ਉੱਪਰ ਨਹੀਂ ਹੁੰਦੇਗੇ। from the relatively ਜੇ ਤੁਸੀਂ ਧਿਆਨ ਨਾਲ ਜਾ ਕੇ ਦੇਖੋ ਤਾਂ ਬਲੈਂਕ ਤੋਂ ਪਹਿਲਾਂ ਕਿਹੜੀ ਚੀਜ਼ ਪਈ ਹੈ ਜੀ, ਬਲੈਂਕ ਤੋਂ ਪਹਿਲਾਂ ਜਿਹੜੀ ਚੀਜ਼ ਪਈ ਆ ਉਹ ਇੱਕ ਤਰ੍ਹਾਂ ਦੀ ਡਵਰਬ ਲਾਈ ਪਈ ਆ ਆਪਣੇ ਕੋਲ, ਕਿਉਂਕਿ ਕਹਿੰਦੇ ਬਲੇਡਸ ਡੈਸ਼ ਹੁੰਦੇ ਆ। ਤੇ ਰੀਡਿੰਗ ਨੇ ਤੁਹਾਨੂੰ ਕੀ ਕਿਹਾ ਜੀ, ਕਹਿੰਦੀ ਫਿਸ਼ ਤੇ ਦੂਸਰੇ ਜਾਨਵਰ ਜਿਹੜੇ ਹੁੰਦੇ ਆ ਉਹ ਕਹਿੰਦੇ ਰਿਸਕ ਉੱਪਰ ਨਹੀਂ ਹੁੰਦੇ ਫਰੋਮ ਦਾ ਰਿਲੇਟਿਵਲੀ ਸਲੋ ਟਰਨਿੰਗ ਬਲੇਡਸ। ਤਾਂ ਮੈਨੂੰ ਤੁਸੀਂ ਧਿਆਨ ਨਾਲ ਦੱਸੋਗੇ ਜੀ ਕਿ ਬਲੇਡਸ ਵਿੱਚ ਇਦਾਂ ਦੀ ਕਿਹੜੀ ਕੁਆਲਿਟੀ ਆ। ਤੁਹਾਨੂੰ ਉਹਨਾਂ ਨੇ ਪੁੱਛਿਆ ਬਲੇਡਸ ਆਰ ਡੈਸ਼, ਮੈਂ ਤੁਹਾਡੇ ਤੋਂ ਪੁੱਛਦਾ ਕਿ ਬਲੇਡਸ ਆਰ ਵਟ, ਕੀ ਹੁੰਦੇ ਆ ਬਲੇਡਸ ਜਿੰਨਾ ਕਰਕੇ ਉਹ ਰਿਸਕ ਉੱਪਰ ਨਹੀਂ ਹੁੰਦੇ ਜੀ। ਹਾਂਜੀ slow turning ਤਾਂ ਬਲੇਡਸ ਆਰ ਸਲੋ ਟਰਨਿੰਗ। ਸਲੋ ਟਰਨਿੰਗ ਦਾ ਮਤਲਬ ਕਿ ਉਹ ਟਰਨ ਤਾਂ ਹੁੰਦੇ ਆ ਪਰ ਉਹ ਸਲੋ ਟਰਨ ਹੁੰਦੇ ਆ ਜੀ। ਉਹ ਪਾਣੀ ਦੇ ਵਿੱਚ ਵੇਖੋ, ਜੇ ਤਾਂ ਪਾਣੀ ਦੇ ਵਿੱਚ ਉਹ ਬਲੇਡ ਬਹੁਤ ਤੇਜ਼ ਚੱਲੀ ਜਾਂਦੇ ਹੋਣ ਫਿਰ ਤਾਂ ਕੋਈ ਜੀਵ ਕੋਲੇ ਆਇਆ ਉਹ ਤਾਂ ਮਾਰਿਆ ਜਾਊਗਾ ਜੀ, ਉਹ ਸਾਰਾ ਵੱਢਿਆ ਜਾਊਗਾ। ਬਟ ਉਹ ਟਰਨ ਹੀ ਬਹੁਤ ਸਲੋ ਕਰਦੇ ਆ ਜੀ ਕਹਿੰਦੇ ਬਲੇਡ। ਤੇ ਨਾਲ ਵਿਜ਼ੂਅਲਾਈਜ਼ ਕਰਕੇ ਦੇਖੋ ਕਿ ਸਮੁੰਦਰ ਦੇ ਵਿੱਚ ਬਲੇਡਸ ਲੱਗੇ ਹੋਏ ਆ ਵੱਡੇ ਵੱਡੇ, ਉਹ ਸਲੋ ਟਰਨ ਕਰਦੇ ਆ ਤਾਂ ਕਰਕੇ ਕਹਿੰਦੇ ਜਾਨਵਰਾਂ ਨੂੰ ਕੋਈ ਖਤਰਾ ਨਹੀਂ ਹੈਗਾ ਜੀ। ਇੱਥੇ ਇੱਕ ਚੀਜ਼ ਲਿਖਾਉਂਗਾ ਮੈਂ ਤੁਹਾਨੂੰ, ਕੁਐਸਚਨ ਦੇ ਵਿੱਚ ਕਿਹਾ ਗਿਆ ਸੀਗਾ ਬਲੇਡਸ ਆਰ ਡੈਸ਼, ਆ ਹੈਗੀ ਹੈ ਜੀ ਕੁਐਸਚਨ ਦੀ ਲੈਂਗੁਏਜ। ਜਦੋਂ ਵੀ ਇਹ ਕਹਿਣਾ ਕਿ ਬਲੇਡਸ ਆਰ ਡੈਸ਼ ਜਾਂ ਇਹਨਾਂ ਨੇ ਤੁਹਾਨੂੰ ਕਹਿਤਾ ਕਿ ਯਾਨੀ ਕਿ ਵਰਕਰਸ ਆਰ ਡੈਸ਼, ਵਰਕਰਸ ਆਰ ਡੈਸ਼, ਆਹ ਵਾਲੀ ਸਟਰਕਚਰ ਨੂੰ ਰੀਡਿੰਗ ਦੇ ਵਿੱਚ ਲਿਖਣ ਦਾ ਦੂਸਰਾ ਵੇ ਕੀ ਆ, ਦੂਸਰਾ ਵੇ ਦੱਸਣ ਲੱਗਾ ਜੀ, ਬਹੁਤ ਵਧੀਆ ਸਟ੍ਰੈਟਜੀ ਆ। ਆਹ ਵਾਲੀ ਜਿਹੜੀ ਬਲੈਂਕ ਆ ਨਾ, ਜਿਹੜਾ ਤੁਸੀਂ ਫਾਈਂਡ ਕਰਨਾ ਹੈ ਜੀ ਆਨਸਰ, ਇਹ ਬਲੈਂਕ ਰੀਡਿੰਗ ਦੇ ਵਿੱਚ ਵਰਕਰਸ ਦੇ ਮੂਹਰੇ ਲਿਖੀ ਪਈ ਹੋਊਗੀ। ਤੁਸੀਂ ਰੀਡਿੰਗ ਚਾਹੇ ਰੀਡਿੰਗ ਚ ਲਿਖਿਆ ਪਿਆ ਇੱਥੇ ਵਰਕਰਸ ਲਿਖਿਆ ਪਿਆ ਵਾ ਤੇ ਇਹਦੇ ਮੂਹਰੇ ਇੱਕ ਟਰਮ ਲਾਈ ਪਈ ਹੈ ਜੀ, ਮੰਨ ਕੇ ਚੱਲੋ ਸਪੋਰਟਿਵ। ਸਪੋਰਟਿਵ ਤਾਂ ਜਿਹੜੀ ਆ ਸਟਰਕਚਰ ਆ ਨਾ ਕਿ ਵਰਕਰਸ ਆਰ ਡੈਸ਼, ਇਹ ਸਟਰਕਚਰ ਨੂੰ ਰੀਡਿੰਗ ਕਿਵੇਂ ਲਿਖ ਸਕਦੀ ਆ, ਵਰਕਰਸ ਦੇ ਮੂਹਰੇ ਲਾ ਸਕਦੀ ਹੈ ਜੀ ਉਹ ਵਰਡ ਨੂੰ, ਯਾਨੀ ਕਿ ਇਹ ਕਹਿ ਸਕਦੇ ਆ ਕਿ ਸਪੋਰਟਿਵ ਵਰਕਰਸ ਜੀ। ਤਾਂ ਇਹ ਚੀਜ਼ ਦਾ ਧਿਆਨ ਰੱਖਣਾ ਜੀ। ਹਾਂਜੀ ਅੱਗੇ ਚੱਲਦੇ ਹਾਂ ਜੀ ਆਪਾਂ, ਨੈਕਸਟ ਚੱਲਦੇ ਜੀ ਕੀ ਕਿਹਾ ਆਪਾਂ ਨੂੰ। ਤਾਂ ਨੈਕਸਟ ਵਿੱਚ ਆਪਾਂ ਨੂੰ ਉਹਨਾਂ ਨੇ ਕਿਹਾ ਕਿ ਜੋ ਹਵਾ ਵਾਲੇ ਬਬਲਸ ਹੁੰਦੇ ਆ ਜੀ, ਰਿਜ਼ਲਟ ਫਰੋਮ ਦਾ ਮਤਲਬ ਹੁੰਦਾ ਕਿ ਪੈਦਾ ਹੋਣਾ, ਜਨਰੇਟ ਫਰੋਮ। ਤੁਸੀਂ ਇਹ ਸਟਰਕਚਰ ਨੂੰ ਲਿਖ ਦਿਓ ਰਿਜ਼ਲਟ ਫਰੋਮ, ਨੋਟ ਕਰ ਲਓ ਜੀ ਇਹਨੂੰ। ਰਿਜ਼ਲਟ ਫਰੋਮ ਦਾ ਮਤਲਬ ਕਿ ਹਾਂਜੀ ਪੈਦਾ ਹੋਣਾ, ਡੈਸ਼ ਤੋਂ ਪੈਦਾ ਹੋਣਾ। ਤੁਸੀਂ ਮੰਨ ਕੇ ਚੱਲੋ ਕਹਿ ਦਵੋ ਜੀ ਕਿ ਪੂਅਰ ਗ੍ਰੇਡਸ ਰਿਜ਼ਲਟ ਫਰੋਮ, ਜਿਵੇਂ ਪੂਅਰ ਗ੍ਰੇਡਸ ਓਕੇ ਰਿਜ਼ਲਟ ਫਰੋਮ ਲੈਕ ਆਫ ਕਨਸੈਂਟਰੇਸ਼ਨ ਜਾਂ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ। ਤਾਂ ਪੂਅਰ ਗ੍ਰੇਡ ਦਾ ਜਨਮ ਕਿੱਥੋਂ ਹੁੰਦਾ, ਯਾਨੀ ਕਿ ਮਤਲਬ ਇਹਦਾ ਕਿ ਪੂਅਰ ਗ੍ਰੇਡਸ ਕਿਹੜੀ ਚੀਜ਼ ਤੋਂ ਨਿਕਲਦਾ ਵਾ ਜੀ। ਤਾਂ ਸੇਮ ਹੀ ਤੁਹਾਨੂੰ ਕਿਹਾ ਜੀ ਇਹਨਾਂ ਨੇ, ਹਵਾ ਵਾਲੇ ਬਬਲਸ ਰਿਜ਼ਲਟ ਫਰੋਮ ਦਾ ਡੈਸ਼, ਕਿਹੜੀ ਚੀਜ਼ ਤੋਂ ਪੈਦਾ ਹੁੰਦੇ ਆਪਾਂ ਜਾ ਕੇ ਦੇਖ ਕੇ ਆਉਣੀ ਹੈ, ਬਿਹਾਈਂਡ ਬਲੇਡਸ ਹੁੰਦੀ ਉਹ ਚੀਜ਼, ਬਿਹਾਈਂਡ ਬਲੇਡਸ। ਚਲੋ ਜਾ ਕੇ ਦੇਖਦੇ ਆਪਾਂ, ਪਹਿਲਾਂ ਜਾ ਕੇ ਦੇਖਦੇ ਹਾਂ ਜਿਹੜੇ ਹਵਾ ਵਾਲੇ ਬਬਲਸ ਹੈਗੇ ਆ ਉਹ ਕਿਹੜੀ ਚੀਜ਼ ਤੋਂ ਪੈਦਾ ਹੁੰਦੇ ਆ। ਚਲੋ ਜੀ ਗਾਂ ਜਾ ਕੇ ਦੇਖਦੇ ਆਪਾਂ, ਧਿਆਨ ਨਾਲ ਦੇਖਿਓ ਜੀ। ਤਾਂ ਦੇਖੋ ਇੱਥੋਂ ਤੱਕ ਆਪਾਂ ਪੜ੍ਹ ਲਿਆ ਜੀ, ਸਲੋ ਟਰਨਿੰਗ ਬਲੇਡ ਤੱਕ। ਗਾਂ ਚੱਲਦੇ ਹਾਂ, ਆਪਣਾ ਕੀ ਇੱਥੋਂ ਤੱਕ ਤਾਂ ਆਪਣਾ ਹੋ ਗਿਆ ਜੀ, ਡਨ ਹੋ ਗਿਆ। ਓਕੇ ਜੀ, ਆਪਣਾ ਆਪਰਾ ਡਨ ਹੋ ਗਿਆ। ਹੁਣ ਆਪਾਂ ਦੇਖਦੇ ਹਾਂ ਕਿ ਜੋ ਹਵਾ ਵਾਲੇ ਬਬਲਸ ਹੈ
ਉਹ ਕਿੱਥੋਂ ਨਿਕਲਦੇ ਆ ਜੀ। ਤੇ ਜੇ ਤੁਸੀਂ ਧਿਆਨ ਨਾਲ ਦੇਖੋ ਨੈਕਸਟ ਪੈਰੇ ਵਿੱਚੋਂ ਜੀ, ਨੈਕਸਟ ਪੈਰੇ ਦੇ ਵਿੱਚੋਂ ਆਪਾਂ ਨੂੰ ਕੀਵਰਡ ਨਹੀਂ ਮਿਲ ਰਿਹਾ। ਜੇ ਤੁਸੀਂ ਹੋਰ ਨੈਕਸਟ ਜਾ ਕੇ ਦੇਖੋ ਤਾਂ ਤੁਹਾਡੇ ਕੋਲ ਇਹ ਕੀਵਰਡ ਪਿਆ ਸਾਰਿਆਂ ਦੇ ਕੋਲ। ਤੇ ਹੁਣ ਤੁਸੀਂ ਮੈਨੂੰ ਦੱਸਣਾ ਜੀ, ਇਹ ਸਾਰਿਆਂ ਨੇ ਪੜ੍ਹ ਕੇ ਆਪੇ ਖੁਦ ਇਹ ਕੀ ਆਨਸਰ ਲਾਵਾਂ ਜੀ। ਕਹਿੰਦੇ ਜੀ ਜਿਹੜੇ ਹਵਾ ਵਾਲੇ ਬਬਲਸ ਹੁੰਦੇ ਆ ਰਿਜ਼ਲਟ ਫਰੋਮ ਡੈਸ਼। ਹਾਂਜੀ ਹਾਂਜੀ, ਤੁਹਾਨੂੰ ਮਿਊਟ ਤੋਂ ਖੋਲਦਾ ਮੈਂ। ਮੈਨੂੰ ਦੱਸੋਗੇ ਜੀ ਕਿ ਜੋ ਹਵਾ ਵਾਲੇ ਬਬਲਸ ਹੈ ਰਿਜ਼ਲਟ ਫਰੋਮ ਵਟ? low pressure sir. low pressure sir ਉਹ ਚੀਜ਼ ਕਿਹਦੇ ਤੋਂ ਹੁੰਦੀ ਹੈ ਜੀ? ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਤੁਹਾਡੀ ਆ ਸਟਰਕਚਰ ਸੀਗੀ ਰਿਜ਼ਲਟ ਫਰੋਮ, ਤੇ ਹਿੰਦੀ ਪੈਰਾਫਰੇਜ਼ਿੰਗ ਕਰਤੀ ਕੌਜ਼ ਲੈ ਕੇ, ਕੌਜ਼। ਯੈਸ ਔਰ ਨੋ? ਹਾਂਜੀ sir ਜੇ ਮੈਂ ਕਹਾਂ ਕਿ ਮੰਨ ਕੇ ਚੱਲੋ ਕਿ ਮੈਂ ਕਹਾਂ ਜੀ ਕਿ ਲੈਕ ਆਫ ਕਨਸੈਂਟ੍ਰੇਸ਼ਨ, ਹਾਂਜੀ ਕੌਜ਼ਸ, ਹਾਂਜੀ ਪੂਅਰ ਗ੍ਰੇਡ, ਇਹ ਹੁਣ ਤਾਂ ਨਹੀਂ ਸਟਰਕਚਰ ਦੀ ਹਾਂਜੀ ਪੈਰਾਫਰੇਜ਼ਿੰਗ ਹੀ ਹੋਗੀ ਨਾ ਇੱਕ ਤਰ੍ਹਾਂ ਦੀ। ਪਹਿਲਾਂ ਮੈਂ ਹਾਂਜੀ ਕਹਿ sir ਰਿਹਾ ਸੀਗਾ ਕਿ ਪੂਅਰ ਗ੍ਰੇਡਸ ਕਹਿੰਦੇ ਕਿ ਰਿਜ਼ਲਟ ਫਰੋਮ ਲੈਕ ਆਫ ਕਨਸੈਂਟ੍ਰੇਸ਼ਨ। ਹੁਣ ਮੈਂ ਕਹਿ ਰਿਹਾ ਕਿ ਲੈਕ ਆਫ ਕਨਸੈਂਟ੍ਰੇਸ਼ਨ ਕੌਜ਼ਸ ਪੂਅਰ ਗ੍ਰੇਡਸ। ਤਾਂ ਦੇਖੋ ਦੋਨਾਂ ਦਾ ਮਤਲਬ ਸੇਮ ਹੈ ਜੀ। ਤਾਂ ਲੈਂਗੁਏਜ ਨੂੰ ਦੇਖਿਆ ਕਰੋ ਕਿਵੇਂ ਵਰਕ ਕਰ ਰਹੀ ਆ, ਪੈਰਾਫਰੇਜ਼ਿੰਗ ਕਿਵੇਂ ਚੱਲ ਰਹੀ ਆ, ਨਵੀਆਂ ਸਟਰਕਚਰਸ ਸਿੱਖਿਆ ਕਰੋ। ਹੁਣ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਕੌਜ਼ ਰਿਜ਼ਲਟ ਫਰੋਮ ਦਾ ਹੀ ਸਿਨੋਨਿਮ, ਤਾਂ ਕਿ ਜੇ ਫਾਈਨਲ ਦੇ ਵਿੱਚ ਵਰਡਿੰਗ ਲਿਖੀ ਵੀ ਪਈ ਹੋਵੇ, ਕਿਉਂਕਿ ਦੇਖੋ ਲੈਂਗੁਏਜ ਲਿਮਿਟਡ ਜੀ ਚੀਜ਼ ਹੈ, ਬਾਹਲੀ ਜ਼ਿਆਦਾ ਵੀ ਨਹੀਂ ਆਈ ਹੈਗੀ। ਤੁਸੀਂ ਰਿਅਲਾਈਜ਼ ਕੀਤਾ ਹੋਊਗਾ ਕਿ ਕਮ ਸੇ ਕਮ 90% ਵਕੈਬ ਰੋਜ਼ ਯਾਨੀ ਕਿ ਉਹੀ ਹੁੰਦੀ ਆ ਜਿਹੜੀ ਤੁਸੀਂ ਡੇਲੀ ਬੇਸਿਸ ਤੇ ਜੋ ਤੁਸੀਂ ਪੁਰਾਣੀਆਂ ਰੀਡਿੰਗਸ ਦੇ ਵਿੱਚ ਦੇਖੀ ਆ। ਆਹ ਸਾਰੇ ਵਰਡ ਆ ਜਿੰਨਾ ਤੇ ਵੀ ਮੈਂ ਰਾਉਂਡ ਕਰੀ ਜਾਂਦਾ ਵਾਂ, ਕਿਉਂਕਿ ਲੈਂਗੁਏਜ ਦੇ ਕੋਲੇ ਬਾਹਲੀ ਜ਼ਿਆਦਾ ਵੀ ਨਹੀਂ ਵੈਰਾਈਟੀ ਹੈਗੀ ਜੀ ਕਿ ਇਹ ਨਵੇਂ ਵਰਡ ਹੀ ਲਿਆਈ ਚੱਲੇ। ਨਵੇਂ ਵਰਡ 10% ਤੋਂ ਵੀ ਘੱਟ ਹੁੰਦੇ ਆ ਹਰ ਇੱਕ ਰੀਡਿੰਗ ਦੇ ਵਿੱਚ, ਯਾਦ ਰੱਖਿਓ ਇਹ ਚੀਜ਼ ਹਮੇਸ਼ਾ। ਤਾਂ ਕਰਕੇ ਜੇ ਤੁਸੀਂ ਵਨ ਟਾਈਮ ਕੋਈ ਚੀਜ਼ ਸਿੱਖ ਲਈ ਨਾ, ਤੁਹਾਨੂੰ ਉਹਦਾ ਬੈਨੀਫਿਟ ਹੋਊਗਾ ਜੀ, ਉਹ ਤੁਹਾਨੂੰ ਦੂਜੇ ਦਿਨ ਹੀ ਕਿਤੇ ਨਾ ਕਿਤੇ ਦਿਖ ਜਾਣੀ ਹੈ। ਹਾਂਜੀ ਜੀ, ਧਿਆਨ ਨਾਲ ਦੇਖਿਓ ਜੀ, ਆਹ ਹੁਣ ਲਿਖਿਆ ਪਿਆ ਜੀ, ਤੇ ਜਿਹੜੀ ਇਹ ਚੀਜ਼ ਹੈ ਕਹਿੰਦੇ ਇਹਨੂੰ ਡੈਸ਼ ਕਹਿ ਦਿੰਦੇ ਆ ਜੀ। ਦੇਖੋ ਨੋਨ ਐਜ਼ ਡੈਸ਼, ਕਾਲਡ ਡੈਸ਼, ਤੇ ਜਾਂ ਫਿਰ ਕੋਈ ਵੀ ਹੈਲਪਿੰਗ ਵਰਬ ਲਾ ਕੇ ਕਹਿ ਦਿੰਦੇ ਆ ਡੈਸ਼। ਆ ਤਿੰਨੇ ਇੱਕ ਦੂਸਰੇ ਦੀ ਪੈਰਾਫਰੇਜ਼ਿੰਗ ਹੈ ਜੀ, ਆ ਤਿੰਨੇ ਇੱਕ ਦੂਸਰੇ ਦੀ ਪੈਰਾਫਰੇਜ਼ਿੰਗ। ਨੋਨ ਐਜ਼ ਨੂੰ ਕਾਲਡ ਵੀ ਲਿਖਿਆ ਹੋ ਸਕਦਾ ਜਾਂ ਸਿੱਧਾ ਵੀ ਕਹਿ ਸਕਦਾ ਜੀ ਭਾਈ ਆ ਡੈਸ਼ ਹੁੰਦਾ ਬਸ। ਕਿ ਧਿਆਨ ਨਾਲ ਦੇਖਿਓ ਜੀ, ਕਹਿੰਦੇ ਦਿਸ ਇਜ਼ ਨੋਨ ਐਜ਼ ਡੈਸ਼। ਆਹ ਵਾਲੀ ਲਾਈਨ ਕੀ ਕਹਿੰਦੀ ਸੀ? ਕਹਿੰਦੀ ਬਬਲਸ ਨਿਕਲਦੇ ਆ ਜੀ ਕਿੰਦੇ ਤੋਂ? ਲੋ ਪ੍ਰੈਸ਼ਰ ਤੋਂ ਨਿਕਲਦੇ ਆ, ਉਹ ਕਹਿੰਦੇ ਕਿ ਬਲੇਡਸ ਦੇ ਪਿੱਛੋਂ। ਤੇ ਕਹਿੰਦੇ ਜਿਹੜੀ ਇਹ ਚੀਜ਼ ਹੈ ਕਹਿੰਦੇ ਇਹਨੂੰ ਡੈਸ਼ ਕਹਿ ਦਿੰਦੇ ਆ ਜੀ। ਮੈਨੂੰ ਜਾ ਕੇ ਦੱਸਿਓ ਜੀ ਇਹਨੂੰ ਕੀ ਕਹਿ ਦਿੰਦੇ ਆ ਜੀ। ਆ ਤੁਹਾਡੇ ਸਾਹਮਣੇ ਲੋਕੇਸ਼ਨ ਹੈ ਜੀ, ਤੁਸੀਂ ਇਹਦਾ ਨਾਮ ਲੱਭਣ ਆਏ ਹੋ। ਹੁਣ ਹਰ ਇੱਕ ਚੀਜ਼ ਦਾ ਇੱਕ ਨਾਮ ਹੁੰਦਾ ਨਾ, ਹਰ ਇੱਕ ਪ੍ਰੋਸੈਸ ਦਾ ਨਾਮ ਹੁੰਦਾ ਹੈ। ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸੋ ਵੀ ਇਹ ਚੀਜ਼ ਨੂੰ ਕਹਿੰਦੇ ਕੀ ਆ, ਨਾਮ ਕੀ ਦਿੱਤਾ ਗਿਆ ਜੀ? ਹਾਂਜੀ ਮਿਊਟ ਤੋਂ ਖੋਲਦਾ ਹੀ ਤੁਹਾਨੂੰ। ਹਾਂਜੀ ਸਰ ਕੈਵਿਟੇਸ਼ਨ। ਹਾਂਜੀ, ਬਾਕੀਆਂ ਨੂੰ ਕੀ ਲੱਗ ਰਿਹਾ ਜੀ? sir ਕਹਿੰਦੇ ਜੀ ਇੱਕ ਟੈਕਨੀਕਲ ਡਿਫਿਕਲਟੀ ਆ, ਕੀ ਆ ਹੁੰਦਾ ਇੱਕ ਨਾਮ ਦਿੱਤਾ ਗਿਆ ਕੈਵਿਟੇਸ਼ਨ, ਜਿੱਥੇ ਕਿ ਕਹਿੰਦੇ ਆ ਦੇਖੋ ਬਬਲਸ ਵਾਲੀ ਚੀਜ਼। ਹੁਣ ਮੈਂ ਤੁਹਾਨੂੰ ਪੁੱਛਦਾ ਕਿ ਬਬਲਸ ਵਾਲੀ ਚੀਜ਼ ਸਾਰੀ ਕਿੱਥੇ ਹੁੰਦੀ ਹੈ, ਕਿਹੜੀ ਚੀਜ਼ ਦਾ ਨਾਮ ਦਿੱਤਾ ਗਿਆ ਜੀ? ਫਿਰ ਉਹਨੂੰ ਕੈਵਿਟੇਸ਼ਨ ਦਾ ਨਾਮ ਦਿੱਤਾ ਗਿਆ। ਯਾਨੀ ਕਿ ਕਹਿੰਦੇ ਇੱਕ ਡਿਫਿਕਲਟੀ ਆ ਜੋ ਕਿ ਕੀ ਆ, ਕੈਵਿਟੇਸ਼ਨ ਨਾਮ ਹੁੰਦਾ, ਜਿੱਥੇ ਕੀ ਹੁੰਦਾ ਵਾ, ਜਿੱਥੇ ਬਬਲਸ ਵਗੈਰਾ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਵਾ ਜੀ ਕਹਿੰਦੇ। ਤਾਂ ਹੁਣ ਜੇ ਆਪਾਂ ਇਹਦਾ ਨਾਮ ਲੱਭੀਏ ਕਿ ਇਹਨੂੰ ਕਹਿੰਦੇ ਕੀ ਆ, ਯਾਨੀ ਕਿ ਪ੍ਰੋਸੈਸ ਨੂੰ ਕੀ ਕਹਿੰਦੇ ਆ ਜਿੱਥੇ ਬਬਲਸ ਵਗੈਰਾ ਸਾਰਾ ਕੁਝ ਹੁੰਦਾ, ਤਾਂ ਤੁਸੀਂ ਕਹੋਗੇ ਜੀ ਕੈਵਿਟੇਸ਼ਨ ਕਹਿੰਦੇ ਆ ਜੀ। ਰੀਡਿੰਗ ਚ ਲਿਖਿਆ ਪਿਆ ਕੈਵਿਟੇਸ਼ਨ। ਹਾਂਜੀ, ਤਾਂ ਇਹ ਆਪਣੀ ਜੋ ਡਾਇਗਰਾਮ ਆ ਉਹ ਸਾਰੀ ਡਨ ਹੋ ਗਈ ਜੀ, ਕਿਉਂਕਿ ਲਾਸਟ ਉੱਪਰ ਸੀਗੀ ਤਾਂ ਪੋਸੀਬਿਲਿਟੀ
ਲਾਸਟ ਆਪਣੇ ਕੋਲੇ 3 ਪੈਰਾਗ੍ਰਾਫਸ ਦੇ ਵਿੱਚ ਕਿਤੇ ਤਾਂ ਹੋ ਹੀ ਸਕਦੇ ਸੀਗੇ, ਕਿਤੇ ਨਾ ਕਿਤੇ ਤਾਂ ਹੋ ਹੀ ਸਕਦੇ ਸੀ। ਤੇ ਹੁਣ ਸੇਮ ਚੀਜ਼ ਇਹ ਹੁੰਦੀ ਆ, ਧਿਆਨ ਨਾਲ ਦੇਖਿਓ, ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ, ਜਦੋਂ ਵੀ ਹੈਡਿੰਗਸ ਸਟਾਰਟਿੰਗ ਚੋਂ ਤੇ ਜਿਹੜੀ ਨੀਚੇ ਵਾਲੀ ਟਾਈਪ ਹੁੰਦੀ ਆ, ਟਾਈਪ ਜਿਹੜੀ ਮਰਜ਼ੀ ਹੋਵੇ, ਚਾਹੇ ਟਰੂ ਫਾਲਸ, ਚਾਹੇ ਮਲਟੀਪਲ ਆ, ਚਾਹੇ ਬਲੈਂਕਸ, ਜੋ ਮਰਜ਼ੀ ਹੋ, ਜਦੋਂ ਵੀ ਹੈਡਿੰਗ ਤੋਂ ਨੀਚੇ ਕੋਈ ਟਾਈਪ ਪਈ ਹੋਵੇ, ਕਿਉਂਕਿ ਹੈਡਿੰਗ ਨੇ ਤਾਂ ਸਾਰੀ ਰੀਡਿੰਗ ਕਵਰ ਕਰਨੀ ਹੁੰਦੀ ਆ, ਤਾਂ ਨੀਚੇ ਵਾਲੀ ਟਾਈਪ ਦੀ ਸਟਰੋਂਗ ਪੋਸੀਬਿਲਿਟੀ ਹੁੰਦੀ ਆ ਪਹਿਲੇ 3 ਪੈਰਿਆਂ ਦੇ ਵਿੱਚ ਹੋਣ ਦੀ। ਮੈਨੂੰ ਯੈਸ ਔਰ ਨੋ ਦੱਸੋ, ਏਦਾਂ ਹੀ ਹੁੰਦਾ ਵਾ ਨਾ ਕਿ ਜਦੋਂ ਹੈਡਿੰਗ ਤੋਂ ਨੀਚੇ ਵਾਲੀ ਜਿਹੜੀ ਟਾਈਪ ਆ, ਉਹ ਰੀਡਿੰਗ ਦੀ ਸਟਾਰਟਿੰਗ ਤੋਂ ਹੀ ਸ਼ੁਰੂਆਤ ਹੋਊਗੀ ਇੱਕ ਤਰ੍ਹਾਂ ਦੀ ਉਹਦੀ, ਤੇ ਉਹ ਪਹਿਲੇ 3 ਪੈਰਿਆਂ ਦੇ ਵਿੱਚ ਕਿਤੇ ਵੀ ਸ਼ੁਰੂਆਤ ਹੋ ਸਕਦੀ ਹੈ। ਮੇਰੇ ਕਹਿਣ ਦਾ ਮਤਲਬ, ਤੁਸੀਂ ਕੋਈ 5 ਚੂਜ਼ ਕਰਨੇ ਆ ਤੇ 5 ਦੇ ਵਿੱਚੋਂ ਪਹਿਲੇ 3 ਪੈਰਾਗ੍ਰਾਫ ਦੇ ਵਿੱਚ ਵੀ ਪੱਕਾ ਤੁਹਾਨੂੰ ਮਿਲਣਗੇ, ਭਾਵੇਂ 2 ਮਿਲਣ, ਭਾਵੇਂ 3 ਮਿਲਣ, ਹੋ ਸਕਦਾ 5 ਦੇ 5 ਹੀ ਮਿਲ ਜਾਣ, ਇਹ ਡਿਪੈਂਡ ਕਰਦਾ। ਚਲੋ ਜੀ ਹੁਣ ਜਾ ਕੇ ਦੇਖ ਕੇ ਆਉਂਦੇ ਕੁਐਸਚਨ ਨੂੰ ਧਿਆਨ ਨਾਲ ਪੜ੍ਹਿਓ ਜੀ। ਕੀ ਕਹਿੰਦੇ ਕਹਿੰਦੇ ਵਿੱਚ 5 ਆਫ ਦਾ ਫੋਲੋਇੰਗਸ ਕਲੇਮਸ, ਕਹਿੰਦੇ ਜੀ ਹਾਂਜੀ ਕਲੇਮਸ ਕਿਹਦੇ ਬਾਰੇ, ਟਾਈਡਲ ਪਾਵਰ ਦੇ ਬਾਰੇ। ਟਾਈਡਲ ਪਾਵਰ ਦੇ ਬਾਰੇ ਕਿਹੜੇ 5 ਕਲੇਮਸ ਆ ਜਿਹੜੇ ਰਾਈਟਰ ਨੇ ਦਿੱਤੇ, ਯਾਨੀ ਕਿ ਰਾਈਟਰ ਨੇ ਕਿਹੜੇ 5 ਦਾਅਵੇ ਕੀਤੇ ਆ ਜੀ ਇਹਨੂੰ ਲੈ ਕੇ, ਟਾਈਡਲ ਪਾਵਰ ਨੂੰ ਲੈ ਕੇ। ਚਲੋ ਜੀ ਜਾ ਕੇ ਦੇਖਦੇ। ਪਹਿਲੀ ਗੱਲ ਤਾਂ ਆਪਾਂ ਥੋੜਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਆਪਾਂ ਨਾਲੇ ਪਤਾ ਲੱਗ ਜੂ ਜੀ ਕਿੱਥੇ ਜੇ ਗੱਲ ਹੋਈ। ਸਟਾਰਟਿੰਗ ਚ ਤਾਂ ਤੁਸੀਂ ਦੇਖੋ ਜੀ, ਸਟਾਰਟਿੰਗ ਚ ਜਾ ਕੇ ਦੇਖੋ ਤਾਂ ਇਦਾਂ ਦਾ ਕੰਮ ਹੀ ਲਿਖਿਆ ਪਿਆ ਬਈ ਇਹ ਕੀ ਚੀਜ਼ ਆ, ਬਿਜਲੀ ਪੈਦਾ ਕਰਦੀ ਹੈ ਜੀ। ਸਟਿਲ ਇਹ ਹੁਣ ਵੀ ਕਹਿੰਦੇ ਬਹੁਤ ਛੇਤੀ ਆ, ਜੇ ਆਪਾਂ ਪ੍ਰੈਡਿਕਟ ਕਰੀਏ ਤਾਂ ਜਿਹੜਾ ਇਹਦਾ ਪ੍ਰਭਾਵ ਆ ਜੀ, ਹਾਲੇ ਇੱਥੇ ਜਸਟ ਲਿਖਿਆ ਪਿਆ ਵਾਟ ਇਜ਼ ਟਾਈਡਲ ਪਾਵਰ, ਤੇ ਕਹਿੰਦੇ ਜੀ ਕੀ ਕੀ ਇਹਦੇ ਪ੍ਰਭਾਵ ਹੋ ਸਕਦੇ ਆ, ਤੇ ਫਿਊਚਰ ਨੂੰ ਲੈ ਕੇ ਗੱਲ ਜਾ ਕੇ ਦੇਖਦੇ ਕੀ ਰਾਈਟਰ ਨੇ ਟਾਈਡਲ ਪਾਵਰ ਦੇ ਬਾਰੇ, ਯਾਨੀ ਕਿ ਗੱਲਾਂ ਲੱਭਣ ਆਏ ਹੋ ਤੁਸੀਂ ਟਾਈਡਲ ਪਾਵਰ ਦੇ ਬਾਰੇ। ਦਾਅਵੇ ਮੀਨਸ ਜਿਹੜੀਆਂ ਆਪਾਂ ਗੱਲਾਂ ਕਰਦੇ ਹੁੰਦੇ ਆ ਜੀ, ਤਾਂ ਧਿਆਨ ਨਾਲ ਦੇਖਿਓ ਜੀ। ਸੇਮ ਪ੍ਰਿੰਸੀਪਲ ਕਿਹਨੂੰ ਕਹਿ ਰਿਹਾ ਜੀ, ਟਾਈਡਲ ਪਾਵਰ ਨੂੰ ਕਹਿ ਰਹੇ ਆ ਜੀ। ਸੇਮ ਪ੍ਰਿੰਸੀਪਲ ਤੇ ਕਹਿੰਦੇ ਕੰਮ ਕਰ ਰਿਹਾ, ਜਿਵੇਂ ਕਿ ਕਹਿੰਦੇ ਟਰਬਾਈਨ, ਜਿਵੇਂ ਵਿੰਡ ਟਰਬਾਈਨਸ ਆ। ਧਿਆਨ ਨਾਲ ਦੇਖੋ ਜੀ, ਸੇਮ ਪ੍ਰਿੰਸੀਪਲ ਤੇ ਕੰਮ ਕਰ ਰਿਹਾ ਵਾ, ਕਹਿੰਦੇ ਜੀ ਜਿਵੇਂ ਕਿ ਵਿੰਡ ਟਰਬਾਈਨ ਹੁੰਦੀ ਆ, ਜਿਹੜੀ ਸੀ ਟਰਬਾਈਨ ਹੁੰਦੀ ਆ ਕਮਸ ਫਰੋਮ, ਇਹ ਕਿੱਥੋਂ ਹੁੰਦੀ ਹੈ ਜੀ, ਕਹਿੰਦੇ ਟਾਈਡਲ ਕਰੰਟ, ਪਾਣੀ ਚੋਂ ਜਿਹੜਾ ਕਰੰਟ ਪੈਦਾ ਹੁੰਦਾ, ਬਲੇਡ ਟਰਨ ਹੁੰਦੇ ਆ ਜੀ ਕਹਿੰਦੇ। ਬਟ ਕਹਿੰਦੇ ਜੀ ਕਿ ਵਿੰਡ ਦੇ ਵਾਂਗੂ ਨਹੀਂ, ਇਹਦਾ ਮਤਲਬ ਹੁੰਦਾ ਨੋਟ ਲਾਈਕ, ਧਿਆਨ ਨਾਲ ਨੋਟ ਕਰ ਲਓ ਜੀ ਇਹਨੂੰ, ਨੋਟ ਲਾਈਕ ਵਿੰਡ, ਵਿੰਡ ਦੇ ਵਾਂਗੂ ਨਹੀਂ ਕਹਿੰਦੇ। ਕਹਿੰਦੇ ਟਾਈਡਸ ਪ੍ਰੈਡਿਕਟੇਬਲ ਆ, ਤੇ ਪਾਵਰ ਜਿਹੜੀ ਹੈਗੀ ਆ ਇਹਦੀ ਉਹ ਕਨਸਟੈਂਟ ਆ। ਇਹਦਾ ਮਤਲਬ ਕੀ ਨਿਕਲਿਆ, ਵਿੰਡ ਪ੍ਰੈਡਿਕਟੇਬਲ ਹੀ ਨਹੀਂ ਹੁੰਦੀ ਬਿਲਕੁਲ ਜੀ, ਹਵਾ ਕਦੋਂ ਚੱਲਣੀ ਆ ਆਪਾਂ ਪਤਾ ਥੋੜੀ ਲਾ ਸਕਦੇ। ਰਾਈਟਰ ਕਹਿ ਰਿਹਾ ਵਾ, ਹੁਣ ਧਿਆਨ ਨਾਲ ਦੇਖਿਓ, ਉਹ ਟਿੰਡਲ ਪਾਵਰ ਦੀਆਂ ਯਾਨੀ ਕਿ ਗੱਲਾਂ ਕਰੀ ਜਾਂਦਾ ਵਾ ਜੀ, ਤੇ ਤੁਸੀਂ ਵੀ ਕੀ ਲੱਭਣ ਆਏ ਹੋ, ਤੁਸੀਂ ਦਾਅਵੇ ਲੱਭਣ ਆਏ ਹੋ ਵੀ ਕਿਹੜੇ ਦਾਅਵੇ ਕੀਤੇ ਗਏ ਆ ਟਾਈਡਲ ਪਾਵਰ ਦੇ ਦੁਆਰਾ, ਸੌਰੀ ਯਾਨੀ ਕਿ ਟਾਈਡਲ ਪਾਵਰ ਦੇ ਬਾਰੇ। ਤਾਂ ਧਿਆਨ ਨਾਲ ਦੇਖਿਓ ਕਿ ਪਹਿਲੇ ਪੈਰੇ ਵਿੱਚ ਮੈਨੂੰ ਸ਼ੱਕ ਪੈਣ ਲੱਗੀ ਕਿ ਤੇ ਟਾਈਡਲ ਪਾਵਰ ਦੀਆਂ ਗੱਲਾਂ ਹੋਈ ਜਾਂਦੀਆਂ ਜੀ। ਧਿਆਨ ਨਾਲ ਦੇਖੋ ਸਾਰੇ ਪੈਰੇ ਦੇ ਵਿੱਚ ਗੱਲਾਂ ਹੋਈ ਜਾਂਦੀਆਂ ਜੀ। ਇੱਥੇ ਗਾਂ ਜਾ ਕੇ ਕੀ ਕਹੀ ਜਾਂਦੇ ਆ, ਗਾਂ ਜਾ ਕੇ ਟਾਈਡਲ ਦੀ ਯਾਨੀ ਕਿ ਜਗ੍ਹਾ ਨੂੰ ਲੈ ਕੇ ਗੱਲ ਕੀਤੀ ਗਈ ਆ, ਪਲੇਸ। ਗਾਂ ਜਾ ਕੇ ਕੀ ਕਿਹਾ ਵਾ, ਗਾਂ ਜਾ ਕੇ ਯਾਨੀ ਕਿ ਡਿਜ਼ਾਈਨ ਦੇ ਬਾਰੇ ਗੱਲ ਕੀਤੀ ਗਈ ਹੈ। ਗਾਂ ਜਾ ਕੇ ਹੁਣ ਉਹ ਬਣ ਗਈ, ਪੂਰੀ ਤਿਆਰ ਹੋ ਗਈ, ਉਹਦੇ ਬਾਰੇ ਦੱਸਿਆ ਗਿਆ ਵਾ ਜੀ। ਇਹਦਾ ਮਤਲਬ ਸਟਾਰਟਿੰਗ ਚੋਂ ਦੱਸ ਰਿਹਾ ਕਿ ਟਾਈਡਲ ਪਾਵਰ ਕੀ ਆ, ਕਿਵੇਂ ਕੰਮ ਕਰਦੀ, ਕਿਵੇਂ ਨਹੀਂ। ਤੁਹਾਨੂੰ ਪਹਿਲੀ ਲਾਈਨ ਚੋਂ ਆਪਾਂ ਨੂੰ ਕੀ ਪਤਾ ਲੱਗਿਆ ਜੀ, ਪਹਿਲ ਚੋਂ ਪਤਾ ਲੱਗਿਆ ਕਿ ਜੀ ਇਹ ਵਿੰਡ ਦੇ ਵਾਂਗੂ ਨਹੀਂ, ਕਿਉਂਕਿ ਵਿੰਡ ਤਾਂ ਪ੍ਰੈਡਿਕਟੇਬਲ ਨਹੀਂ ਹੈਗੀ, ਟਾਈਡਸ ਕਹਿੰਦੇ ਪ੍ਰੈਡਿਕਟੇਬਲ ਆ ਜੀ, ਤੇ ਕਨਸਟੈਂਟ ਇੱਟਾਂ ਦੇ ਵਿੱਚ ਇਨਪੁੱਟ ਜਿਹੜੀ ਹੁੰਦੀ ਆ ਉਹ ਕਨਸਟੈਂਟ ਹੁੰਦੀ ਹੈ ਜੀ। ਤਾਂ ਕਹਿੰਦੇ ਜਿਹੜੀ ਇਹ ਟੈਕਨੋਲੋਜੀ ਆ, ਦਾ ਟੈਕਨੋਲੋਜੀ ਰੇਜ਼ਸ ਦਾ ਪ੍ਰੋਸਪੈਕਟ, ਪ੍ਰੋਸਪੈਕਟ ਹੁੰਦਾ ਫਿਊਚਰ ਪ੍ਰੋਬੇਬਿਲਿਟੀ, ਫਿਊਚਰ ਪੋਸੀਬਿਲਿਟੀ। ਇਹ ਟੈਕਨੋਲੋਜੀ ਦੇ ਨਾਲ ਫਿਊਚਰ ਪੋਸੀਬਿਲਿਟੀ ਪੈਦਾ ਹੁੰਦੀ ਜੀ ਕਿਹਦੀ, ਬ੍ਰਿਟੇਨ ਦੀ, ਬਿਕਮਿੰਗ ਸੈਲਫ ਸਫੀਸ਼ੀਐਂਟ। ਇਹ ਪੋਸੀਬਿਲਿਟੀ ਹੈ ਕਿ ਬ੍ਰਿਟੇਨ ਸੈਲਫ ਸਫੀਸ਼ੀਐਂਟ ਬਣ ਜਾਊਗਾ ਕਿਹਦੇ ਵਿੱਚ, ਰੀਨਿਊਏਬਲ એનર્ਜੀ, ਕਿਉਂਕਿ ਬ੍ਰਿਟੇਨ ਇਹਨੂੰ ਯੂਜ਼ ਕਰ ਰਿਹਾ ਹੋਊਗਾ ਜੀ, ਤੇ ਉਹ ਵਾਰੀ-ਵਾਰੀ ਇਹ ਯਾਨੀ ਕਿ એનર્ਜੀ ਨੂੰ ਪੈਦਾ ਕਰ ਸਕਦਾ ਵਾ, ਤੇ ਡਰਾਸਟਿਕਲੀ ਰਿਡਿਊਸਿੰਗ, ਤੇ ਕੀ ਰਿਡਿਊਸ ਕਰ ਸਕਦਾ ਜੀ, ਕਾਰਬਨ ਡਾਈਆਕਸਾਈਡ ਐਮਿਸ਼ਨ ਨੂੰ ਰਿਡਿਊਸ ਕਰ ਸਕਦਾ। ਜੇ ਕਹਿੰਦੇ ਟਾਈਡ, ਵਿੰਡ
ਤੇ ਵੇਵ, ਇਹ ਤਿੰਨੇ ਪਾਵਰਸ ਜਿਹੜੀਆਂ ਹੈਗੀਆਂ ਵਾ ਜੇ ਡਿਵੈਲਪਡ ਕੀਤੀਆਂ ਜਾਂਦੀਆਂ ਵਾ ਤਾਂ ਬ੍ਰਿਟੇਨ ਵੁੱਡ ਬੀ ਏਬਲ ਟੂ, ਬ੍ਰਿਟੇਨ ਯੋਗ ਹੋਊਗਾ ਜੀ ਕਹਿੰਦੇ ਕਲੋਜ਼ ਕਰਨ ਦੇ। ਕਿਹੜੀ ਚੀਜ਼ ਕਲੋਜ਼ ਕਰਨ ਦੇ? ਗੈਸ ਵੀ ਵਰਤਣੀ ਛੱਡ ਦੂਗਾ, ਕੋਲਾ ਵੀ, ਨਿਊਕਲੀਅਰ ਪਾਵਰ ਪਲਾਂਟਸ ਵੀ, ਤੇ ਕਹਿੰਦਾ ਜੀ ਬਾਹਰ ਭੇਜਣ ਲੱਗ ਜੂਗਾ। ਬਾਹਰ ਕੀ ਭੇਜਣ ਲੱਗ ਜੂਗਾ? ਰੀਨਿਊਏਬਲ ਪਾਵਰ, ਬਾਕੀਆਂ ਯਾਨੀ ਕਿ ਬਾਕੀ ਯੂਰਪ ਪਾਰਟਸ ਦੇ ਵਿੱਚ ਵੀ ਉਹ ਭੇਜਣ ਲੱਗ ਜੂਗਾ ਜੀ। ਤੇ ਕਹਿੰਦੇ ਵਿੰਡ ਪਾਵਰ ਦੇ ਵਾਂਗੂ ਨਹੀਂ, ਦੇਖੋ ਇੱਥੇ ਟਾਈਡਲ ਦਾ ਕੰਪੇਅਰ ਕਰਾਇਆ ਗਿਆ, ਗੱਲਾਂ ਮਾਰੀਆਂ ਗਈਆਂ ਉਹਦੇ ਬਾਰੇ। ਕਹਿੰਦੇ ਵਿੰਡ ਪਾਵਰ ਦੇ ਵਾਂਗੂ ਨਹੀਂ, ਜਿਹੜੀ ਕਿ ਕਹਿੰਦੇ ਬ੍ਰਿਟੇਨ ਨੇ ਸਭ ਤੋਂ ਪਹਿਲਾਂ ਡਿਵੈਲਪ ਕੀਤੀ ਸੀਗੀ, ਯਾਨੀ ਕਿ ਰੀਜਨਲੀ ਡਿਵੈਲਪ ਕੀਤੀ ਸੀ ਤੇ ਬਾਅਦ ਦੇ ਵਿੱਚੋਂ ਛੱਡਤੀ ਸੀ। ਇਹਦਾ ਮਤਲਬ ਹੁੰਦਾ ਲੀਵ ਕਰਨ, ਛੱਡਤੀ ਸੀਗੀ 20 ਸਾਲਾਂ ਚ। ਤੇ ਬਾਅਦ ਚੋਂ ਕਹਿੰਦੇ ਉਹਨੇ ਯਾਨੀ ਕਿ ਇੱਕ ਤਰ੍ਹਾਂ ਦੀ ਪਰਮਿਸ਼ਨ ਦੇਤੀ ਜੀ, ਯੋਗ ਬਣਾਤਾ ਡੱਚ ਟੂ ਮੇਕ ਇਟ ਉਹ ਕਹਿੰਦੇ ਕਿ ਮੇਜਰ ਇੰਡਸਟਰੀ। ਚਲੋ ਜਾ ਕੇ ਦੇਖ ਕੇ ਆਉਨੇ ਜੀ। ਇੱਥੇ ਆਪਾਂ ਨੂੰ ਟਾਈਡਲ ਪਾਵਰ ਦੇ ਬਾਰੇ ਕਾਫੀ ਗੱਲਾਂ ਪਤਾ ਲੱਗੀਆਂ ਕਿ ਜੀ ਇਹ ਪ੍ਰੈਡਿਕਟੇਬਲ ਹੋ ਸਕਦੀ ਆ, ਕਨਸਟੈਂਟ ਸਪਲਾਈ ਹੁੰਦੀ ਹੈ ਇੱਕ ਤਰ੍ਹਾਂ ਦੀ ਜੀ। ਅੱਗੇ ਜਾ ਕੇ ਲਿਖਿਆ ਜੀ ਯਾਨੀ ਕਿ ਟੈਕਨੋਲੋਜੀ ਦੇ ਨਾਲ ਬ੍ਰਿਟੇਨ ਸੈਲਫ ਸਫੀਸ਼ੀਐਂਟ ਬਣ ਸਕਦਾ, ਕਾਰਬਨ ਡਾਈਆਕਸਾਈਡ ਘਟਾਈ ਜਾ ਸਕਦੀ ਹੈ ਜੀ, ਤੇ ਬਾਕੀ ਚੀਜ਼ਾਂ ਤੋਂ ਵੀ ਕੱਟ ਆਫ ਕੀਤਾ ਜਾ ਸਕਦਾ ਜੀ। ਚਲੋ ਜੀ ਜਾ ਕੇ ਦੇਖੀਏ, ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸੋ ਕਿ ਕੀ ਕੋਈ ਮੈਚ ਹੋ ਰਿਹਾ। ਫਿਰ ਆਪਾਂ ਬੀ ਜਾ ਕੇ ਪੜਾਂਗੇ, ਬੀ ਚੋਂ ਵੀ ਜੇ ਆਪਾਂ ਨੂੰ ਇੱਕ ਅੱਧਾ ਮਿਲਿਆ, ਕਿਉਂਕਿ ਦਾਅਵੇ ਤਾਂ ਬਹੁਤ ਕੀਤੇ ਗਏ ਆ ਜੀ, ਕੋਈ ਤਾਂ ਮਿਲੂਗਾ ਨਾ ਦਾਵਾ, ਤੇ ਜੇ ਨਾ ਮਿਲਿਆ ਫਿਰ ਬੀ ਤੇ ਸੀ ਪੜਾਂਗੇ ਜੀ ਆਪਾਂ। ਕਿਉਂਕਿ ਦੇਖੋ ਨਾ 5 ਆ ਇਹ, ਕਿਉਂਕਿ ਇਹ ਟਾਈਪ ਕਰਨ ਤੋਂ ਬਾਅਦ ਚੋਂ ਕੱਲੀਆਂ ਹੈਡਿੰਗਸ ਰਹਿ ਜਾਣੀਆਂ ਤੁਹਾਡੀ। ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸਿਓ ਜੀ, ਕੀ ਤੁਹਾਨੂੰ ਕੋਈ ਮਿਲ ਰਿਹਾ ਜੀ? ਧਿਆਨ ਨਾਲ ਦੇਖਿਓ, ਪਹਿਲੇ ਵਿੱਚ ਕਹਿੰਦੇ ਕਿ ਇਹ ਜ਼ਿਆਦਾ ਰਿਲਾਇਬਲ ਸੋਰਸ ਆ, ਇਹ ਜ਼ਿਆਦਾ ਭਰੋਸੇਯੋਗ ਆ ਵਿੰਡ ਪਾਵਰ ਦੇ ਨਾਲੋਂ, ਡੈਫੀਨੇਟਲੀ ਗੱਲ ਹੋਈ ਹੈ ਜੀ। ਉੱਥੇ ਲਿਖਿਆ ਪਿਆ ਸੀ ਜ਼ਿਆਦਾ ਪ੍ਰੈਡਿਕਟੇਬਲ ਆ, ਜਿਹਦੀ ਚੀਜ਼ ਪ੍ਰੈਡਿਕਟੇਬਲ ਜ਼ਿਆਦਾ ਹੋਵੇ, ਜਿਹਦੇ ਬਾਰੇ ਆਪਾਂ ਪਹਿਲਾਂ ਹੀ ਪਤਾ ਲਾ ਸਕਦੇ ਹੋਈਏ, ਉਹਦੇ ਬਾਰੇ ਆਪਾਂ ਨੂੰ ਪਤਾ ਹੋਊਗਾ ਨਾ। ਦੂਜੇ ਪਾਸੇ ਵਿੰਡ ਤਾਂ ਪ੍ਰੈਡਿਕਟੇਬਲ ਹੀ ਨਹੀਂ ਸੀ, ਇਹਦਾ ਮਤਲਬ ਟਿੰਡਲ ਜੋ ਟਾਈਡਲ ਪਾਵਰ ਆ ਉਹ ਵਿੰਡ ਦੇ ਨਾਲ ਤਾਂ ਫਿਰ ਜ਼ਿਆਦਾ ਰਿਲਾਇਬਲ ਹੋਈ ਨਾ, ਕਿਉਂਕਿ ਉਹ ਪ੍ਰੈਡਿਕਟੇਬਲ ਜ਼ਿਆਦਾ ਵਾ ਜੀ। ਆਪਾਂ ਨੂੰ ਪਤਾ ਲੱਗ ਸਕਦਾ ਕਿ ਫਿਊਚਰ ਦੇ ਵਿੱਚ ਕਿੰਨੀ ਕੁ ਪੈਦਾ ਹੋਊਗੀ, ਕਿੰਨੀ ਕੁ ਨਹੀਂ ਪੈਦਾ ਹੋਊਗੀ। ਵਿੰਡ ਦਾ ਤਾਂ ਪਤਾ ਹੀ ਨਹੀਂ ਜਮਾਂ ਵੀ। ਤਾਂ ਪਹਿਲਾਂ ਆਪਣਾ ਮੈਚ ਹੋ ਗਿਆ। ਇਹ ਕਹਿੰਦੇ ਰਿਪਲੇਸ ਕਰ ਦੂਗੀ ਸਾਰੇ ਜਿਹੜੇ ਦੂਸਰੀਆਂ ਫਾਰਮਸ ਹੈਗੀਆਂ ਜੀ। ਧਿਆਨ ਨਾਲ ਦੇਖਿਓ ਜੀ, ਇਹ ਚੀਜ਼ ਕਹਿੰਦੇ ਜੀ ਰਿਪਲੇਸ ਕਰ ਦੂਗੀ ਸਾਰੀਆਂ ਜਿੰਨੀਆਂ ਵੀ ਫਾਰਮਸ ਹੈਗੀਆਂ ਵਾ ਹੋਰ એનર્ਜੀ ਦੀਆਂ। ਕਹਿੰਦੇ ਕਿਹਦੇ ਵਿੱਚ ਜੀ? ਕਹਿੰਦੇ ਕਿ ਬ੍ਰਿਟੇਨ ਦੇ ਵਿੱਚ। ਧਿਆਨ ਨਾਲ ਜਾ ਕੇ ਦੇਖਦੇ ਹਾਂ ਜੀ, ਰਿਪਲੇਸ ਕਰ ਦੂਗੀ ਸਾਰੀਆਂ ਫਾਰਮਸ ਨੂੰ ਜੀ। ਧਿਆਨ ਨਾਲ ਦੇਖਿਓ, ਆਪਾਂ ਚੱਲਦੇ ਹਾਂ ਜੀ ਪੈਰੇ ਦੇ ਉੱਪਰ। ਪੈਰੇ ਨੇ ਆਪਾਂ ਨੂੰ ਕਿਹਾ ਸੀਗਾ ਜੀ, ਜੇ ਕਹਿੰਦੇ ਟਾਈਡ, ਵਿੰਡ, ਵੇਵ, ਇਹ ਤਿੰਨੇ ਕਹਿੰਦੇ ਜੀ ਰਲਦੀਆਂ ਵਾਤਾਂ, ਫਿਰ ਕਹਿੰਦੇ ਬ੍ਰਿਟੇਨ ਹਾਂਜੀ ਕਾਹਦੇ ਯੋਗ ਹੋ ਜਾਊਗਾ? ਗੈਸ, ਕੋਲਾ ਤੇ ਨਿਊਕਲੀਅਰ ਪਲਾਂਟ ਵਗੈਰਾ ਨੂੰ ਕਲੋਜ਼ ਕਰ ਦੂਗਾ। ਪਰ ਉਹਦੇ ਲਈ ਤਿੰਨਾਂ ਦੀ ਲੋੜ ਆ, ਟਾਈਡਲ ਦੀ ਵੀ ਲੋੜ ਆ, ਵਿੰਡ ਦੀ ਵੀ ਲੋੜ ਆ, ਤੇ ਵੇਵ ਵਾਲੀ ਦੀ ਵੀ ਲੋੜ ਆ। ਤੇ ਤੁਹਾਨੂੰ ਕੀ ਕਿਹਾ ਜੀ ਇਹਨੇ ਕੁਐਸਚਨ ਨੇ? ਇਹ ਕੱਲਾ ਕਹੀ ਜਾਂਦਾ ਕੱਲਾ ਟਾਈਡਲ, ਕਹਿੰਦੇ ਕੱਲਾ ਟਾਈਡਲ ਹੀ ਸਾਰਿਆਂ ਨੂੰ ਰਿਪਲੇਸ ਕਰ ਦੂਗਾ। ਨਹੀਂ ਜੀ, ਇੱਥੇ ਮੈਨੂੰ ਕ੍ਰੋਸ ਲਾਉਣਾ ਪੈਣਾ। ਧਿਆਨ ਨਾਲ ਦੇਖਿਓ ਮੈਂ ਕ੍ਰੋਸ ਕਿਉਂ ਲਾਇਆ ਵਾ, ਤੁਸੀਂ ਸ਼ਾਇਦ ਕਾਲੀ ਦੇ ਵਿੱਚ ਲਾ ਵੀ ਜਾਣਾ ਸੀਗਾ ਬੀ ਵੀ। ਕੱਲੀ ਟਾਈਡਲ ਨੇ ਨਹੀਂ ਕਰਨਾ, ਉਹ ਤਿੰਨਾਂ ਨੇ ਰਲ ਕੇ ਕਰਨਾ। ਅੱਗੇ ਕਹਿੰਦੇ ਜੀ ਇਹਦੀ ਜਿਹੜੀ ਇੰਟਰੋਡਕਸ਼ਨ ਹੋਈ ਸੀਗੀ, ਹੈਜ਼ ਕਮ ਐਜ਼ ਅ ਰਿਜ਼ਲਟ ਆਫ ਪਬਲਿਕ ਪ੍ਰੈਸ਼ਰ ਕਰਕੇ, ਯਾਨੀ ਕਿ ਇਹ ਚੀਜ਼ ਦੀ ਖੋਜ ਹੋਈ। ਕਿਤੇ ਨਹੀਂ ਲਿਖਿਆ ਜੀ ਇਹ ਹਲੇ ਤੱਕ। ਕਹਿੰਦੇ ਜੀ ਇਹ ਕੱਟ ਡਾਊਨ ਕਰ ਦੂਗੀ। ਕੀ ਕੱਟ ਡਾਊਨ ਕਰ ਦੂ? ਜਿਹੜਾ ਹਵਾ ਦਾ ਪੋਲਿਊਸ਼ਨ ਆ। ਉੱਥੇ ਲਿਖਿਆ ਪਿਆ ਸੀਗਾ ਕਾਰਬਨ ਡਾਈਆਕਸਾਈਡ ਦੀ ਮਾਤਰਾ ਘਟਾ ਦੂਗੀ ਹਵਾ ਦੇ ਵਿੱਚੋਂ। ਬਿਲਕੁਲ ਜੀ, ਜਦੋਂ ਹਵਾ ਚੋਂ ਕਾਰਬਨ ਡਾਈਆਕਸਾਈਡ ਹੀ ਨਿਕਲ ਜਾਵੇ, ਤੁਸੀਂ ਡੇਲੀ ਬੇਸਿਸ ਤੇ ਟਾਸਕ 2 ਪੜ੍ਹਦੇ ਹੋ, ਤੁਹਾਨੂੰ ਪਤਾ ਕਿ ਹਵਾ ਦੇ ਵਿੱਚ CO2 ਮਿਲ ਰਹੀ ਹੈ ਤੇ ਹਵਾ ਗੰਦੀ ਹੋ ਰਹੀ ਹੈ। ਨੈਚੁਰਲ ਜੀ ਗੱਲ ਹੈ, ਜੇ CO2 ਵਾਲੀ ਚੀਜ਼ ਹੀ ਘਟ ਜੂਗੀ ਤਾਂ ਫਿਰ ਤਾਂ ਉਹ ਜਿਹੜਾ ਪੋਲਿਊਸ਼ਨ ਤਾਂ ਕੱਟ ਡਾਊਨ ਆਪੇ ਹੀ ਹੋ ਜਾਊਗਾ ਜੀ। ਤਾਂ ਇਹ ਡੀ ਵੀ ਮੈਚ ਹੋ ਗਿਆ ਜੀ ਹੁਣ ਤੱਕ। ਪਹਿਲਾ ਮੈਚ ਹੋਇਆ ਸਭ ਤੋਂ, ਫਿਰ ਡੀ ਮੈਚ ਹੋਇਆ। ਕਹਿੰਦੇ ਜੀ ਇਹ ਕੰਟਰੀਬਿਊਟ ਜਾਨ ਕੀ ਕਰਦੀ ਹੈ ਜੀ, ਕਹਿੰਦੇ ਟੂ ਕਲੋਜ਼ਰ ਆਫ ਮੈਨੀ, ਕਹਿੰਦੇ ਜਿਹੜੀਆਂ ਕਾਫੀ ਹੁਣ ਪਾਵਰ ਸਟੇਸ਼ਨ ਬ੍ਰਿਟੇਨ ਦੇ ਵਿੱਚ ਲੱਗੇ ਹੋਏ ਆ ਨਾ, ਕਹਿੰਦੇ ਜੀ ਉਹਨਾਂ ਦੇ ਬਾਰੇ ਜੀ ਇਹ ਕੱਟ ਆਫ ਕਰ ਦੂਗੀ ਜੀ।
ਯਾਨੀ ਕਿ ਜਿਹੜੇ ਬਾਕੀ ਕਹਿੰਦੇ ਜੀ ਬ੍ਰਿਟੇਨ ਦੇ ਵਿੱਚ ਚੀਜ਼ਾਂ ਲੱਗੀਆਂ ਹੋਈਆਂ ਵਾ ਉਹਨਾਂ ਨੂੰ ਕਹਿੰਦੇ ਕਲੋਜ਼ਰ ਕਰ ਦੂਗੀ। ਧਿਆਨ ਨਾਲ ਜਾ ਕੇ ਦੇਖ ਕੇ ਆਉਂਦੇ ਹਾਂ ਕਿ ਬ੍ਰਿਟੇਨ ਦੇ ਵਿੱਚ ਜਿਹੜੀਆਂ ਚੀਜ਼ਾਂ ਹੈ ਜੀ ਉਹਨਾਂ ਨੂੰ ਇਹ ਕਲੋਜ਼ਰ ਕਰ ਦੂਗੀ ਜੀ। ਹਾਂਜੀ, ਇਹ ਆਪਾਂ ਲਾਸਟ ਲਾਈਨ ਨਹੀਂ ਪੜ੍ਹੀ ਜੀ ਇੱਥੋਂ, ਬ੍ਰਿਟੇਨ ਵਾਲੀ ਲੱਭਦੇ ਜੀ ਆਪੇ। ਹਾਂਜੀ ਬਿਲਕੁਲ ਇੱਥੇ ਲਿਖਿਆ ਪਿਆ ਜੀ। ਪਰ ਤਾਂ ਤਿੰਨੇ ਲਿਖ ਕਹਿੰਦੇ ਜੀ ਟਾਈਡ ਹੋ ਗਿਆ, ਵਿੰਡ ਹੋ ਗਿਆ ਤੇ ਵੇਵ ਪਾਵਰ ਹੋ ਗਿਆ। ਜੇ ਸਾਰੀਆਂ ਡਿਵੈਲਪ ਕੀਤੀਆਂ ਜਾਂਦੀਆਂ ਵਾ ਤਾਂ ਬ੍ਰਿਟੇਨ ਕਹਿੰਦੇ ਯੋਗ ਹੋ ਜਾਊਗਾ ਜੀ ਕਾਹਦਾ ਜੀ, ਗੈਸ, ਕੋਲ ਤੇ ਨਿਊਕਲੀਅਰ ਪਾਵਰ ਪਲਾਂਟਸ ਨੂੰ ਕੀ ਕਰਨ ਦੇ ਜੀ, ਕਲੋਜ਼ਰ ਕਰਨ ਦੇ ਜੀ। ਤੇ ਉਹ ਜੋ ਜਾਨੀ ਕਿ ਰੀਨਿਊਏਬਲ ਪਾਵਰ ਨੂੰ ਕੀ ਕਰੂਗਾ, ਹੋਰ ਪਾਰਟਸ ਦੇ ਵਿੱਚ ਭੇਜੂ। ਤੇ ਗਾਂ ਜਾ ਕੇ ਲਿਖਿਆ ਪਿਆ ਜੀ ਕਿ ਵਿੰਡ ਪਾਵਰ ਦੇ ਵਾਂਗੂ ਨਹੀਂ ਕਹਿੰਦੇ, ਜਿਹੜੀ ਕਿ ਬ੍ਰਿਟੇਨ ਨੇ ਪੈਦਾ ਕੀਤੀ ਸੀਗੀ ਬਾਅਦ ਚੋਂ ਛੱਡਤੀ ਸੀ 20 ਸਾਲਾਂ ਦੇ ਲਈ ਜੀ। ਕਹਿੰਦੇ ਜਿਹੜੀਆਂ ਟਰਬਾਈਨਸ ਹੈਗੀਆਂ would become ਓਕੇ ਜਾਨੀ ਕਿ ਬਿਗ ਐਕਸਪੋਰਟ, ਕਹਿੰਦੇ ਇਹ ਸਭ ਤੋਂ ਵੱਡੀ ਜਾਨੀ ਕਿ ਪੈਸਾ ਕਮਾਉਣ ਵਾਲੀ ਚੀਜ਼ ਬਣ ਸਕਦੀ ਆ ਬਾਕੀ ਨੇਸ਼ਨਸ ਦੇ ਲਈ। ਤੇ ਇੱਥੇ ਆਪਾਂ ਨੂੰ ਕੀ ਕਿਹਾ ਜੀ, ਕਿੰਨੇ ਧਿਆਨ ਨਾਲ ਦੇਖਿਓ ਜੀ, ਇੱਥੇ ਆਪਾਂ ਨੂੰ ਕਿਹਾ ਜੀ ਕਹਿੰਦੇ ਜੀ ਇਹ ਕੰਟਰੀਬਿਊਟ ਕਰ ਸਕਦੀ ਆ। ਧਿਆਨ ਨਾਲ ਦੇਖਿਓ ਜੀ, ਬਿਲਕੁਲ ਬਿਲਕੁਲ ਠੀਕ ਹੈ ਜੀ, ਧਿਆਨ ਨਾਲ ਦੇਖਿਓ ਜੀ। ਤੁਹਾਡੇ ਬੀ ਚ ਕੀ ਕਿਹਾ ਸੀ ਜੀ ਉਹਨਾਂ ਨੇ, ਪਹਿਲਾਂ ਬੀ ਪੜਿਓ ਧਿਆਨ ਨਾਲ। ਕਹਿੰਦੇ ਜੀ ਇਹ ਰਿਪਲੇਸ ਕਰੂਗੀ ਜਿੰਨੀਆਂ ਵੀ ਬਾਕੀ ਸਾਰੀਆਂ ਫਾਰਮਸ એનર્ਜੀ ਦੀਆਂ ਹੈਗੀਆਂ। ਰਿਪਲੇਸ ਕੱਲੀ ਰਲ ਕੇ ਨਹੀਂ ਕਰੂਗੀ, ਰਿਪਲੇਸ ਕਰਨ ਦੇ ਲਈ ਬਾਕੀ ਚੀਜ਼ਾਂ ਵੀ ਵਿੱਚ ਹੈਗੀਆਂ ਵਾ ਜੀ, ਤਾਂ ਕਰਕੇ ਆਪਾਂ ਉਹਨੂੰ ਕ੍ਰੋਸ ਕਰਤਾ ਸੀਗਾ। ਹੁਣ ਧਿਆਨ ਨਾਲ ਦੇਖਿਓ ਜੀ, ਇਹਦੇ ਵਿੱਚ ਆਪਾਂ ਨੂੰ ਕਹਿੰਦੇ ਜੀ ਇਹ ਕੰਟਰੀਬਿਊਟ ਪਾ ਸਕਦੀ, ਯੋਗਦਾਨ ਪਾ ਸਕਦੀ ਹੈ। ਬਿਲਕੁਲ ਜੀ, ਉਹਦੇ ਵਿੱਚ ਲਿਖਿਆ ਪਿਆ, ਤਿੰਨ ਲਿਖੀਆਂ ਪਈਆਂ ਸੀ, ਟਾਈਡ ਹੋ ਗਿਆ, ਵਿੰਡ ਹੋ ਗਿਆ, ਵੇਵ ਹੋ ਗਿਆ, ਠੀਕ ਹੈ ਜੀ। ਅੱਛਾ ਬੀ ਦੇ ਵਿੱਚ ਉਹ ਕਹਿ ਰਹੇ ਸੀਗੇ ਵੀ ਕੱਲੀ ਟਾਈਡ ਹੀ ਸਾਰਿਆਂ ਨੂੰ ਰਿਪਲੇਸ ਕਰ ਦੂਗੀ, ਤਾਂ ਕਰਕੇ ਆਪਾਂ ਉੱਤੇ ਕ੍ਰੋਸ ਲਾਉਣਾ ਪਿਆ, ਕਿਉਂਕਿ ਬਾਕੀ ਵੀ ਤਾਂ ਹੈਗੇ ਆ ਨਾ ਦੋ। ਤੇ ਇਹਦੇ ਵਿੱਚ ਆਪਾਂ ਨੂੰ ਕਹਿ ਰਹੇ ਵੀ ਜੀ ਯੋਗਦਾਨ ਪਾ ਸਕਦੀ ਹੈ। ਜਾ ਕੇ ਧਿਆਨ ਨਾਲ ਚੈੱਕ ਕਰੋ ਵੀ ਉਹ ਤਿੰਨ ਆ ਤੇ ਤਿੰਨਾਂ ਦੇ ਵਿੱਚ ਕੁਝ ਕੁ ਯੋਗਦਾਨ ਤਾਂ ਜਾਨੀ ਕਿ ਟਾਈਡ ਦਾ ਵੀ ਹੋਊਗਾ ਨਾ, ਜਾਨੀ ਕਿ ਟਾਈਡਲ ਦਾ ਵੀ ਹੋਊਗਾ ਨਾ। ਤਾਂ ਇਹਦੇ ਵਿੱਚ ਆਪਾਂ ਨੂੰ ਕਿਹਾ ਕਿ ਜੀ ਇਹ ਯੋਗਦਾਨ ਪਾ ਸਕਦੀ ਹੈ ਕਹਿੰਦੇ ਹਾਂਜੀ ਕਲੋਜ਼ ਕਰਨ ਦੇ ਵਿੱਚ ਬ੍ਰਿਟੇਨ ਦੇ ਜਿਹੜੇ ਬਾਕੀ ਪਾਵਰ ਸਟੇਸ਼ਨ ਹੈਗੇ ਆ। ਬਾਕੀ ਪਾਵਰ ਸਟੇਸ਼ਨ ਕਿਹੜੇ, ਗੈਸ ਹੋ ਗਿਆ, ਕੋਲ ਹੋ ਗਿਆ, ਨਿਊਕਲੀਅਰ ਪਾਵਰ ਹੋ ਗਿਆ। ਬਿਲਕੁਲ ਜੀ। ਤੇ ਜਿਹੜੀ ਆਹ ਵਾਲੀ ਆਪਸ਼ਨ ਹੈ ਇਹਦੇ ਵਿੱਚ ਏਦਾਂ ਨਹੀਂ ਲਿਖ ਰਹੇ ਕਿ ਵੀ ਇਹ ਕੱਲੀ ਹੋਈ ਇਹ ਚੀਜ਼ ਕਰ ਸਕਦੀ ਹੈ, ਇਹਦੇ ਵਿੱਚ ਲਿਖ ਰਿਹਾ ਕਿ ਜੀ ਕੰਟਰੀਬਿਊਟ ਕਰ ਸਕਦੀ ਹੈ। ਤੇ ਬਿਲਕੁਲ ਜੀ ਕੰਟਰੀਬਿਊਸ਼ਨ ਤਾਂ ਹੈਗਾ ਹੀ ਹੈ ਜੀ। ਤਾਂ ਇਹ ਆਪਣਾ ਹੋ ਗਿਆ ਜੀ, ਬ੍ਰਿਟੇਨ ਦੇ ਵਿੱਚ ਬਾਕੀ ਚੀਜ਼ਾਂ ਦਾ ਕੱਟ ਆਫ ਕੀਤਾ ਜਾ ਸਕਦਾ ਵਾ, ਇਹਦੇ ਕਰਕੇ ਜੀ ਟਾਈਡਲ ਦੇ ਯੋਗਦਾਨ ਦੇ ਕਰਕੇ। ਕੁਝ ਕੁ ਯੋਗਦਾਨ ਇਹਦਾ ਹੋਊਗਾ, ਕੁਝ ਕੁ ਵਿੰਡ ਦਾ ਹੋਊਗਾ ਜੀ, ਉਹ ਕਹਿੰਦੇ ਕੁਝ ਕੁ ਚਲੋ ਹੋਰ ਚੀਜ਼ ਦਾ ਹੋਊਗਾ ਜੀ। ਤਾਂ ਆਪਣੇ 3 ਮੈਚ ਹੋ ਗਏ ਹਲੇ ਤੱਕ। ਅੱਗੇ ਜਾ ਕੇ ਦੇਖੀਏ ਤਾਂ ਜੀ ਕਹਿੰਦੇ ਜੀ ਇਹ ਮੀਨ ਬਣ ਸਕਦੀ ਹੈ ਜੀ, ਇਹ ਕਾਰਨ ਬਣ ਸਕਦੀ ਹੈ। ਕਾਹਦਾ ਕਾਰਨ ਬਣ ਸਕਦੀ ਹੈ ਜੀ, ਇਹ ਨੈਸ਼ਨਲ ਇਨਕਮ ਦਾ ਕਾਰਨ ਬਣ ਸਕਦੀ ਹੈ। ਲਾਸਟ ਲਾਈਨ ਦੇ ਵਿੱਚ ਲਿਖਿਆ ਪਿਆ ਕਿ ਇਹ ਸਭ ਤੋਂ ਵੱਡਾ ਪੈਸਾ ਕਮਾਉਣ ਵਾਲਾ ਜ਼ਰੀਆ ਬਣ ਸਕਦੀ ਹੈ। ਤਾਂ ਵੀ ਆਪਣੇ ਕੋਲੇ ਕੀ ਹੋ ਗਿਆ ਜੀ, ਮੈਚ ਹੋ ਗਿਆ ਜੀ। ਆਪਣੇ ਧਿਆਨ ਨਾਲ ਦੇਖਿਓ, ਤਾਂ ਆਪਣੇ ਕੋਲੇ ਹੁਣ ਤੱਕ 4 ਮੈਚ ਹੋ ਗਏ, ਇੱਕ ਜਸਟ ਲਾਸਟ ਵਾਲਾ ਰਹਿ ਗਿਆ। ਕੀ ਕਹਿੰਦੇ ਜੀ, ਇਹ ਫੇਸ ਕਰ ਸਕਦੀ ਆ ਕਾਫੀ ਜ਼ਿਆਦਾ ਰੈਜ਼ਿਸਟੈਂਸ, ਡਿੱਕਾ ਲੱਗ ਸਕਦਾ ਬਾਕੀ ਫਿਊਲ ਜੋ ਕਹਿੰਦੇ ਜੋ ਫੈਕਟਰੀਜ਼ ਵਗੈਰਾ ਹੈਗੀਆਂ, ਕਿਤੇ ਨਹੀਂ ਗੱਲ ਕੀਤੀ। ਕਹਿੰਦੇ ਜੀ ਇਹ ਵੇਚੀ ਜਾ ਸਕਦੀ ਆ ਮੋਰ ਚੀਪਲੀ, ਕਿਤੇ ਨਹੀਂ ਗੱਲ ਕੀਤੀ। ਕਹਿੰਦੇ ਜੀ ਇਹ ਕੰਪਨਸੇਟ ਕਰ ਸਕਦੀ ਆ, ਯਾਨੀ ਕਿ ਭਰਪਾਈ ਕਰ ਸਕਦੀ ਆ, ਹਾਂਜੀ ਬੈਲੈਂਸ ਕਰ ਸਕਦੀ ਹੈ ਕਿਹਨੂੰ, ਸ਼ਾਰਟੇਜ ਆਫ ਜਿਹੜੀ ਆਪਣੇ ਕੋਲੇ ਆ ਸਾਈਟ, ਯਾਨੀ ਕਿ ਜਗ੍ਹਾ ਵਗੈਰਾ ਦੀ ਸ਼ਾਰਟੇਜ ਪੈ ਗਈ ਆਪਣੇ ਕੋਲੇ। ਨਹੀਂ ਜੀ, ਕਿਤੇ ਨਹੀਂ ਲਿਖਿਆ ਜੀ ਹਲੇ ਤੱਕ। ਤੇ ਕਹਿੰਦੇ ਜੀ ਇਹ ਬੈਸਟ ਪ੍ਰੋਡਿਊਸ ਹੁੰਦੀ ਆ, ਉਹ ਕਹਿੰਦੇ ਕਿ ਵਿਸਿਨਿਟੀ, ਵਿਸਿਨਿਟੀ ਦਾ ਮਤਲਬ ਹੁੰਦਾ ਕਲੋਜ਼ਨੈਸ, ਨੇੜੇ। ਮੀਨਿੰਗ ਨੋਟ ਕਰ ਲਓ ਜੀ, ਇਹਦਾ ਮੀਨਿੰਗ ਹੁੰਦਾ ਨੇੜੇ। ਕਹਿੰਦੇ ਜੀ ਇਹ ਬੈਸਟ ਤਰੀਕੇ ਨਾਲ ਪ੍ਰੋਡਿਊਸ ਕੀਤੀ ਜਾ ਸਕਦੀ ਆ ਕੋਸਟ ਲਾਈਨ ਦੇ ਨੇੜੇ, ਸਮੁੰਦਰੀ ਇਲਾਕਿਆਂ ਦੇ ਨੇੜੇ, ਯਾਨੀ ਕਿ ਪਾਣੀ ਦੇ ਨੇੜੇ। ਕਹਿੰਦੇ ਪਾਰਟੀਕੂਲਰ ਫੀਚਰ ਹਾਲੇ ਤੱਕ ਕਿਤੇ ਨਹੀਂ ਗੱਲ ਕੀਤੀ। ਤਾਂ ਮੈਨੂੰ ਯੈਸ ਔਰ ਨੋ ਦੱਸੋ ਜੀ, ਜੋ ਆਪਾਂ ਆ 4 ਕੀਤੇ ਆ ਹਾਲੇ ਤੱਕ ਤੁਹਾਨੂੰ 4 ਲੱਗ ਰਹੇ ਆ ਜੀ ਪੂਰੇ, ਯੈਸ ਔਰ ਨੋ? ਹਾਂਜੀ ਸਰ। Yes, sir. ਸਾਰਿਆਂ ਨੂੰ? ਹਾਂਜੀ। Yes, sir. ਇਹ ਆਪਾਂ 4 ਦੇ 4 ਹਾਲੇ ਤੱਕ ਜਿੰਨੇ ਆਪਣੇ ਕੋਲੇ ਮੈਚ ਹੋਏ ਆਪਾਂ ਲਾਤੇ।
ਤਾਂ ਹੁਣ ਦੇਖੋ ਪੰਜਵਾਂ ਪਹਿਲੇ ਪੈਰੇ 'ਚ ਹੈ ਹੀ ਨਹੀਂਗਾ। ਹੁਣ ਨੂੰ ਕੀ ਹੋ ਸਕਦਾ ਸੀ ਪਹਿਲੇ ਗ੍ਰਾਫ, ਹਾਂਜੀ ਪਹਿਲੇ ਪੈਰ ਦੇ ਵਿੱਚ ਸਿਰਫ 2 ਜਾਂ 3 ਵੀ ਹੋ ਸਕਦੇ ਸੀਗੇ, ਸਿਰਫ ਜ਼ਰੂਰੀ ਨਹੀਂ 5 ਦੇ 5 ਹੀ ਹੋ। ਮੈਨੂੰ ਦੂਸਰਾ ਪੜ੍ਹ ਕੇ ਦੱਸਿਓ ਜੀ, ਦੂਸਰੇ ਪੈਰ 'ਚੋਂ ਪੜ੍ਹਦੇ ਆ। ਹੁਣ ਮੈਂ ਤੁਹਾਨੂੰ ਫਾਈਨਲ ਦੇ ਵਿੱਚ ਸਟ੍ਰੈਟਜੀ ਦੱਸਦਾ, ਫਾਈਨਲ 'ਚ। ਹੁਣ ਦੇਖੋ ਫਾਈਨਲ ਦੇ ਵਿੱਚ ਜਦੋਂ ਤੁਸੀਂ ਮੰਨ ਕੇ ਤੁਸੀਂ ਲੱਕੀ ਨਿਕਲੇ ਕਾਫੀ, ਤੁਹਾਡੇ ਇੱਕ ਸਿੰਗਲ ਪੈਰੇ ਦੇ ਵਿੱਚ ਹੀ ਕਿੰਨੇ ਲੱਭ ਗਏ ਤੁਹਾਨੂੰ? 4 ਲੱਭ ਗਏ। ਤੇ ਹੁਣ ਤੁਹਾਨੂੰ ਇਹ ਪਤਾ ਨਹੀਂ ਕਿ ਪੰਜਵਾਂ ਕਿੱਥੇ ਹੈ ਜੀ। ਤੁਸੀਂ B ਪੜੋਗੇ, B 'ਚ ਨਾ ਹੋਇਆ ਤੁਸੀਂ C ਪੜਨ ਜਾਓਗੇ, ਕਿਉਂਕਿ ਤੁਹਾਨੂੰ ਪਤਾ ਕਿ ਜੋ ਡਿਜ਼ਾਈਨਰ ਹੁੰਦਾ ਵਾ, ਡਿਜ਼ਾਈਨਰ ਨੇ ਥੋੜੀ ਜਿਹੀ ਚੀਜ਼ ਤਾਂ ਬਚਾ ਕੇ ਰੱਖਣੀ ਹੁੰਦੀ ਹੈ ਟਾਈਮ ਵੇਸਟ ਕਰਵਾਉਣ ਦੇ ਲਈ ਬੱਚੇ ਦਾ। ਹੁਣ ਉਹਨੇ ਇੱਕ ਸਿੰਗਲ ਚੀਜ਼ ਸਾਈਡ ਤੇ ਰੱਖ ਲਈ, 4 ਉਹਨੇ ਜਾਨੀ ਕਿ ਕਹਤੇ, 4 ਉਹਨੇ ਲਵਾਤੇ ਤੁਹਾਡੇ। ਹੁਣ ਉਹ ਇੱਕੋ ਸਿੰਗਲ ਚੀਜ਼ ਨੂੰ ਸਾਈਡ ਤੇ ਰੱਖ ਰਿਹਾ। ਟਾਰਗੇਟ ਕੀ ਆ ਕਿ ਬੱਚਾ ਹੁਣ ਆਪਦੇ ਕਾਫੀ ਜ਼ਿਆਦਾ ਮਿੰਟ ਜਸਟ ਸਿੰਗਲ ਨੂੰ ਫਾਈਂਡ ਆਊਟ ਕਰਦਾ ਹੀ ਸਪੈਂਡ ਕਰਦਾ ਵੀ, ਤੇ ਬੱਚੇ ਦਾ ਟਾਈਮ ਆ ਜਿਹੜਾ ਉਹ ਜਾਨੀ ਕਿ ਮਿਸਮੈਨੇਜ ਹੋ ਜਾਂਦਾ। ਤਾਂ ਹੁਣ ਜੇ ਇੱਥੇ ਕੋਈ ਸਮਾਰਟ ਸਟੂਡੈਂਟ ਹੋਊਗਾ ਉਹ ਕੀ ਕਰੂਗਾ ਜੀ? ਸਮਾਰਟ ਸਟੂਡੈਂਟ ਨੇ ਕਹਿਣਾ ਕਿ ਮੈਨੂੰ 5 ਦੇ ਵਿੱਚੋਂ 4 ਲੱਭ ਗਏ, 5 ਦੇ ਵਿੱਚੋਂ 4 ਲੱਭ ਗਏ, ਪਲੱਸ 4 ਮੈਂ ਡਾਇਗ੍ਰਾਮ ਕਰ ਲਈ ਉਹ ਮਿੰਟੋ ਮਿੰਟੀ, ਟੋਟਲ ਇੰਨੇ ਉਹ ਬੱਚੇ ਨੇ ਸੌਟ ਆਊਟ ਕਰ ਲਏ। ਹੁਣ ਉਹ ਮਿੰਟੋ ਮਿੰਟ ਹੀ ਜਾਊਗਾ ਹੈਡਿੰਗਸ ਦੇ ਕੋਲੇ, ਤੇ ਹੈਡਿੰਗ ਕਰਦੇ ਕਰਦੇ ਰੀਡਿੰਗ ਉਹ ਕਾਫੀ ਜ਼ਿਆਦਾ ਪੜ੍ਹ ਲੂਗਾ। ਜਿਹੜਾ ਪੰਜਵਾਂ ਵਾ ਉਹ ਲਾਸਟ ਉੱਪਰ ਜ਼ਿਆਦਾ ਜਾ ਕੇ ਤੁੱਕਾ ਲਾ ਦੂਗਾ, ਜਾਂ ਉਹਨੂੰ ਕਿਸੇ ਨਾ ਕਿਸੇ ਹਿਸਾਬ ਨਾਲ ਦਿਖ ਜੂਗਾ। ਬਟ ਉਹ ਸਿਰਫ ਹੁਣ ਲਾਸਟ ਵਾਲਾ ਸਿਰਫ ਲੱਭਣ ਦੇ ਲਈ ਹੀ ਸਾਰੀ ਗਾਂ ਦੀਆਂ ਪਹਿਰੇ ਨਹੀਂ ਪੜੂਗਾ। ਤਾਂ ਮੈਨੂੰ ਯੈਸ ਸਰ ਨੂੰ ਦੱਸ ਦਿਓ, ਤੁਹਾਨੂੰ ਸਮਝ ਲੱਗੀ ਜੀ ਇਹ ਚੀਜ਼ ਜੋ ਮੈਂ ਕਹੀ? ਹਾਂਜੀ ਸਰ। ਜੇ ਤੁਹਾਨੂੰ 4 ਲੱਭ ਗਏ ਤਾਂ ਇੱਥੇ ਯਾਨੀ ਕਿ ਲਾਲਚ ਬੁਰੀ ਬਲਾ ਹੈ ਵਾਲੀ ਚੀਜ਼ ਵੀ ਲੱਗ ਸਕਦੀ ਹੈ। ਦੇਖੋ ਡਿਪੈਂਡ ਕਰਦਾ ਵਾ, ਮੰਨ ਕੇ ਚਲੋ ਤੁਸੀਂ ਪੈਰਾਗ੍ਰਾਫ B ਪੜੋ ਸਾਰੇ ਐਨ, ਪੈਰਾਗ੍ਰਾਫ B ਪੜਿਓ ਜੀ, ਫਿਰ ਮੈਂ ਤੁਹਾਨੂੰ ਯਾਨੀ ਕਿ ਲੈ ਕੇ ਚੱਲਦਾ ਉੱਧਰ। ਪੈਰਾਗ੍ਰਾਫ B ਪੜਿਓ, ਧਿਆਨ ਨਾਲ ਪੜਿਓ ਜੀ, ਫਿਰ ਮੈਂ ਤੁਹਾਨੂੰ ਲੈ ਕੇ ਜਾਂਦਾ ਜੀ ਉੱਧਰ। ਹਾਂਜੀ ਮੈਂ ਤੁਹਾਨੂੰ ਲੈ ਕੇ ਆਣਾ ਜੀ ਉੱਧਰ, ਤਾਂ ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸਿਓ ਜੀ ਕਿ ਕੀ ਹੋ ਸਕਦਾ ਜੀ। ਜਿਹੜੇ ਜਿਹੜੇ ਆਪਣੇ ਨਹੀਂ ਹੋਏਗੇ ਮੈਂ ਰੇਜ਼ ਕਰ ਦਿੰਦਾ ਜੀ। ਹਾਂਜੀ ਆਪਣੇ ਹਾਲੇ ਤੱਕ ਨਹੀਂ ਹੋਏ। ਮੈਨੂੰ ਧਿਆਨ ਨਾਲ ਮੈਚ ਕਰਕੇ ਦੱਸੋ ਜੀ। ਹਾਂਜੀ ਮੈਚ ਹੋ ਰਿਹਾ ਜੀ ਕੋਈ? ਹਾਂਜੀ ਜੀ ਮੈਚ ਹੋ ਰਿਹਾ ਜੀ ਕੋਈ? ਸਰ I ਤੇ J ਦੋਨੋਂ ਵਿੱਚ ਕਨਫਿਊਜ਼ਨ ਜੀ ਆ। ਇੱਕ ਮਿੰਟ, ਹਾਂਜੀ ਕਿੰਨਾਂ ਦੇ ਵਿੱਚ ਕਹਿ ਰਹੇ ਹੋ ਜੀ? I ਤੇ J J ਦੇ ਦੇ ਵਿੱਚ। ਵਿੱਚ। ਚਲੋ ਆਪਾਂ ਦੇਖਦੇ ਹਾਂ ਜਾ ਕੇ ਜੀ ਕੀ ਕਹਿੰਦੇ, ਜਾ ਕੇ ਦੇਖਦੇ ਹਾਂ ਜੀ। ਉਹਨਾਂ ਨੇ ਆਪਾਂ ਨੂੰ ਕਿਹਾ ਜੀ, ਕਿਉਂਕਿ ਦੇਖੋ ਫਾਈਨਲ ਦੇ ਵਿੱਚ ਵੀ ਹੁਣ ਸੇਮ ਹੀ ਹੋਊਗਾ, ਤੁਹਾਨੂੰ ਜਦੋਂ 4 ਲੱਭ ਗਏ ਹੁਣ ਤੁਸੀਂ ਗਾਂ ਦੇਖੋਗੇ ਜੀ ਕਿ ਕਿਹੜਾ ਹੈ ਕਿਹੜਾ ਨਹੀਂ ਹੈ। ਤੁਹਾਨੂੰ ਹੁਣ ਕੋਈ ਪਾਰਟਿਕੂਲਰ ਲੋਕੇਸ਼ਨ ਨਹੀਂ ਆਪਾਂ ਕੋਈ ਵੀ ਕਹਿ ਸਕਦੇ, ਕਿਉਂਕਿ ਟਾਈਡਲ ਪਾਵਰ ਦੀ ਹੁਣ ਜਗ੍ਹਾ ਦੇ ਬਾਰੇ ਦੱਸਣ ਲੱਗ ਗਏ, ਤੇ ਉਧਰਲੇ ਪਾਸੇ ਜਗ੍ਹਾ ਦੀ ਵੀ ਇੱਕ ਤਰ੍ਹਾਂ ਦੀ ਗੱਲ ਕੀਤੀ ਗਈ ਸੀਗੀ। ਕਹਿੰਦੇ ਸਾਈਟਸ ਕਹਿੰਦੇ ਪਹਿਲਾਂ ਹੀ ਆਇਡੈਂਟੀਫਾਈਡ ਕੀਤੀਆਂ ਜਾ ਚੁੱਕੀਆਂ ਜਿਹੜੀਆਂ ਕਿ ਪ੍ਰੋਡਿਊਸ ਕਰਨਗੀਆਂ। ਕੀ ਪ੍ਰੋਡਿਊਸ ਕਰਨਗੀਆਂ ਜੀ? 1/6 ਯਾਨੀ ਕਿ 1/6 ਯਾਨੀ ਕਿ ਪਾਰਟ, ਯਾਨੀ ਕਿ 1/6 ਯਾਨੀ ਕਿ 6 ਯਾਨੀ ਕਿ ਹਿੱਸਾ ਆਪਾਂ ਕਹਿ ਦਈਏ, ਤੇ ਜਾਂ ਯੂਕੇ ਦੀ ਜ਼ਿਆਦਾ ਪਾਵਰ, ਜਿੰਨੇ ਵੀ ਯੂਕੇ ਦੀ ਕੁੱਲ ਪਾਵਰ ਹੈਗੀ ਆ ਉਹਦੇ ਵਿੱਚ ਯਾਨੀ ਕਿ 1/6 ਜੋ ਹੈਗਾ ਵਾ ਉਹ ਕਹਿੰਦੇ ਜੀ ਯਾਨੀ ਕਿ ਪ੍ਰੋਡਿਊਸ ਕਰੂਗੀ ਇਹ ਟਾਈਡਲ ਸਾਈਟ। ਇਹ ਪਹਿਲਾਂ ਹੀ ਡਿਸਾਈਡ ਕੀਤੀਆਂ ਜਾ ਚੁੱਕੀਆਂ ਵਾ, ਯਾਨੀ ਕਿ 1/6 ਤੁਸੀਂ ਦੇਖ ਸਕਦੇ ਹੋ
ਜਿਵੇਂ 100 ਦਾ ਯਾਨੀ ਕਿ 1/6 ਛੇਵਾਂ ਹਿੱਸਾ ਜੀ ਇਹਦਾ। ਛੇਵਾਂ ਤੁਸੀਂ ਆਪ ਖੁਦ ਹੀ ਦੇਖ ਲਓ ਕਿ ਮੋਸਟਲੀ 18% ਇੰਨਾ ਕੁ ਬਣਿਆ ਮੇਰੇ ਹਿਸਾਬ ਨਾਲ, ਕਿਉਂਕਿ ਪੰਜਵਾਂ ਹਿੱਸਾ ਕਿਹੜਾ ਹੁੰਦਾ ਵਾ, ਪੰਜਵਾਂ ਹੋ ਗਿਆ 25% ਤੇ ਫਿਰ ਛੇਵਾਂ ਕਿਹੜਾ ਹੋ ਗਿਆ ਜੀ 20 ਕਿਲਾ, ਸੌਰੀ ਪੰਜਵਾਂ ਹੋ ਗਿਆ 20 ਤੇ ਛੇਵਾਂ ਹੋ ਗਿਆ 18 ਬਸ। ਤਾਂ ਅੱਗੇ ਵਾਲੀ ਲਾਈਨ ਦੇ ਵਿੱਚ ਕੀ ਕਹਿੰਦੇ ਜੀ, ਕਹਿੰਦੇ ਪ੍ਰਾਈਜ਼ਸ, ਕਹਿੰਦੇ ਉਹ ਕਹਿੰਦੇ ਕੰਪੀਟੀਟਿਵ ਹੋਣਗੇ ਜੀ, ਮਾਡਰਨ ਗੈਸ ਦੇ ਕੰਪੈਰੀਜ਼ਨ ਜ਼ਿਆਦਾ ਨਹੀਂ ਹੋਣਗੇ, ਕੰਪੀਟੀਟਿਵ ਜੀ ਹੋਣਗੇ। ਕਹਿੰਦੇ ਇੱਕ ਜਗ੍ਹਾ ਵਾ ਕੱਲੀ, ਕਹਿੰਦੇ ਨਾਮ ਲਿਖਿਆ ਪਿਆ ਉਹ ਜਗ੍ਹਾ ਦਾ, ਕਿਹਦੇ ਵਿਚਕਾਰ ਆ ਲਿਖਿਆ ਪਿਆ, ਇਹ 10% ਕੰਟਰੀ ਦੀ ਬਿਜਲੀ ਤਿਆਰ ਕਰੂ, ਜ਼ਿਆਦਾ ਨਹੀਂ ਹੈਗੀ 10%, 100 ਦੇ ਵਿੱਚੋਂ 10 ਕਹਿ ਰਹੇ ਆ ਜੀ। ਤੇ ਇੱਕ ਹੋਰ ਸਾਈਟ ਆ ਜਿਹਦੇ ਬਾਰੇ ਵੀ ਲਿਖਿਆ ਪਿਆ 1200 ਮੈਗਾਵਾਟ, ਕਹਿੰਦੇ ਬ੍ਰਿਟੇਨ ਦੀ ਲਾਰਜੈਸਟ ਤੇ ਨਿਊਐਸਟ ਨਿਊਕਲੀਅਰ ਪਲਾਂਟ, ਕਹਿੰਦੇ ਜੀ 3 ਟਾਈਮਸ ਇਸ ਤੋਂ ਜ਼ਿਆਦਾ ਪ੍ਰੋਡਿਊਸ ਕਰੂ ਜੀ ਉਹ। ਕਹਿੰਦੇ ਅੱਗੇ ਜਾ ਕੇ ਹੋਰ ਵੀ ਕਹਿੰਦੇ ਸਾਈਟਸ ਹੈਗੀਆਂ ਜਿਹੜੀਆਂ ਦੇਖੀਆਂ ਜਾ ਚੁੱਕੀਆਂ, ਜਿਹੜੀਆਂ ਜਾਨੀ ਕਿ ਬ੍ਰਿਸਟਲ ਚੈਨਲ ਜਿਹਦੇ ਵਿੱਚ ਸ਼ਾਮਿਲ ਆ, ਵੈਸਟ ਕੋਸਟ ਹੋ ਗਿਆ, ਆਹ ਵਾਲੀਆਂ ਚੀਜ਼ਾਂ। ਚਲੋ ਜਾ ਕੇ ਦੇਖਦੇ ਹਾਂ, ਜਾ ਕੇ ਮੈਚ ਕਰਦੇ ਹਾਂ ਜੀ। ਅੱਛਾ ਜੇ ਚ ਕਹਿੰਦੇ ਜੀ ਕੋਸਟ ਲਾਈਨਸ, ਸਮੁੰਦਰ ਵਾਲੇ ਇਲਾਕਿਆਂ ਦੇ ਨੇੜੇ ਕਹਿੰਦੇ ਜੀ ਵਧੀਆ ਤਰੀਕੇ ਨਾਲ ਪ੍ਰੋਡਿਊਸ ਕੀਤੀ ਜਾ ਸਕਦੀ ਆ, ਤਾਂ ਉੱਥੇ ਜਾ ਕੇ, ਇੱਥੇ ਕਿਤੇ ਲਿਖੀ ਨਹੀਂ ਹੈਗੀ ਲਾਈਨ, ਸਮੁੰਦਰ ਵਾਲੇ ਇਲਾਕਿਆਂ ਦੇ ਨੇੜੇ ਇਹ ਬੈਸਟ ਪ੍ਰੋਡਿਊਸ ਕੀਤੀ ਜਾ ਸਕਦੀ ਹੈ, ਕਿਤੇ ਨਹੀਂ ਲਿਖਿਆ ਜੀ। ਆਹ ਜਿਹੜੀਆਂ ਸਾਈਟਸ ਸਿਲੈਕਟ ਕੀਤੀਆਂ ਜਾ ਚੁੱਕੀਆਂ, ਉੱਥੇ ਕਿਹੜਾ ਲਿਖਿਆ ਵੀ ਇਹ ਕੋਈ ਪਾਣੀ ਦੇ ਨੇੜੇ ਹੈਗੀਆਂ ਕਿ ਨਹੀਂ ਹੈਗੀਆਂ ਜੀ। ਤਾਂ ਜੇ ਹਲੇ ਆਪਾਂ ਇਹ ਚੀਜ਼ ਨਹੀਂ ਲਾ ਸਕਦੇ, ਇਹ ਕਹਿੰਦੇ ਕੰਪਨਸੇਟ ਕਰੂਗੀ ਜਿਹੜੀਆਂ ਸ਼ਾਰਟੇਜ ਆਫ ਸਾਈਟਸ ਆ ਜੀ, ਕਿਤੇ ਉੱਤੇ ਲਿਖਿਆ ਹੀ ਨਹੀਂ ਬਈ ਸਾਈਟਸ ਦੀ ਸ਼ਾਰਟੇਜ ਆ ਜੀ। ਕਹਿੰਦੇ એનર્ਜੀ ਪ੍ਰੋਡਕਸ਼ਨ ਦੇ ਲਈ ਜਿਹੜੀਆਂ ਸਾਈਟਸ ਸ਼ਾਰਟ ਹੋ ਗਈਆਂ ਵਾ, ਸ਼ਾਰਟੇਜ ਹੋ ਚੁੱਕੀ ਆ, ਉਹਨਾਂ ਦੀ ਯਾਨੀ ਕਿ ਭਰਪਾਈ ਕਰੂਗੀ। ਤੇ ਉੱਤੇ ਲਿਖਿਆ ਤਾਂ ਹੈ ਨਹੀਂ ਵੀ ਕਿਤੇ ਬਈ ਸਾਈਟਸ ਦੀ ਪਹਿਲਾਂ ਕਮੀ ਹੋ ਗਈ ਸੀਗੀ ਤੇ ਹੁਣ ਕਮੀ ਪੂਰੀ ਕਰਨ ਦੇ ਲਈ ਜੀ ਇਹ, ਮੈਨੂੰ ਦੱਸੋ ਦੋ ਚੋਂ, ਮੈਨੂੰ ਤਾਂ ਕੋਈ ਨਹੀਂ ਲੱਗ ਰਿਹਾ ਹਾਲੇ ਤੱਕ। ਸਰ ਇਸ ਪੈਰੇ ਚ ਕੋਈ ਕਿਤੇ ਵੀ ਆਨਸਰ ਨਹੀਂ ਲਿਖਿਆ। ਮੋਰ ਚੀਪਰ ਹੋਊਗੀ, ਕਿਤੇ ਵੀ ਨਹੀਂ ਲਿਖਿਆ ਜੀ। ਕੰਪੀਟੀਟਿਵ ਹੋਊਗੀ, ਟੱਕਰ ਦੇਣ ਵਾਲੀ ਹੋਊਗੀ ਨਾ। ਕੰਪੀਟੀਟਿਵ ਚੀਜ਼ ਕਿਹੜੀ ਹੁੰਦੀ ਹੈ, ਟੱਕਰ ਦੇਣ ਵਾਲੀ, ਸਸਤੀ ਥੋੜੀ ਹੋਊਗੀ। ਤਾਂ ਹਾਲੇ ਤੱਕ ਕੋਈ ਨਹੀਂ ਮੈਚ ਹੋਇਆ। ਤਾਂ ਜਿਹੜੀ ਮੈਂ ਤੁਹਾਨੂੰ ਚੀਜ਼ ਕਹਿ ਰਿਹਾ ਵਾਂ, ਤੁਸੀਂ ਸੀ ਪੜੋਗੇ ਸ਼ਾਇਦ ਤੁਹਾਨੂੰ ਸੀ ਚੋਂ ਵੀ ਕੋਈ ਨਾ ਮਿਲੇ, ਤੁਸੀਂ ਡੀ ਪੜੋਗੇ ਸ਼ਾਇਦ ਤੁਹਾਨੂੰ ਡੀ ਚੋਂ ਵੀ ਕੋਈ ਨਾ ਮਿਲੇ, ਸ਼ਾਇਦ ਤੁਹਾਨੂੰ ਦੂਸਰੇ ਪੇਜ ਤੇ ਜਾ ਕੇ ਮਿਲੇ। ਤਾਂ ਇਹ ਚੀਜ਼ ਦਾ ਧਿਆਨ ਰੱਖਣਾ ਬਈ ਹੁਣ ਤੁਸੀਂ ਸਿੰਗਲ ਦੇ ਪਿੱਛੇ ਹੀ 7-8 ਮਿੰਟ ਸਪੈਂਡ ਕਰਨੇ ਆ, ਜਾਂ ਤੁਸੀਂ ਹੈਡਿੰਗ ਦੇ ਉੱਪਰ ਸ਼ਿਫਟ ਹੋਣਾ ਬਾਈ। ਤਾਂ ਬੈਸਟ ਰਾਏ ਹੈਗੀ ਆ ਹੈਡਿੰਗ ਦੇ ਉੱਪਰ ਸ਼ਿਫਟ ਹੋਣਾ। ਸੋ ਹੈਡਿੰਗ ਕਰਦੇ ਆ ਜੀ, ਕਿਉਂਕਿ ਜਿਹੜਾ ਇਹ ਹੁਣ ਇਹ ਇੱਕ ਤਰ੍ਹਾਂ ਦਾ ਬਾਹਰ ਨਿਕਲ ਗਿਆ ਕੁਐਸਚਨ, ਤੇ ਹੁਣ ਇਹ ਕਿੱਥੇ ਮਿਲਣਾ, ਕਦੋਂ ਜਾ ਕੇ ਮਿਲਣਾ, ਕੋਈ ਪਤਾ ਨਹੀਂ ਇਹ ਚੀਜ਼ ਦਾ। ਤੇ ਫਾਈਨਲ 'ਚ ਵੀ ਇਦਾਂ ਹੋ ਸਕਦਾ ਤੁਹਾਡੇ ਇੱਕ ਅੱਧੇ ਸਿੰਗਲ ਕੁਐਸਚਨ ਦੇ ਨਾਲ ਇਹ ਵਾਲੀ ਜਿਹੜੀ ਘਟਨਾ ਹੈਗੀ ਉਹ ਵਾਪਰ ਸਕਦੀ ਆ। ਹੁਣ ਉੱਥੇ ਟੈਂਪਰ ਨਹੀਂ ਲੌਸ ਕਰਨਾ ਹੁੰਦਾ। ਜਦੋਂ ਬਹੁਤ ਜ਼ਿਆਦਾ ਚੀਜ਼ਾਂ ਕੋਲੇ ਹੋਣ ਤਾਂ ਥੋੜੀ ਜਿਹੀ ਚੀਜ਼ ਕੋਲੇ ਨਾ ਹੋਵੇ ਤਾਂ ਫਰਕ ਨਹੀਂ ਪੈਂਦਾ, ਤੇ ਜਦੋਂ ਥੋੜੀ ਜਿਹੀ ਚੀਜ਼ ਕੋਲੇ ਹੋਵੇ ਤੇ ਬਹੁਤ ਜ਼ਿਆਦਾ ਚੀਜ਼ਾਂ ਕੋਲੇ ਨਾ ਹੋਣ, ਫਰਕ ਫੇਰ ਪੈਂਦਾ ਹੁੰਦਾ। ਤਾਂ ਹੁਣ ਤੁਹਾਡੇ ਕੋਲੇ ਬਹੁਤ ਜ਼ਿਆਦਾ ਚੀਜ਼ਾਂ ਕੋਲੇ ਆ, ਤੁਹਾਡੇ ਕੋਲੇ 12 ਕੁਐਸਚਨ ਆ, 13ਵਾਂ ਇੱਕ ਬਾਹਰ ਨਿਕਲ ਗਿਆ, ਉਹ ਬਾਹਰ ਜਾਣ ਬੁੱਝ ਕੇ ਕੱਢਿਆ ਗਿਆ, ਵੈਸੇ ਤਾਂ ਉਹਦੀ ਕੋਈ ਪਲੈਨਿੰਗ ਹੀ ਨਹੀਂ ਸੀਗੀ ਬਾਹਰ ਕੱਢਣ ਦੀ। ਹਾਂਜੀ ਚਲੋ ਜੀ ਅੱਗੇ ਚੱਲਦੇ ਹਾਂ ਜੀ ਆਪਾਂ। ਚਲੋ ਹੈਡਿੰਗ ਦੇਖਦੇ ਹਾਂ ਜੀ। ਹੈਡਿੰਗ ਦੀ ਤੁਹਾਨੂੰ ਸਟ੍ਰੈਟਜੀ ਪਤਾ ਸਾਰਿਆਂ ਨੂੰ ਜੀ, ਹੈਡਿੰਗ ਦੀ ਤੁਹਾਨੂੰ ਸਾਨੂੰ ਸਟ੍ਰੈਟਜੀ ਪਤਾ। ਪਹਿਲਾ ਸਟੈਪ ਕੀ ਆ, ਧਿਆਨ ਨਾਲ ਪੜਾਂਗੇ ਕਿਉਂਕਿ ਆਪਾਂ ਪਹਿਰੇ ਜੇ ਪੜ੍ਹ ਕੇ ਆਏ ਆ, ਸ਼ਾਇਦ ਕੋਈ ਆਪਾਂ ਨੂੰ ਯਾਦ ਹੋਵੇ ਮਾੜਾ ਮਾੜਾ ਜੀ। ਤੇ ਦੂਸਰਾ ਪਹਿਲਾ ਹੈਗਾ ਜੀ ਰੀਡ ਦਾ ਕੁਐਸਚਨਸ ਕੇਅਰਫੁਲੀ। ਦੂਸਰੇ ਨੰਬਰ ਤੇ ਜੀ ਹਾਂਜੀ ਪਿਕ ਦਾ ਯਾਨੀ ਕਿ ਤੁਸੀਂ ਕਹਿ ਦੋ ਕਿ ਸਮਾਲ ਪੈਰਾਗ੍ਰਾਫ, ਜਿਹੜੇ ਲੈਂਥ ਦੇ ਵਿੱਚ ਸਮਾਲ ਆ ਉਹਨਾਂ ਦੇ ਬਾਰੇ। ਤੇ ਯਾਦ ਰੱਖਿਓ ਜੀ ਕੋਈ ਰਿਪੀਟ ਵੀ ਹੋਣਾ ਵਾ ਇਹਦੇ ਵਿੱਚੋਂ। ਤੁਸੀਂ ਸਮਝਦੇ ਸੀਗੇ 6 ਪੈਰੇ ਦਿੱਤੇ ਆ, 4 ਆ, 2 ਫਾਲਤੂ ਜਾਣਗੇ। ਮੈਂ ਕਹਿ ਰਿਹਾ 2 ਨਹੀਂ ਫਾਲਤੂ ਜਾਣਗੇ, ਫਾਲਤੂ 3 ਜਾਣਗੇ ਜੀ। ਫਾਲਤੂ 2 ਨਹੀਂ ਜਾਣੇ, ਫਾਲਤੂ 3 ਜਾਣੇ ਆ, ਕਿਉਂਕਿ ਇੱਕ ਵਿੱਚੋਂ ਹੋਰ ਨਿਕਲ ਗਿਆ। ਕੋਈ ਇੱਕ ਸਿੰਗਲ ਪੈਰੇ ਨੇ 2 ਦੀ ਆ ਕੇ ਜਗ੍ਹਾ ਲੈਣੀ ਆ। ਇੱਥੇ ਲਿਖਿਆ ਪਿਆ ਲੋਕੇਸ਼ਨ ਆ ਜੀ, ਕਹਿੰਦੇ ਫਸਟ ਟੈਸਟ ਸਾਈਟ ਦੀ। ਉਹ ਪੈਰੇ ਦੇ ਵਿੱਚ ਲੋਕੇਸ਼ਨ ਲਿਖੀ ਹੋਈ ਹੈ ਕਿ ਪਹਿਲੀ ਵਾਰੀ ਟੈਸਟ ਕਿੱਥੇ ਹੋਇਆ ਸੀ, ਕਿਹੜੀ ਜਗ੍ਹਾ ਤੇ ਹੋਇਆ ਸੀਗਾ ਜੀ। ਹਾਲੇ ਤੱਕ ਉਹ ਪੈਰਾ ਆਪਾਂ ਪੜ੍ਹਿਆ ਨਹੀਂ ਜੀ। ਨੈਕਸਟ ਲਿਖਿਆ ਪਿਆ ਜੀ, ਉਹਦੇ ਚ ਰਾਸਤਾ ਲਿਖਿਆ ਵਾ, ਕਹਿੰਦੇ ਪਾਵਰ ਜਿਹੜੀ ਪ੍ਰੋਡਿਊਸ ਹੋਈ ਆ ਉਹਨੂੰ ਵਾਪਸ ਲਿਆਉਂਦਾ ਬ੍ਰਿਟੇਨ ਚ।
ਹਾਲੇ ਤੱਕ ਕੋਈ ਨਹੀਂ ਪੜ੍ਹਿਆ ਜੀ ਉਦਾਂ ਦਾ ਆਪਾਂ। ਅੱਗੇ ਜਾ ਕੇ ਲਿਖਿਆ ਪਿਆ, ਜੇ ਪੜ੍ਹਿਆ ਵੀ ਤਾਂ ਆਪਾਂ ਨੂੰ ਕੋਈ ਜ਼ਿਆਦਾ ਯਾਦ ਨਹੀਂ ਜੀ ਹਾਲੇ। ਕਹਿੰਦੇ ਜੀ ਰੈਫਰੈਂਸ ਦਿੱਤੀ ਹੋਈ ਆ ਉਹ ਪੈਰੇ ਦੇ ਵਿੱਚ, ਕਾਹਦੀ ਰੈਫਰੈਂਸ? ਕਹਿੰਦੇ ਉਹ ਕਹਿੰਦੇ ਕਿ ਪ੍ਰੀਵੀਅਸ ਕੋਈ ਜਿਹੜੀ ਪਹਿਲਾਂ ਕੋਸ਼ਿਸ਼ ਕੀਤੀ ਸੀਗੀ ਬ੍ਰਿਟੇਨ ਨੇ ਟੂ ਫਾਈਂਡ ਆਊਟ ਕਰਨ ਦੀ, ਇੱਕ ਹੋਰ ਸੋਰਸ ਕਹਿੰਦੇ એનર્ਜੀ ਦਾ, ਉਹ ਪੈਰਾ ਜਿਹਦੇ ਵਿੱਚ ਬ੍ਰਿਟੇਨ ਨੇ ਪਹਿਲਾਂ ਇੱਕ ਹੋਰ ਕੋਸ਼ਿਸ਼ ਕੀਤੀ ਸੀਗੀ એનર્ਜੀ ਪ੍ਰੋਡਿਊਸ ਕਰਨ ਦੀ। ਇਹ ਤੁਸੀਂ ਮੈਨੂੰ ਦੱਸਿਓ ਕਿ ਕੀ ਤੁਸੀਂ ਪੜ੍ਹਿਆ ਇਹ ਚੀਜ਼ ਕਿਤੇ? ਤੇ ਕਹਿੰਦੇ ਜੀ ਚੌਥੇ ਚ ਕਹਿੰਦੇ ਮੈਂਸ਼ਨ ਕੀਤੀ ਹੋਈ ਆ, ਪੋਸੀਬਿਲਿਟੀ ਮੈਂਸ਼ਨ ਕੀਤੀ ਹੈ। ਕਾਹਦੀ ਪੋਸੀਬਿਲਿਟੀ ਮੈਂਸ਼ਨ ਕੀਤੀ ਆ? ਕਿ ਟੈਕਨੋਲੋਜੀ ਅਪਲਾਈ ਹੋਊਗੀ ਜੀ ਕਹਿੰਦੇ ਹੋਰ ਇੰਡਸਟਰੀਆਂ ਜਿਹੜੀਆਂ ਹੈਗੀਆਂ ਵਾ। ਚਲੋ ਜਾ ਕੇ ਮੈਨੂੰ ਪਹਿਲਾਂ ਤਾਂ ਧਿਆਨ ਨਾਲ ਦੇਖੋ ਵੀ ਕਿਹੜਾ ਏਦਾਂ ਦੇ ਵਿੱਚੋਂ ਤੁਸੀਂ ਕਿਤੇ ਨਾ ਕਿਤੇ ਪੜ੍ਹ ਕੇ ਆਏ ਹੋ ਜੀ। ਹਾਂਜੀ ਹਾਂਜੀ ਕੋਈ ਪੜ੍ਹ ਕੇ ਆਏ ਹੋ ਜੀ ਇਹ ਚੋਂ? ਹਾਲੇ ਤੱਕ ਆਪਾਂ ਪਹਿਰੇ ਕਿੰਨੇ ਪੜ੍ਹੇ ਆ ਜੀ? A ਤੇ B ਹਾਂਜੀ ਤੇ ਲਾਸਟ ਵਿੱਚੋਂ ਕਿਹੜੇ ਪੜ੍ਹੇ ਆ ਜੀ? D E, ਬਸ ਆਹ ਹੀ ਮੇਜਰ ਪੜ੍ਹਿਆ। ਇਹਦਾ ਮਤਲਬ ਪਹਿਲੀ ਤਾਂ ਪ੍ਰਾਇੋਰਟੀ ਇਹਨਾਂ ਚਾਰਾਂ ਨੂੰ ਹੀ ਆਪਾਂ ਦੇਖਾਂਗੇ। ਕਿਸੇ ਪੈਰੇ ਵਿੱਚ ਲਿਖਿਆ ਸੀ ਕਿ ਬ੍ਰਿਟੇਨ ਨੇ ਪਹਿਲਾਂ ਕੋਈ ਕੋਸ਼ਿਸ਼ ਕੀਤੀ ਹੋਵੇ ਜੀ? ਯਾਦ ਹੈ ਕਿਸੇ ਨੂੰ ਜੀ? ਸਰ ਚਲੋ ਆਪਾਂ ਪਹਿਲੇ ਪੈਰੇ ਤੇ ਚੱਲਦੇ ਹਾਂ ਫਿਰ। ਹੁਣ ਪਹਿਲੇ ਪੈਰੇ ਤੇ ਜਾਣ ਦਾ ਪਰਪਸ ਕੀ ਹੈ ਯਾਦ ਰੱਖਿਓ। ਮੇਰੀ ਪਹਿਲੀ ਕੋਸ਼ਿਸ਼ ਹੈ ਮੈਂ ਜਸਟ ਆ ਪਹਿਲਾਂ 4 ਪੈਰੇ ਦੇਖਣੇ ਆ, ਕਿਉਂਕਿ ਮੈਂ ਜਾਣੀ ਕਿ ਉਹ ਪੈਰਿਆਂ ਨੂੰ ਹੱਥ ਕਾਹਤੋਂ ਪਾਵਾਂ ਜਿਨ੍ਹਾਂ ਬਾਰੇ ਮੈਨੂੰ ਹਾਲੇ ਤੱਕ ਕੁਝ ਵੀ ਨਹੀਂ ਪਤਾ। ਮੈਂ ਕਿਹਨਾਂ ਕੋਲ ਜਾਊਂਗਾ? ਜਿਨ੍ਹਾਂ ਦੇ ਬਾਰੇ ਮੈਂ ਪਹਿਲਾਂ ਪੜ੍ਹ ਚੁੱਕਿਆ, ਜਿਨ੍ਹਾਂ ਦੀ ਜਾਣਕਾਰੀ ਮੇਰੇ ਮਾਈਂਡ 'ਚ ਹਾਲੇ ਥੋੜੀ ਜਿਹੀ, ਜੇ ਮੈਂ ਰੀਕਾਲ ਵੀ ਕਰਾਂ ਤਾਂ ਸਾਰੀ ਮੇਰੇ ਮਾਈਂਡ 'ਚ ਆ ਜਾਣੀ ਆ। ਤਾਂ ਮੈਂ ਇੱਥੇ ਆਪਾਂ ਪੜ੍ਹਿਆ ਸੀ ਬਿਲਕੁਲ ਜੀ, ਧਿਆਨ ਨਾਲ ਦੇਖਿਓ ਜੀ, ਕਿ ਵਿੰਡ ਦੇ ਵਾਂਗੂ ਨਹੀਂ ਜੀ ਕਹਿੰਦੇ ਪ੍ਰੈਡਿਕਟੇਬਲ ਹੁੰਦੀਆਂ ਵਾ। ਤੇ ਫਿਰ ਕਹਿੰਦੇ ਜੀ ਬ੍ਰਿਟੇਨ ਸੈਲਫ ਸਫੀਸ਼ੀਐਂਟ ਬਣ ਜਾਣਾ ਜੀ ਕਹਿੰਦੇ, ਡਰਾਸਟਿਕ ਉੱਥੋਂ ਹਵਾ ਪੋਲਿਊਸ਼ਨ ਘਟ ਜਾਣਾ ਵਾ ਜੀ ਉਹ ਕਹਿੰਦੇ। ਤੇ ਜੇ ਆ ਤਿੰਨੇ ਚੀਜ਼ਾਂ ਡਿਵੈਲਪ ਹੋ ਗਈਆਂ ਤਾਂ ਬ੍ਰਿਟੇਨ ਯੋਗ ਹੋਊਗਾ ਆ ਸਾਰੀਆਂ ਚੀਜ਼ਾਂ ਤੇ ਕਾਬੂ ਪਾ ਲੈਣਾ ਇਹਨੇ, ਬਾਹਰ ਭੇਜਿਆ ਕਰੂਗਾ ਜੀ ਕਹਿੰਦੇ ਪਾਵਰ ਨੂੰ। ਹੋਰ ਪਾਸ ਜਿਹੜੇ ਯੂਰਪ ਦੇ ਹੈਗੇ ਆ ਜੀ, ਤਾਂ ਦੇਖੋ ਰੀਕਾਲ ਕਿੰਨੇ ਟਾਈਮ 'ਚ ਹੋ ਗਈ? 40 ਸੈਕਿੰਡ ਦੇ ਵਿੱਚ ਹੋ ਗਈ, 30 to 40 ਸੈਕਿੰਡ। ਮੈਨੂੰ ਯਾਦ ਆ ਗਿਆ ਵੀ ਇੱਥੇ ਤਾਂ ਹਜੇ ਟਾਈਡਲ ਦੀਆਂ ਸਾਰੀਆਂ ਚੀਜ਼ਾਂ ਲਿਖੀਆਂ ਪਈਆਂ। ਵਿੰਡ ਦੇ ਵਾਂਗੂ ਨਹੀਂ ਜੀ ਕਹਿੰਦੇ ਬ੍ਰਿਟੇਨ, ਜਿਹਨੇ ਕਿ ਪਹਿਲਾਂ ਕਹਿੰਦੇ ਡਿਵੈਲਪ ਕੀਤੀ ਸੀਗੀ ਤੇ ਬਾਅਦ ਚੋਂ ਛੱਡਤੀ ਸੀਗੀ। ਕੀ ਛੱਡਤੀ ਸੀਗੀ? ਵਿੰਡ ਪਾਵਰ ਪਹਿਲਾਂ ਬ੍ਰਿਟੇਨ ਨੇ ਕਹਿੰਦੇ ਟਰਾਈ ਕੀਤੀ ਸੀਗੀ, ਟਾਈਡਲ ਤੋਂ ਪਹਿਲਾਂ ਵਿੰਡ ਕੀਤੀ ਸੀਗੀ ਤੇ ਬਾਅਦ ਚੋਂ 20 ਸਾਲਾਂ ਬਾਅਦ ਇਹਨੇ ਛੱਡਤੀ ਸੀਗੀ ਜੀ। ਤਾਂ ਮੈਨੂੰ ਯੈਸ ਔਰ ਨੋ ਦੱਸੋ, ਕੀ ਕੋਈ ਲੱਗ ਰਿਹਾ ਕਿ ਹਲੇ ਵੀ ਨਹੀਂ ਲੱਗ ਰਿਹਾ? ਹਾਂਜੀ ਅੱਛਾ, ਇਹਦਾ ਮਤਲਬ ਕੀ ਹੁੰਦਾ ਜੀ? ਪਹਿਲਾਂ ਸਰ ਸਰ ਪਹਿਲਾਂ ਵਾਲਾ ਤੇ ਇਹਦਾ ਮਤਲਬ ਕੀ ਹੁੰਦਾ ਜੀ? ਸਰ ਕੋਸ਼ਿਸ਼ ਕਰਨਾ। ट्राई ਕੋਸ਼ਿਸ਼ करना ਕਰਨਾ। ਤੇ ਇਹਦਾ ਮਤਲਬ ਕੀ ਹੁੰਦਾ? ਕੋਈ ਹੋਰ ਸੋਰਸ। ਹਾਂਜੀ ਤੇ ਯਾਨੀ ਕਿ ਇਹ ਪੈਰੇ ਵਿੱਚ ਲਿਖਿਆ ਕਿ ਬ੍ਰਿਟੇਨ ਨੇ ਪਹਿਲਾਂ ਕੋਈ ਹੋਰ ਸੋਰਸ ਟਰਾਈ ਕੀਤਾ ਸੀਗਾ એનર્ਜੀ ਦਾ? ਹਾਂਜੀ ਸਰ ਯੈਸ ਬਿਲਕੁਲ ਜੀ। ਤਾਂ ਫਿਰ ਕਿਹੜਾ ਆ ਗਿਆ ਇਹਦਾ? ਸਰ ਇਹ ਆ ਗਿਆ ਜੀ। ਸਮਝ ਲੱਗ ਗਈ ਜੀ? ਤਾਂ ਧਿਆਨ ਹਾਂਜੀ 'ਚ ਰੱਖਿਓ ਸਾਰੀ ਚੀਜ਼ ਕਿ ਤੁਸੀਂ ਪੈਰੇ ਜਾਂ ਤਾਂ ਸ਼ਾਰਟ ਪੜ੍ਹਨੇ ਆ, ਇੱਕ ਤਾਂ ਤੁਹਾਡੇ ਕੋਲੇ ਆਪਸ਼ਨ ਸ਼ਾਰਟ। ਹੁਣ ਤੁਸੀਂ ਮੈਨੂੰ ਕਹੋਗੇ ਸਰ ਤੁਸੀਂ ਸ਼ਾਰਟ ਤਾਂ ਪੜ੍ਹਿਆ ਨਹੀਂ, ਤੁਸੀਂ ਤਾਂ ਪਹਿਲਾ ਪੈਰਾਗ੍ਰਾਫ ਪੜ੍ਹਿਆ ਜੀ। ਮੈਂ ਪਹਿਲਾ ਗ੍ਰਾਫ ਤਾਂ ਪੜ੍ਹਿਆ ਕਿਉਂਕਿ ਪਹਿਲਾ ਪੈਰਾਗ੍ਰਾਫ 80% ਤਾਂ ਮੈਨੂੰ ਵੈਸੇ ਹੀ ਹੈ, ਜਾਣੀ ਕਿ ਦੇਖਣ ਤੇ ਯਾਦ ਆ ਜਾਣਾ ਜੀ। ਤਾਂ ਪਹਿਲਾਂ ਕੁਐਸਚਨਸ ਨੂੰ ਧਿਆਨ ਨਾਲ ਪੜ੍ਹੋ। ਦੂਜੀ ਸਟ੍ਰੈਟਜੀ ਹੈ ਜਾਂ ਤਾਂ ਸਮਾਲ ਪੈਰਾਗ੍ਰਾਫਸ ਚੱਕੋ, ਚੂਜ਼ ਕਰੋ, ਜਾਂ ਪਹਿਲਾਂ ਕਿਹੜੇ ਪੈਰਾਗ੍ਰਾਫ ਚੱਕੋ ਜਿਨ੍ਹਾਂ ਦੇ ਬਾਰੇ ਤੁਸੀਂ ਪਹਿਲਾਂ ਹੀ ਪੜ੍ਹ ਚੁੱਕੇ ਹੋ, ਜਿਨ੍ਹਾਂ ਦੀ ਜਾਣਕਾਰੀ ਪਹਿਲਾਂ ਹੀ ਤੁਹਾਡੇ ਬ੍ਰੇਨ 'ਚ ਹੈਗੀ ਹੈ। ਸੋ ਜਦੋਂ ਹੁਣ ਮੈਂ ਜਿਹੜੇ ਪਹਿਲਾਂ ਹੀ ਪੜ੍ਹੇ ਆ ਉਹ ਪੜ੍ਹਨ ਤੋਂ ਬਾਅਦ ਚੋਂ ਮੇਰੇ ਕੋਲੇ ਹਲੇ ਵੀ 2-3 ਪੈਰਾਗ੍ਰਾਫ ਬਚਨੇ ਆ, ਤੇ ਉਹ 2-3 ਦੇ ਵਿੱਚੋਂ ਮੈਂ ਕਿਹੜੀ ਪ੍ਰਾਇੋਰਟੀ ਰੱਖੂੰਗਾ ਹੁਣ ਕਿ ਸਭ ਤੋਂ ਛੋਟਾ ਪੈਰਾ ਕਿਹੜਾ ਵਾ? ਜਿਨ੍ਹਾਂ ਬਾਰੇ ਪਤਾ ਵਾ ਉਹ ਸ਼ਾਰਟ ਤੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰਨਗੇ। ਕਿਉਂ? ਕਿਉਂਕਿ ਉਹਨਾਂ ਬਾਰੇ ਤਾਂ ਤੁਸੀਂ ਪੜ੍ਹ ਹੀ ਚੁੱਕੇ ਹੋ ਪਹਿਲਾਂ। ਹੁਣ B ਦਾ ਰਿਹਾ ਜੀ, ਹੁਣ B ਤਾਂ ਤੁਸੀਂ ਪੜ੍ਹ ਹੀ ਚੁੱਕੇ ਹੋ ਸਾਰੇ ਜਾਣੇ, ਮੈਂ ਤੁਹਾਡੇ ਤੋਂ ਹੁਣੀ ਪੜ੍ਹਾਇਆ ਸੀਗਾ ਜਦੋਂ ਮੈਂ ਕਿਹਾ ਸੀਗਾ B ਪੈਰਾ ਪੜ੍ਹਿਓ ਜੀ, ਫਿਰ ਮੈਂ ਤੁਹਾਨੂੰ ਲੈ ਕੇ ਚੱਲਦਾ ਜੀ ਉੱਧਰ। ਤਾਂ ਹੁਣ ਸੇਮ ਤੁਸੀਂ B ਜਦੋਂ ਇੱਕ ਵਾਰੀ ਫਿਰ ਪੜ੍ਹੋਗੇ ਤੁਸੀਂ ਦੁੱਗਣੀ ਸਪੀਡ ਦੇ ਵਿੱਚ ਪੜ੍ਹ ਜਾਣਾ ਜੀ। ਚਲੋ ਜੀ ਪੜ੍ਹਦੇ ਹਾਂ ਜੀ ਪੈਰਾਗ੍ਰਾਫ B। ਹਾਂਜੀ ਤਾਂ ਦੇਖੋ B ਦੇ ਵਿੱਚ ਕੀ ਕਹਿੰਦੇ, ਮਿੰਟੋ ਮਿੰਟ ਹੀ ਪੜਾਂਗੇ ਜੀ।
ਟਾਈਡਲ ਸਾਈਟਸ ਕਹਿੰਦੇ ਪਹਿਲਾਂ ਹੀ ਦੇਖੀਆਂ ਜਾ ਚੁੱਕੀਆਂ ਜੋ ਕਿ ਪ੍ਰੋਡਿਊਸ ਕਰਨਗੀਆਂ 16 ਯੂਕੇ ਦੀ એનર્ਜੀ, ਜਿਹਦਾ ਪ੍ਰਾਈਸ ਕੰਪੀਟੀਟਿਵ ਹੋਊਗਾ ਜੀ। ਕਹਿੰਦੇ ਇੱਕ ਸਾਈਟ ਹੈਗੀ ਆ, ਨਾਮ ਲਿਖਿਆ ਪਿਆ ਵਾ, ਕਿਹਦੇ ਵਿੱਚ ਆ ਜੀ ਇਹ? ਕਹਿੰਦੇ 10% ਕੰਟਰੀ ਦੀ ਬਿਜਲੀ ਇਹ ਪੈਦਾ ਕਰੂਗੀ। ਕਹਿੰਦੇ ਅੱਗੇ ਜਾ ਕੇ ਲਿਖਿਆ ਪਿਆ ਇੱਕ ਹੋਰ ਸਾਈਟ ਹੈਗੀ ਆ ਜੀ ਜੋ 1200 ਮੈਗਾਵਾਟ ਲਾਰਜੈਸਟ ਹੋਊਗੀ ਜੀ, ਫਲਾਣਾ ਢਮਕਾ ਜੋ ਵੀ ਆ। ਹੋਰ ਵੀ ਜਗ੍ਹਾ ਹੈਗੀਆਂ ਜੀ ਕਹਿੰਦੇ ਜਿਹਦੇ ਵਿੱਚ ਕੀ ਸ਼ਾਮਿਲ ਆ, ਜਾਣੀ ਕਿ ਆਹ ਜਗ੍ਹਾ ਸ਼ਾਮਿਲ ਆ, ਵੈਸਟ ਕੋਸਟ ਸ਼ਾਮਿਲ ਆ ਸਕਾਟਲੈਂਡ ਦਾ ਜੀ। ਪਰਟੀਕੁਲਰਲੀ ਕਹਿੰਦੇ ਇਹਦੇ ਵਿੱਚ ਕੈਨਲ ਆ ਤੇ ਆਹ ਵਾਲੀ ਚੱਕੋ ਜੀ, ਇਹ ਤਾਂ ਜਗ੍ਹਾ ਨਾਲ ਹੀ ਭਰਿਆ ਪਿਆ ਜੀ ਕਿ ਜਗ੍ਹਾ ਕਿਹੜੀਆਂ ਕਿਹੜੀਆਂ ਹੈਗੀਆਂ, ਕਿਹੜੀਆਂ ਕਿਹੜੀਆਂ ਨਹੀਂ। ਮੈਨੂੰ ਮਿੰਟੋ ਮਿੰਟ ਹੀ ਪੜ੍ਹ ਕੇ ਦੱਸੋ ਕੀ ਤੁਹਾਨੂੰ ਕੋਈ ਲੱਗ ਰਿਹਾ ਵਾ ਕਿ ਫਾਲਤੂ ਪੈਰਾ ਵਾ ਜੀ? ਜਾਂ ਤਾਂ ਫਾਲਤੂ ਹੋ ਸਕਦਾ ਵਾ ਜਾਂ ਹੋ ਸਕਦਾ ਵਾ ਜੀ। ਬਸ ਮੈਂ ਇੱਥੇ ਡਿਜ਼ਾਈਨਿੰਗ ਕਰਨ ਲੱਗਾ ਜੋ ਆਪਾਂ ਡੇਲੀ ਕਰਦੇ ਹੁੰਦੇ ਹਾਂ ਜੀ, ਜਿਹਦੇ ਵਿੱਚ ਮੈਂ ਇਹਦੇ ਉੱਪਰ ਲਾਤਾ ਟਿਕ ਲਾਤੀ ਕਿਉਂਕਿ ਇਹ ਹੋ ਗਿਆ ਮੇਰਾ, ਇਹ ਮੇਰਾ ਹੋ ਗਿਆ। ਅੱਛਾ ਕੋਈ ਲੱਗ ਰਿਹਾ ਜਾਂ ਕੋਈ ਨਹੀਂ ਲੱਗ ਰਿਹਾ ਜੀ? ਇਹਦੇ ਵਿੱਚ ਕੋਈ ਦਿੱਤਾ ਵੀ ਪਹਿਲੀ ਜਗ੍ਹਾ ਕਿਹੜੀ ਸੀਗੀ ਜਿੱਥੇ ਟੈਸਟ ਕੀਤਾ ਗਿਆ? ਮੈਨੂੰ ਤਾਂ ਕੋਈ ਇਦਾਂ ਦੀ ਚੀਜ਼ ਨਹੀਂ ਦਿਖੀ ਜਮਾਂ ਵੀ। ਬ੍ਰਿਟੇਨ 'ਚ ਵਾਪਸ ਕਿਵੇਂ ਲੈ ਕੇ ਆਉਣਾ ਜੀ, ਪੋਸੀਬਿਲਿਟੀ ਟੈਕਨੋਲੋਜੀ ਦੀ ਜੀ, ਕੋਈ ਲੱਗ ਰਿਹਾ ਜਾਂ ਕ੍ਰਾਸ ਕਰੀਏ ਜੀ ਇਹ? ਹਾਂਜੀ ਸਰ ਕ੍ਰੋਸ। ਕ੍ਰਾਸ, ਬਿਲਕੁਲ ਜੀ। ਤਾਂ ਆਪਾਂ ਧਿਆਨ ਨਾਲ ਦੇਖਿਓ, ਜਿਹੜੀ ਜੋ ਤੁਸੀਂ ਇਹ ਚੀਜ਼ ਨੀਚੇ ਲਿਖ ਲੈਂਦੇ ਹੋ ਨਾ ਮਿੰਟੋ ਮਿੰਟ, ਇਹ ਲਿਖਣ ਤੇ ਕਿੰਨੇ ਟਾਈਮ ਲੱਗਦੇ ਆ? ਹੱਦ 4 ਸੈਕਿੰਡ ਲੱਗੇ ਮੈਨੂੰ, ਪਰ ਹੁਣ ਮੇਰਾ ਮਾਈਂਡ ਵਿਜ਼ੂਅਲਾਈਜ਼ ਬਹੁਤ ਵਧੀਆ ਤਰੀਕੇ ਨਾਲ ਕਰਨ ਲੱਗ ਗਿਆ। ਦੇਖੋ ਪਹਿਲੇ ਤਾਂ ਮੈਂ ਟਿਕ ਲਾਈ ਆ, ਦੂਸਰੇ ਤੇ ਮੈਂ ਕ੍ਰਾਸ ਲਾਇਆ ਵਾ। ਇਹਦੇ ਉੱਪਰ ਮੈਨੂੰ ਏਦਾਂ ਵਾ ਕਿ ਜੀ ਆਹ ਪੈਰਿਆਂ ਦੇ ਬਾਰੇ ਮੈਨੂੰ ਪਤਾ ਵਾ, ਸੋ ਚਲੋ ਜੀ ਚੱਲਦੇ ਆ। ਹੁਣ ਮੈਂ ਚੱਲਿਆ ਵਾ ਪੈਰਾਗ੍ਰਾਫ ਡੀ ਦੇ ਉੱਪਰ। ਕਾਰਨ ਕੀ ਆ? ਕਿਉਂਕਿ ਡੀ ਮੇਰਾ ਪਹਿਲਾਂ ਹੀ ਪੜਿਆ ਹੋਇਆ ਜੀ। ਡੀ ਪੈਰਾਗ੍ਰਾਫ ਜੋ ਹੈ ਇੱਕ ਤਰ੍ਹਾਂ ਦਾ ਪਹਿਲਾਂ ਹੀ ਪੜਿਆ ਜਿਹਾ ਆ ਰਿਹਾ ਜੀ, ਪੈਰਾਗ੍ਰਾਫ ਡੀ। ਅੱਛਾ ਡੀ ਦੇ ਵਿੱਚ ਕੀ ਦਿੱਤਾ ਹੋਇਆ ਸੀਗਾ ਜੀ? ਮੈਨੂੰ ਦੇਖਣ ਤੇ ਯਾਦ ਆ ਗਿਆ ਜਿਹੜੀ ਉਹ ਟਰਬਾਈਨ, ਜਿਹੜੀ ਉਹ ਡਾਇਗਰਾਮ ਆ ਉਹਦੇ ਬਾਰੇ ਸਾਰਾ ਵਿਸਥਾਰ ਦੇ ਵਿੱਚ ਦੱਸਿਆ ਹੋਇਆ ਜੀ। ਇਹਦੇ ਵਿੱਚ ਮੈਂ ਮਿੰਟੋ ਮਿੰਟ ਹੀ ਪੜੂੰਗਾ। ਇੱਕ ਟਰਬਾਈਨ ਬਲੇਡ ਹੈ ਜੀ, ਕਹਿੰਦੇ ਆ ਗੱਲਾਂ ਕੀਤੀਆਂ ਪਈਆਂ। ਸਾਈਜ਼ ਹੁੰਦਾ ਜਿਹੜਾ ਹੈਗਾ ਜਨਰੇਟਰ ਟੂ ਪ੍ਰੋਡਿਊਸ 3 ਟਾਈਮਸ ਜ਼ਿਆਦਾ ਪਾਵਰ ਪ੍ਰੋਡਿਊਸ ਕਰਦਾ। ਬਲੇਡਸ ਵਿਲ ਵੀ 20 ਸੈਂਟੀਮੀਟਰ ਡਾਇਆਮੀਟਰ ਦੇ ਵਿੱਚ ਹੋਣਗੇ ਜੀ ਜੇ ਆਪਾਂ ਦੇਖਿਆ ਤਾਂ। ਤੇ ਕਹਿੰਦੇ ਅਰਾਊਂਡ 30 ਸੈਂਟੀਮੀਟਰ ਯਾਨੀ ਕਿ ਵਾਟਰ ਰਿਕੁਆਇਰਮੈਂਟ ਦੀ ਲੋੜ ਪਊਗੀ। ਵਿੰਡ ਪਾਵਰ ਦੇ ਵਾਂਗੂ ਨਹੀਂ ਕਹਿੰਦੇ ਜੀ। ਕਹਿੰਦੇ ਜੀ ਹਾਂਜੀ ਇਹ ਕੀ ਕਰਦੇ ਆ ਇਹਨਾਂ ਵਿੱਚ? ਕਹਿੰਦੇ এনवायरमेंटल ਨੂੰ ਲੈ ਕੇ ਕੋਈ ਦਿੱਕਤ ਨਹੀਂ। ਸਮੁੰਦਰੀ ਜੀਵ ਕਹਿੰਦੇ ਵੀ ਰਿਸਕ ਉੱਪਰ ਨਹੀਂ ਹੋਣਗੇ ਕਿਉਂਕਿ ਬਲੇਡਸ ਹੌਲੀ ਹੌਲੀ ਟਰਨ ਕਰਦੇ ਆ। ਹਰੇਕ ਟਰਬਾਈਨ ਕਹਿੰਦੇ ਮਾਊਂਟਡ ਹੋਊਗੀ ਵਾਟਰ ਦੇ ਉੱਪਰ ਜੀ। ਤੇ ਬਾਅਦ ਚੋਂ ਜੀ ਉਹ ਕਨੈਕਟ ਕਿਹਦੇ ਨਾਲ ਕੀਤਾ ਹੋਊਗਾ? ਡੈਸ਼ ਦੇ ਨਾਲ ਜੀ। ਤੇ ਬਾਅਦ ਚੋਂ ਜਿਹੜੇ ਟਾਵਰਸ ਆ ਜੀ ਕਹਿੰਦੇ ਉਹ ਕੀ ਹੋਣਗੇ? ਸਟਿਕ ਆਊਟ ਆਫ ਦਾ ਵਾਟਰ, ਵਾਟਰ ਚੋਂ ਬਾਹਰ ਕੱਢੇ ਜਾਣਗੇ ਜੀ। ਹਾਂਜੀ ਲਿਫਟ ਕੀਤੇ ਜਾਣਗੇ ਜੀ ਉਹ। ਤੇ ਬਾਅਦ ਚੋਂ ਬਲੇਡਸ ਵੀ ਜਿਹੜੇ ਹੈਗੇ ਆ ਜੀ, ਹਾਂਜੀ ਕਲੀਨ ਸੀਵਿਡ ਫਰੋਮ ਬਲੇਡ। ਆਹ ਚੀਜ਼ਾਂ ਲਿਖੀਆਂ ਪਈਆਂ ਜੀ। ਮਿੰਟੋ ਮਿੰਟ ਹੀ ਜਾ ਕੇ ਮੈਨੂੰ ਦੱਸੋ ਕਿ ਮੈਂ ਇਹਨੂੰ ਟਿਕ ਕਰਾਂ ਜਾਂ ਕ੍ਰਾਸ ਕਰਾਂ। ਹਾਂਜੀ ਪਹਿਲੀ ਟੈਸਟ ਸਾਈਟ, ਜਿਹੜੀ ਜਗ੍ਹਾ ਤੇ ਪਹਿਲਾਂ ਟੈਸਟ ਕੀਤਾ ਸੀਗਾ ਜੀ, ਕਿਤੇ ਨਹੀਂ ਲਿਖਿਆ ਜੀ। ਕਹਿੰਦੇ ਪਾਵਰ ਨੂੰ ਵਾਪਸ ਲੈ ਕੇ ਆਉਣ ਦਾ ਜੀ ਬ੍ਰਿਟੇਨ ਦੇ ਵਿੱਚ ਦਾ ਵੇ ਆਫ ਬ੍ਰਿੰਗਿੰਗ ਦਾ ਪਾਵਰ, ਹਾਂਜੀ ਬ੍ਰਿੰਗਿੰਗ ਹੁੰਦਾ ਲੈ ਕੇ ਆਉਣਾ ਜੀ। ਕਹਿੰਦੇ ਇੱਕ ਜਗ੍ਹਾ ਤੇ ਲੈ ਕੇ ਆਉਣਾ ਵਾਪਸ ਨਹੀਂ ਜੀ। ਮੈਂਸ਼ਨ ਆਫ ਪੋਸੀਬਲ ਟੈਕਨੋਲੋਜੀ, ਹਾਂਜੀ ਜੀ। ਤਾਂ ਮੈਨੂੰ ਯੈਸ ਔਰ ਨੋ ਦੱਸੋ ਮਿੰਟੋ ਮਿੰਟ ਹੀ ਕਿ ਲਾਵਾਂ ਜਾਂ ਕ੍ਰਾਸ ਕਰਾਂ ਜੀ? ਸਰ ਕ੍ਰਾਸ। ਹਾਂਜੀ ਤਾਂ ਆਪਾਂ ਇਹਨੂੰ ਮਿੰਟੋ ਮਿੰਟ ਹੀ ਕ੍ਰਾਸ ਕਰਦੇ ਹਾਂ ਜੀ। ਧਿਆਨ ਨਾਲ ਦੇਖਿਓ ਜੀ, ਆਪਾਂ ਇਹਨੂੰ ਮਿੰਟੋ ਮਿੰਟ ਹੀ ਕੀ ਕੀਤਾ, ਇਹਨੂੰ ਆਪਾਂ ਕ੍ਰਾਸ ਕੀਤਾ। ਨੈਕਸਟ ਪੈਰੇ ਤੇ ਜਾਣਾ ਵਾ ਜੋ ਕਿ ਪੈਰਾ ਛੋਟਾ ਜਿਹਾ। ਦੋ ਬੈਨੀਫਿਟ ਹੋ ਗਏ, ਛੋਟਾ ਵੀ ਆ ਤੇ ਆਪਾਂ ਹੁਣ ਦੇਖਦੇ ਵੀ ਆ ਜੀ ਇਹਨੂੰ ਕੀ ਕਹਿੰਦੇ। ਹਾਂਜੀ ਜੀ ਚਲੋ ਜੀ ਕੀ ਕਹਿੰਦੇ? ਕੋਈ ਡਾਕਟਰ ਆ ਜੀ, ਕਹਿੰਦੇ ਡਾਕਟਰ ਹੈਜ਼ ਡਨ, ਕਹਿੰਦੇ ਡਾਕਟਰ ਜ਼ਿਆਦਾਤਰ ਵਰਕ ਕਰ ਚੁੱਕਾ ਜੀ। ਕਿੱਥੇ ਲਿਖਿਆ ਵਾ? ਜਗ੍ਹਾ ਦਾ ਨਾਮ ਲਿਖਿਆ ਵਾ। ਕਹਿੰਦੇ ਵੇਅਰ ਜਿੱਥੇ ਪਾਵਰਫੁਲ ਕਰੰਟਸ ਆ ਜੀ, ਕਹਿੰਦੇ ਇਹ ਸਿੰਗਲ ਜਿਹੜੀ ਅੰਡਰ ਸੀ ਟਰਬਾਈਨ ਫਾਰਮ ਆ ਵੁੱਡ ਪ੍ਰੋਡਿਊਸ, ਇਹ ਪ੍ਰੋਡਿਊਸ ਕਰੂਗਾ ਫਾਰ ਮੋਰ ਪਾਵਰ, ਬਹੁਤ ਜ਼ਿਆਦਾ ਯਾਨੀ ਕਿ ਪਾਵਰ ਨੂੰ ਪ੍ਰੋਡਿਊਸ ਕਰੂਗਾ ਦੈਨ ਨੀਡਡ ਫॉर ਦਾ ਚੈਨਲ ਆਈਲੈਂਡ। ਜਿੰਨੀ ਇਹਨਾਂ ਨੂੰ ਚਾਹੀਦੀ ਆ ਉਹਨਾਂ ਤੋਂ ਵੀ ਜ਼ਿਆਦਾ ਕਰੂਗਾ ਜੀ। ਮੋਸਟ ਵੁੱਡ ਵੀ ਫੈਡ ਇਨਟੂ, ਜ਼ਿਆਦਾਤਰ ਕਹਿੰਦੇ ਕਿਹਦੇ ਵਿੱਚ ਭੇਜੀ ਜਾਊਗੀ ਇਹ ਪਾਵਰ? ਕਹਿੰਦੇ ਯਾਨੀ ਕਿ ਫ੍ਰੈਂਚ ਗ੍ਰਿਡ ਦੇ ਵਿੱਚ ਭੇਜ ਦਾਂਗੇ। ਤੇ ਬਾਅਦ ਚੋਂ ਕਹਿੰਦੇ ਉਹ ਕਹਿੰਦੇ ਕਿ ਰੀ ਇੰਪੋਰਟਡ, ਵਾਪਸ ਬਾਅਦ ਚੋਂ ਬੈਕ ਲੈ ਕੇ ਆਵਾਂਗੇ ਜੀ। ਕਹਿੰਦੇ ਇੰਪੋਰਟ ਦਾ ਮਤਲਬ ਲੈ ਕੇ ਆਉਣਾ ਤੇ ਮੂਰੇ ਰੀ ਲਾਤਾ ਤਾਂ ਦੁਬਾਰਾ ਵਾਪਸ ਲੈ ਕੇ ਆਉਣਾ। ਪਹਿਲਾਂ ਇੱਕ ਵਾਰੀ ਉਹਨਾਂ ਨੇ ਸਾਰੀ ਫ੍ਰੈਂਚ ਗ੍ਰਿਡ ਦੇ ਵਿੱਚ ਭੇਜ ਦਾਂਗੇ, ਉਹ ਕਹਿੰਦੇ ਜੀ ਜਿਹਦੀ ਆਪਾਂ ਨੂੰ ਇੱਕ ਤਰ੍ਹਾਂ ਦੀ ਲੋੜ ਨਾ ਹੋਈ। ਬਾਅਦ ਚ ਉਹਨੂੰ ਬ੍ਰਿਟੇਨ ਦੇ ਵਿੱਚ ਵਾਪਸ ਲਿਆਵਾਂਗੇ। ਕਿਹਦੇ ਰਾਹੀਂ ਲੈ ਕੇ ਆਵਾਂਗੇ? ਇੱਕ ਜਰੀਆ ਦੱਸਿਆ ਹੋਇਆ ਵਾ ਜੀ, ਕੇਬਲ ਦੇ ਰਾਹੀਂ ਲੈ ਕੇ ਆਵਾਂਗੇ ਜਿਹੜੀਆਂ ਚੈਨਲਸ ਦੇ ਵਿੱਚ। ਮਿੰਟੋ ਮਿੰਟ ਮੈਨੂੰ ਦੱਸੋ ਜੀ ਕੋਈ ਲਾਵਾਂ ਜਾਂ ਕ੍ਰਾਸ ਕਰਾਂ? ਪਹਿਲੀ ਜਗ੍ਹਾ ਦਿੱਤੀ ਹੋਈ ਆ
ਨਹੀਂ ਜੀ, ਕੋਈ ਰਾਸਤਾ ਦਿੱਤਾ ਹੋਇਆ ਕਿ ਪਾਵਰ ਬ੍ਰਿਟੇਨ ਦੇ ਵਿੱਚ ਵਾਪਸ ਲਿਆਉਂਦਾ ਜੀ, ਅੱਗੇ ਲਿਖਿਆ ਹੋਇਆ ਜੀ ਮੈਂਸ਼ਨ ਕੀਤੀ ਹੋਈ ਆ ਪੋਸੀਬਿਲਿਟੀ ਆ ਕੋਈ ਟੈਕਨੋਲੋਜੀ ਦੀ, ਮੈਨੂੰ ਮਿੰਟੋ ਮਿੰਟ ਹੀ ਦੱਸੋ ਕਿ ਕੀ ਲਾਉਣਾ ਚਾਹੀਦਾ ਵਾ ਜੀ। ਹਾਂਜੀ ਸਰ ਸੈਕਿੰਡ ਕਿਹੜਾ ਲਾਉਣਾ ਚਾਹੀਦਾ ਜੀ? ਸੈਕਿੰਡ। ਤਾਂ ਵੈਰੀ ਗੁੱਡ, ਇਹ ਸੈਕਿੰਡ ਨੰਬਰ ਤੇ ਆਪਣਾ ਡਨ ਹੋ ਗਿਆ ਜੀ। ਸਭ ਤੋਂ ਛੋਟਾ ਪੈਰਾ ਸੀਗਾ ਤੇ ਨੰਬਰ 2 ਤੇ ਜਿੰਨਾ ਜਾ ਕੇ ਉੱਥੇ ਦੇਖੋ ਪੜ੍ਹਨਾ ਤੇਜ਼ ਆ, ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਆਪਾਂ ਹੈਡਿੰਗ ਹੁਣ ਤੇਜ਼ ਪੜ੍ਹ ਰਹੇ ਹਾਂ, ਹੁਣ ਆਪਾਂ ਸਲੋ ਨਹੀਂ ਪੜ੍ਹ ਰਹੇ ਜਿਵੇਂ ਆਪਾਂ ਡੇਲੀ ਪੜ੍ਹਦੇ ਹੁੰਦੇ। ਤਾਂ ਦੇਖੋ ਜਿਹੜੀ ਚੀਜ਼ ਤੁਸੀਂ ਪੜ੍ਹੀ ਹੋਈ ਹੈ ਉਹਨੂੰ ਤੇਜ਼ ਪੜ੍ਹੋਗੇ ਤਾਂ ਫਾਇਦਾ, ਜੇ ਤੁਸੀਂ ਪੜ੍ਹੀ ਹੋਈ ਚੀਜ਼ ਨੂੰ ਵੀ ਸਲੋ ਪੜ੍ਹਨ ਲੱਗੇ ਫਿਰ ਕੋਈ ਫਾਇਦਾ ਨਹੀਂਗਾ, ਤੁਹਾਡਾ ਟਾਈਮ ਵੇਸਟ ਹੋ ਜਾਊਗਾ, ਨਾ ਹੀ ਤੁਹਾਡੇ ਤੋਂ ਰੀਡਿੰਗ ਮੈਨੇਜ ਹੋਣੀ ਹੈ ਜੀ ਫਾਈਨਲ ਦੇ ਵਿੱਚ। ਇਹ ਇੱਕ ਟਰੁੱਥ ਆ। ਤੇ ਕੀ ਕਹਿੰਦੇ ਜੀ ਉਹਨੇ, ਆ ਆਪਣੇ ਕੋਲੇ ਹੋ ਗਿਆ ਜੀ, ਬਿਲਕੁਲ ਇਹ ਆਪਣੇ ਕੋਲੇ ਹੋ ਗਿਆ। ਹੁਣ ਮੈਂ ਜਾਣਾ ਵਾਂ ਲਾਸਟ ਪੈਰੇ ਦੇ ਉੱਪਰ। ਲਾਸਟ ਪੈਰਾ ਜੇ ਮੈਨੂੰ ਮਿਲਦਾ ਜਾਂ ਤਾਂ ਲੱਗੂਗਾ ਤੇ ਜਾਂ ਕ੍ਰੋਸ ਹੋਊਗਾ ਜੀ। ਦੇਖਦੇ ਜਾ ਕੇ ਕੀ ਬਣਦਾ ਜੀ, ਜਾ ਕੇ ਦੇਖਦੇ ਆ ਕਿ ਕੀ ਬਣਦਾ ਜੀ, ਕਿਉਂਕਿ ਹਿੰਦੀ ਆਪਾਂ ਆ ਪਹਿਲੀਆਂ ਲਾਈਨਾਂ ਤਾਂ ਪੜ੍ਹੀਆਂ ਹੀ ਸੀਗੀਆਂ ਜੀ, ਪਹਿਲੀਆਂ 2 ਲਾਈਨਾਂ ਪੜ੍ਹੀਆਂ। ਸੀ ਦੇ ਕੰਪੈਰੀਜ਼ਨ ਲੈਂਥ ਦੇਖੀਏ ਜੀ ਇਹਦੀ, ਸੀ ਤਾਂ ਬਹੁਤ ਡਬਲ ਆ ਜੀ ਪੈਰਾ, ਧਿਆਨ ਨਾਲ ਦੇਖਿਓ। ਹੁਣ ਮੈਂ ਉਹ ਸਟ੍ਰੈਟਜੀ ਲਾ ਰਿਹਾ ਜਿਹੜੀ ਮੈਂ ਤੁਹਾਨੂੰ ਦੱਸੀ ਆ ਕਿ ਜਦੋਂ 2 ਪੈਰੇ ਆ ਮੈਂ ਦੋਨਾਂ ਚੋਂ ਕਿਹਦੀ ਤਰਫ ਜਾਊਂਗਾ? ਜਿਹੜਾ ਛੋਟਾ ਪੈਰਾ ਜੀ, ਮੈਂ ਵੱਡੇ ਤਰਫ ਕਾਹਤੋਂ ਜਾਊਂਗਾ ਜੀ? ਕਹਿੰਦੇ ਜੀ 1 ਟੈਕਨੀਕਲ ਡਿਫਿਕਲਟੀ ਆ ਕੈਵਿਟੇਸ਼ਨ, ਜਿੱਥੇ ਕਹਿੰਦੇ ਲੋ ਪ੍ਰੈਸ਼ਰ ਤੇ ਕੀ ਆ ਜੀ, ਜੋ ਬਬਲਸ ਆ ਕਹਿੰਦੇ ਉਹ ਬਾਹਰ ਨਿਕਲਦੇ ਆ ਜੀ। ਕਹਿੰਦੇ ਥੀਸ ਕੈਨ ਕਾਜ਼, ਇਹਦੇ ਨਾਲ ਵਾਈਬ੍ਰੇਸ਼ਨ ਹੋ ਸਕਦੀ ਹੈ, ਡੈਮੇਜ ਹੋ ਸਕਦਾ, ਕਿਹਨੂੰ? ਬਲੇਡ ਨੂੰ, ਟਰਬਾਈਨ ਦੇ ਬਲੇਡ ਨੂੰ ਖਤਰਾ ਜੀ। ਆ ਡਾਕਟਰ ਨੇ ਕਹਿੰਦੇ ਕਿਹਾ ਵਾ ਵੀ ਹੈਵ ਟੂ, ਸਾਨੂੰ ਕਹਿੰਦੇ ਟੈਸਟ ਕਰਨਾ ਪੈਣਾ ਨੰਬਰ ਆਫ ਬਲੇਡ ਟਾਈਪ, ਵੱਖਰੋ ਵੱਖਰੀ ਤਰ੍ਹਾਂ ਦੇ ਬਲੇਡ ਆਪਾਂ ਨੂੰ ਵਰਤਣੇ ਪੈਣੇ ਆ ਟੂ ਅਵੋਇਡ ਦਿਸ ਹੈਪਨਿੰਗ, ਤਾਂ ਕਿ ਇਹ ਚੀਜ਼ ਹੋਣ ਤੋਂ ਰੋਕੀ ਜਾ ਸਕੇ। ਤੇ ਲੀਸਟ ਮੇਕ ਸ਼ੋਰ, ਆਪਾਂ ਨੂੰ ਇਹ ਪੱਕਾ ਕਰਨਾ ਪੈਣਾ ਡਸ ਨੋਟ ਡੈਮੇਜ ਦਾ ਟਰਬਾਈਨ, ਇਹ ਚੀਜ਼ ਟਰਬਾਈਨ ਨੂੰ ਡੈਮੇਜ ਨਾ ਕਰੇ, ਰਿਡਿਊਸ ਪਰਫਾਰਮੈਂਸ, ਨਾ ਹੀ ਪਰਫਾਰਮੈਂਸ ਨੂੰ ਰਿਡਿਊਸ ਕਰੇ ਜੀ। ਇੱਕ ਹੋਰ ਕਹਿੰਦੇ ਚਿੰਤਾ ਹੈਗੀ ਆ, ਉਹ ਕਿਹੜੀ ਆ? ਸਬਮਰਜਡ ਫਲੋਟਿੰਗ ਇਨਟੂ ਬਲੇਡਸ, ਆ ਕੋਈ ਇੱਕ ਹੋਰ ਚਿੰਤਾ ਪ੍ਰਗਟ ਕੀਤੀ ਗਈ ਇੱਥੇ। ਸੋ ਫਾਰ ਹੁਣ ਤੱਕ ਵੀ ਡੋਂਟ ਨੋ, ਆਪਾਂ ਨਹੀਂ ਜਾਣਦੇ ਹਾਊ ਮਚ ਆਫ ਏ ਪ੍ਰੋਬਲਮ, ਆਪਾਂ ਨੂੰ ਹੁਣ ਤੱਕ ਨਹੀਂ ਪਤਾ ਕਿ ਕਿੰਨੀ ਕੁ ਜ਼ਿਆਦਾ ਪ੍ਰੋਬਲਮ ਇਹ ਹੋ ਸਕਦੀ ਹੈ। ਇਟ ਮਾਈਟ ਬੀ, ਆਪਾਂ ਨੂੰ ਹਲੇ ਤੱਕ ਨਹੀਂ ਪਤਾ ਵੀ ਇਹ ਕਿੰਨੀ ਕੁ ਵੱਡੀ ਪ੍ਰੋਬਲਮ ਹੋ ਸਕਦੀ ਆ। ਵੀ ਵਿਲ ਹੈਵ ਟੂ ਮੇਕ ਦਾ ਟਰਬਾਈਨਸ ਰੋਬਸਟ, ਰੋਬਸਟ ਮੀਨ ਸਟਰੋਂਗ, ਸਾਨੂੰ ਕਹਿੰਦੇ ਟਰਬਾਈਨਸ ਨੂੰ ਸਟਰੋਂਗ ਬਣਾਉਣਾ ਪੈਣਾ ਬਿਕੋਜ਼ ਸੀ ਇਜ਼ ਹੌਸਟਾਈਲ, ਸੀ ਕਿੱਦਾਂ ਦਾ, ਜਾਨੀ ਕਿ এনवायरमेंट ਹੈਗਾ ਬਹੁਤ ਭਿਆਨਕ, ਨਾਟ ਫ੍ਰੈਂਡਲੀ, ਇਹਦਾ ਮਤਲਬ ਹੈਗਾ ਨਾਟ ਫ੍ਰੈਂਡਲੀ, ਬਟ ਆਲ ਦਾ ਸਾਈਨ ਵੀ ਕੈਨ ਡੂ ਇਟ, ਬਟ ਸਾਰੀਆਂ ਚੀਜ਼ਾਂ ਆਪਾਂ ਚੰਗੀ ਤਰ੍ਹਾਂ ਕਰ ਸਕਦੇ ਹਾਂ ਜੀ। ਉਹ ਕਹਿੰਦੇ ਇੱਕ ਤਰ੍ਹਾਂ ਦੀ, ਤਾਂ ਟੋਟਲ ਕੀ ਨਿਕਲਿਆ ਜੀ, ਇਹਦੀ ਸਮਰੀ ਕੀ ਨਿਕਲੀ? ਕਹਿੰਦੇ ਜੀ ਬਬਲਸ ਬਣਦੇ, ਇਹ ਇੱਕ ਪਹਿਲੀ ਦਿੱਕਤ ਆ, ਵਾਈਬ੍ਰੇਸ਼ਨ ਹੁੰਦੀ ਆ, ਇਹਦੇ ਨਾਲ ਡੈਮੇਜ ਹੁੰਦਾ ਵਾ। ਇਹਦੇ ਨਾਲ ਡਾਕਟਰ ਕਹਿੰਦਾ ਆਪਾਂ ਨੂੰ ਕਾਫੀ ਟਾਈਪ ਦੇ ਬਲੇਡ ਵਰਤਣੇ ਚਾਹੀਦੇ ਆ ਤਾਂ ਕਿ ਆਪਾਂ ਇਹ ਚੀਜ਼ ਦਾ ਪਤਾ ਲੱਗ ਜੇ ਆਪਾਂ ਨੂੰ, ਬਟ ਮੇਕ ਸ਼ੋਰ ਕਹਿੰਦੇ ਕਿ ਜੀ ਪਰਫਾਰਮੈਂਸ ਨਹੀਂ ਘਟਣੀ ਚਾਹੀਦੀ, ਨਾ ਹੀ ਡੈਮੇਜ ਹੋਣਾ ਚਾਹੀਦਾ। ਇੱਕ ਹੋਰ ਚਿੰਤਾ ਕਹਿੰਦੇ ਜੀ, ਹੁਣ ਤੱਕ ਆਪਾਂ ਨੂੰ ਪਤਾ ਨਹੀਂ ਵੀ ਇਹ ਚਿੰਤਾ ਕਿੱਡੀ ਕੁ ਵੱਡੀ ਆ, ਬਟ ਕਹਿੰਦੇ ਆਪਾਂ ਨੂੰ ਟਰਬਾਈਨਸ ਨੂੰ ਰੋਬਸਟ ਬਣਾਉਣਾ ਪੈਣਾ, ਸਟਰੋਂਗ ਬਣਾਉਣਾ ਪੈਣਾ, ਕਿਉਂਕਿ ਸਮੁੰਦਰ ਇੱਕ ਬਹੁਤ ਹੀ ਭਿਆਨਕ ਤਰ੍ਹਾਂ ਦਾ এনवायरमेंट ਹੈ ਜੀ। ਬਟ ਚਲੋ ਕੋਈ ਨਾ, ਸਾਰੇ ਸਾਇੰਸ ਕਹਿੰਦੇ ਆਪਾਂ ਕਰ ਸਕਦੇ ਹਾਂ। ਚਲੋ ਜੀ ਮੈਨੂੰ ਮਿੰਟੋ ਮਿੰਟ ਹੀ ਦੱਸੋ ਕਿ ਲਾਵਾਂ ਕਿ ਕ੍ਰੋਸ ਕਰਾਂ? ਕਹਿੰਦੇ ਜੀ ਪਹਿਲੀ ਜਗ੍ਹਾ ਜਿੱਥੇ ਉਹ ਟੈਸਟ ਕੀਤਾ ਗਿਆ ਸੀਗਾ ਜੀ, ਉਸਦੇ ਵਿੱਚ ਲਿਖਿਆ ਹੋਇਆ, ਜਾਣੀ ਕਿ ਮੈਂਸ਼ਨ ਕੀਤੀ ਹੋਈ ਆ ਕਿ ਕਹਿੰਦੇ ਟੈਕਨੋਲੋਜੀ ਦਾ ਯੂਜ਼ ਕਰਾਂਗੇ ਜੀ, ਕਹਿੰਦੇ ਹੋਰ ਇੰਡਸਟਰੀ ਦੇ ਵਿੱਚ, ਲਾਵਾਂ ਜਾਂ ਕ੍ਰੋਸ ਕਰਾਂ ਜੀ? ਹਾਂਜੀ Sir, cross. Cross. ਬਿਲਕੁਲ ਜੀ। ਤੇ ਮੈਨੂੰ ਹੁਣ ਧਿਆਨ ਨਾਲ ਦੱਸਿਓ ਜੀ, ਜਦੋਂ ਮੈਂ ਇਹਨੂੰ ਕਰਤਾ ਕ੍ਰੋਸ, ਬਚਿਆ ਇੱਕ ਸਿੰਗਲ, ਉੱਪਰ ਲਿਖਿਆ ਪਿਆ ਯੂ ਕੈਨ ਯੂਜ਼ ਐਨੀ ਲੈਟਰ ਮੋਰ ਦੈਨ ਵਨਸ, ਤਾਂ ਆ ਕਹਿਣਾ ਸਹੀ ਰਹੂਗਾ ਕਿ ਗਲਤ ਰਹੂਗਾ ਜੀ, ਜੋ ਮੈਂ ਹੁਣੀ ਕੀਤੀ ਹੈ ਚੀਜ਼? ਹਾਂਜੀ Sir, सही है ठीक. सर, सही है। ਲੱਗ ਗਿਆ ਪਤਾ ਜੀ? ਹੁਣ ਇਹ ਤਾਂ ਸਮਾਰਟ ਵਰਕ ਕਰੋਗੇ ਨਾ, ਕਿਉਂਕਿ ਹਾਰਡ ਵਰਕ ਨਾਲ ਹੀ ਤਾਂ ਨਹੀਂ ਨਾ ਸਾਰਾ ਕੁਝ ਮਿਲਦਾ, ਸਮਝਦੇ ਹੋ ਨਾ ਮੇਰੀ ਗੱਲ? ਹੁਣ ਜੇ ਹਾਂਜੀ sir। ਤੁਸੀਂ ਬਾਈ ਚਾਂਸ ਵੈਰੀਫਾਈ ਕਰਨਾ ਵੀ ਹੋਵੇ, ਲੱਭਣਾ ਵੀ ਹੋਵੇ, ਤਾਂ ਤੁਸੀਂ ਲੱਭ ਸਕਦੇ ਹੋ ਜੀ, ਉਹ ਤੁਹਾਡੀ ਮਰਜ਼ੀ ਹੈ। ਬਟ ਫਾਈਨਲ ਦੇ ਵਿੱਚ ਜਦੋਂ ਤੁਹਾਨੂੰ ਉਹਨਾਂ ਨੇ ਸਾਫ਼-ਸਾਫ਼ ਲਿਖਿਆ ਪਿਆ, ਧਿਆਨ ਨਾਲ ਦੇਖਿਓ ਜੀ, ਫਸਟ ਸਟੇਸ਼ਨ ਕੀ ਮਤਲਬ ਹੈ ਇਹਦਾ? ਮੈਂ ਉਹ ਲਾਤੇ, ਪਰ ਹੁਣ ਮੈਂ ਤੁਹਾਨੂੰ ਜਾਨੀ ਕਿ ਪ੍ਰੂਵ ਕਰ ਰਿਹਾ ਵਾਂ, ਤੁਸੀਂ ਬਾਅਦ ਚੋਂ ਕਹੋ ਕਿ ਜਾਨੀ ਕਿ ਵੈਸੇ ਆਪਾਂ ਹੀ ਲਾਤੇ, ਬਟ ਹਾਲੇ ਤੱਕ ਆਪਾਂ ਨੂੰ ਪੱਕਾ ਨਹੀਂ ਪਤਾ। ਫਸਟ ਸਟੇਸ਼ਨ ਮੀਨਸ ਫਸਟ ਲੋਕੇਸ਼ਨ, ਯੈਸ ਔਰ ਨੋ? Yes. Yes sir। ਉਹ ਆਪਣਾ ਹੋ ਗਿਆ। ਹੁਣ ਤੁਸੀਂ ਕਿਤੇ ਨਾ ਕਿਤੇ ਪੜ੍ਹ ਕੇ ਦੇਖੋਗੇ ਤਾਂ ਤੁਹਾਨੂੰ ਇਹਦੇ ਵਿੱਚ ਟੈਕਨੋਲੋਜੀ ਵੀ ਦਿਖੂਗੀ ਜੀ, ਕਿਤੇ ਨਾ ਕਿਤੇ ਤੁਸੀਂ ਜਦੋਂ ਇਹਨੂੰ ਪੜ੍ਹ ਕੇ ਦੇਖੋਗੇ ਜੀ, ਕਿਤੇ ਨਾ ਕਿਤੇ ਇੱਥੇ ਗੱਲਾਂ ਕੀਤੀਆਂ ਹੋਣਗੀਆਂ ਜੀ ਕਿ ਇੱਕ
ਕਿ ਕੋਈ ਹੋਰ ਇੰਡਸਟਰੀ ਆ, ਧਿਆਨ ਨਾਲ ਦੇਖਿਓ ਜੀ। ਟੈਕਨੀਕਲ ਡਿਫੀਕਲਟੀਜ਼ ਆ ਕਹਿੰਦੇ, ਤੇ ਮੈਂ ਮੰਨਦਾ ਵਾਂ ਕਿ ਨੈਕਸਟ 5 ਸਾਲਾਂ ਦੇ ਵਿੱਚ ਆਪਾਂ ਨੂੰ ਲੈ ਆਵਾਂਗੇ। ਯੈਸ ਔਰ ਨੋ ਦੱਸੋ ਕਿ ਕੀ ਟੈਕਨੋਲੋਜੀ ਲੈ ਕੇ ਆਉਣਗੇ ਜੀ, ਅਪਲਾਈ ਹੋਊਗੀ ਕਿ ਨਹੀਂ? ਯੈਸ ਔਰ ਨੋ? Yes. ਇਹ ਤੁੱਕਾ ਨਹੀਂ ਹੁੰਦਾ, ਇਹ ਸਮਾਰਟ ਵਰਕ ਹੁੰਦਾ ਜੀ। ਸਮਾਰਟ ਵਰਕ ਹਾਰਡ ਵਰਕ ਤੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰਦਾ ਹੁਣ ਦੇ ਸਮੇਂ 'ਚ। ਹੁਣ ਬੱਚੇ ਨੂੰ ਉੱਥੇ ਫਾਈਨਲ 'ਚ ਪਤਾ ਨਹੀਂ ਲੱਗਦਾ, ਉਹ ਸੀ ਵੀ ਪੜ੍ਹਨ ਲੱਗ ਜਾਂਦਾ, ਹਾਲਾਂਕਿ ਉਹਨੂੰ ਪਤਾ ਕਿ ਪੈਰਾਗ੍ਰਾਫ ਬਚਿਆ ਤਾਂ ਕੋਈ ਨਹੀਂ ਗਾ ਜੀ, ਪੈਰਾਗ੍ਰਾਫ ਇੱਕ ਸਿੰਗਲ ਬਚਿਆ, ਤੇ ਉਹ ਬੱਚੇ ਨੂੰ ਇਦਾਂ ਲੱਗੀ ਜਾਂਦਾ ਵਾ ਕਿ ਹਾਲੇ ਕੁਐਸਚਨ 2 ਪਏ ਆ, ਸੀ ਤਾਂ ਜਾਨੀ ਕਿ ਇੱਕ ਸਿੰਗਲ ਦਾ ਹੋਊਗਾ। ਉਹਨਾਂ ਨਾਲ ਲਾਈਨ ਵੀ ਲਿਖੀ ਪਈ ਸੀ ਵੀ ਤੁਸੀਂ ਇੱਕ ਨੂੰ ਤੁਸੀਂ 2 ਲਈ ਯੂਜ਼ ਕਰ ਸਕਦੇ ਹੋ, ਤੇ ਫਿਰ ਤਾਂ ਆਪਾਂ ਨੂੰ 2 ਲਈ ਲਾ ਸਕਦੇ ਹਾਂ ਜੀ। ਇਹਦਾ ਮਤਲਬ ਇਹ ਸਹੀ ਹੈ। ਹੈਡਿੰਗ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਪੈਰਾ ਹੁੰਦਾ, ਮੈਂ ਉਹਨੂੰ ਕਦੇ ਨਹੀਂ ਪੜ੍ਹਦਾ ਹੁੰਦਾ, ਕਿਉਂਕਿ ਉਹ ਪੁੱਟਾਂ ਨੇ ਖੁਦ ਦੇ ਜਾਣੀ ਤਾਂ ਸਭ ਤੋਂ ਡਿਫੀਕਲਟ ਬਣਾ ਕੇ ਪਾਇਆ ਹੁੰਦਾ ਵਾ। ਮੈਂ ਉਹਨੂੰ ਸਭ ਤੋਂ ਜ਼ਿਆਦਾ ਸੌਖਾ ਬਣਾ ਲੈਣਾ। ਕਿਵੇਂ? ਜਿਨ੍ਹਾਂ ਦੇ ਬਾਰੇ ਜਾਣਕਾਰੀ ਹੈਗੀ ਆ, ਜਾਣੀ ਕਿ ਪਹਿਲਾਂ ਪੜ੍ਹੀਦੇ ਆ, ਹਾਂਜੀ ਉਹ ਜਿਹੜੇ ਬਾਅਦ ਚੋਂ ਸਮੌਲ ਆ ਬਾਅਦ ਚੋਂ ਪੜ੍ਹੀਦੇ ਆ ਜੀ ਉਹ, ਤੇ ਸਾਰੇ ਕੱਟ ਕਟਾ ਕੇ ਪਿੱਛੇ ਗਿਣਤੀ ਦੇ 2 ਕੁਐਸਚਨ ਰਹਿ ਜਾਂਦੇ ਆ ਜੀ, ਬਾਅਦ ਚੋਂ ਪੜ੍ਹੀਦਾ ਜਿਹਨੂੰ ਉਹ ਡਿਫੀਕਲਟ ਕਹਿ ਰਹੇ ਆ, ਉਹ ਡਿਫੀਕਲਟ ਰਹਿੰਦਾ ਹੀ ਨਹੀਂ ਬਾਅਦ ਚੋਂ। ਹੁਣ ਉਹਨਾਂ ਨੇ ਸੋਚਿਆ ਹੋਣਾ ਕਿ ਬੱਚਾ ਤੇ ਟਾਈਮ ਬਹੁਤ ਲਾਊਗਾ ਪੜ੍ਹਨ ਤੇ, ਉਹਨਾਂ ਨੂੰ ਇਦਾਂ ਨਹੀਂ ਨਾ ਪਤਾ ਵੀ ਬੱਚੇ ਤਾਂ ਇਹਨੂੰ ਸਗੋਂ ਪੜ੍ਹਨਾ ਹੀ ਨਹੀਂਗਾ, ਬਿਨਾਂ ਪੜ੍ਹੀ ਲਾ ਜਾਣਾ, ਨਾਲੇ ਹੋਊਗਾ ਵੀ ਠੀਕ। ਤਾਂ ਇਹ ਸਮਾਰਟ ਵਰਕ ਨਾਲ ਕਰਨਾ। ਸਮਾਰਟ ਵਰਕ ਉਹ ਨਹੀਂ ਹੁੰਦਾ ਕਿ ਜੀ 3rd ਨੰਬਰ ਵਾਲਾ ਨੋਟ ਗਿਵਨ ਹੀ ਹੁੰਦਾ ਜੀ, ਕਿ ਜਿਹਦੇ ਵਿੱਚ ਦੇਣ ਲੱਗਾ ਪਿਆ ਵੀ ਉਹ ਨੋਟ ਗਿਵਨ। ਸਮਾਰਟ ਵਰਕ, ਜਿਹੜਾ ਸਮਾਰਟ ਵਰਕ ਹੁੰਦਾ ਸਟਿਲ ਉਹ ਵਰਕ ਜ਼ਰੂਰ ਹੁੰਦਾ ਵਾ। ਸਮਾਰਟ ਵਰਕ ਦੇ ਵਿੱਚ ਵੀ ਵਰਕ ਵਰਡ ਜ਼ਰੂਰ ਲਾਇਆ ਪਿਆ ਉਹਨਾਂ ਦਾ ਜੀ। ਜਿਵੇਂ ਤੁਸੀਂ ਕਈ ਬੱਚੇ ਕਹਿੰਦੇ ਆ ਜੀ ਸਮਾਰਟ ਵਰਕ ਮੀਨਸ ਕਿ ਜਿਵੇਂ ਤੀਸਰਾ ਨੋਟ ਗਿਵਨ ਲਾ ਦਿਓ ਜੀ, ਦੇਣ, ਯਾਨੀ ਕਿ ਇਹ ਤੁੱਕਾ ਵਾ ਜੀ, ਇਹ ਸਮਾਰਟ ਵਰਕ ਨਹੀਂ ਗਾ। ਇਹ ਸਮਾਰਟ ਵਰਕ ਨਹੀਂ ਇਹਨੂੰ ਜਾਨੀ ਕਿ ਕਹਿ ਜਾਂਦਾ, ਕਿਉਂਕਿ ਇਹ ਤੁੱਕਾ ਵਾ ਜਸਟ। ਸਮਾਰਟ ਵਰਕ ਦਾ ਮਤਲਬ ਹੁੰਦਾ ਕਿ ਸਹੀ ਹਲੇ ਵੀ ਜਾਣਾ ਚਾਹੀਦਾ ਵਾ, ਤੇ ਤੁੱਕੇ ਦੀ ਤਾਂ ਕੋਈ ਗਰੰਟੀ ਨਹੀਂ ਗੀ ਜੀ, ਤਾਂ ਕਰਕੇ ਤੁੱਕਾ ਨਾ ਲਾਓ, ਸਮਾਰਟ ਵਰਕ ਕਰੋ। ਸਮਾਰਟ ਵਰਕ ਮੀਨਸ ਸੀ ਸਭ ਤੋਂ ਲੈਂਥੀ ਸੀਗਾ, ਬਿਨਾਂ ਪੜ੍ਹੇ ਲਾਤਾ, ਹੋਇਆ ਵੀ ਸਹੀ ਸਭ ਤੋਂ ਜੀ, ਬਿਕੋਜ਼ ਆਫ ਸਟ੍ਰੈਟਜੀਸ ਬਸ। ਤਾਂ ਹੁਣ ਤੁਹਾਡਾ ਆ ਰਹਿ ਗਿਆ ਜੀ, ਧਿਆਨ ਨਾਲ ਦੇਖਿਓ। ਤੁਸੀਂ ਜੇ ਹੁਣ ਦੇਖੋ ਤਾਂ ਤੁਹਾਡੇ 13 ਦੇ ਵਿੱਚੋਂ 12 ਕੁਐਸਚਨ ਸੌਰਟ ਆਊਟ ਹੋ ਗਏ, ਤੁਹਾਡਾ ਇੱਕ ਸਿੰਗਲ ਕੁਐਸਚਨ ਰਹਿ ਗਿਆ। ਜੇ ਤਾਂ ਤੁਸੀਂ ਫਾਈਨਲ ਦੇ ਵਿੱਚੋਂ ਤਾਂ ਇਹ ਹੁਣ ਇਹ ਜਿੰਨਵਾਂ ਵੀ ਪੈਰਾ ਹੋਇਆ, ਪਹਿਲਾ ਹੋਇਆ ਜਾਂ ਦੂਜਾ ਹੋਇਆ ਜਾਂ ਤੀਜਾ ਹੋਇਆ, ਜਿੰਨਵਾਂ ਵੀ ਇਹ ਹੋਇਆ ਤਾਂ ਨੈਚੁਰਲ ਜੀ ਗੱਲ ਆ, ਤੁਸੀਂ ਹੁਣ ਗਾਂ ਵਾਲੇ ਪੈਰਾਗ੍ਰਾਫ ਤੇ ਜੰਪ ਹੋ ਜਾਓਗੇ ਜੀ, ਗਾਂ ਵਾਲੇ ਪੈਰੇ, ਕਿਉਂਕਿ ਤੁਸੀਂ ਟਾਈਮ ਨਹੀਂ ਵੇਸਟ ਕਰੋਗੇ। ਤੇ ਜੇ ਤੁਸੀਂ ਮੰਨੇ ਕਿ ਚਲੋ ਹੁਣ ਦੇਖੋ, ਪਹਿਲੀ ਗੱਲ ਤਾਂ ਜਦ ਤੁਸੀਂ ਇਹ ਪੈਰਾ ਕਰੀ ਜਾਂਦੇ ਹੋਵੋਗੇ ਜੀ, ਤੁਹਾਨੂੰ ਆਰਾਮ ਨਾਲ ਇਹਦੇ ਉੱਪਰ 20 ਮਿੰਟ ਤਾਂ ਹੁਣ ਤੱਕ ਹੋ ਗਏ ਹੋਣੇ, 20 21 ਜਾਂ 22 ਮਿੰਟ ਤਾਂ ਨੈਚੁਰਲ ਜੀ ਗੱਲ ਆ ਆਰਾਮ ਨਾਲ ਹੋ ਗਏ ਹੋਣੇ ਆ ਤੁਹਾਨੂੰ, ਤੁਸੀਂ 20 ਵੀ ਮੰਨ ਕੇ ਚੱਲੋ। ਤੇ ਤੁਹਾਡੇ ਕੋਲੇ ਜਾਂ ਜੇ ਹਜੇ ਜੇ ਦੂਸਰਾ ਪੈਸੇਜ ਹੋਇਆ ਤਾਂ ਹਾਲੇ ਤੱਕ ਟੋਟਲ ਘੱਟੋ ਘੱਟ 44 ਤੋਂ 45 ਮਿੰਟ ਹੋ ਚੁੱਕੇ ਹੋਣੇ ਆ, ਜੇ ਇਹ ਦੂਜਾ ਪੈਸੇਜ ਹੋਇਆ, ਕਿਉਂਕਿ ਤੁਸੀਂ ਪਹਿਲੇ ਤੇ ਵੀ ਟਾਈਮ ਲਾਇਆ, ਦੂਜਾ ਹੁਣ ਕਰੀ ਜਾਂਦੇ ਹੋ, ਦੂਜੇ ਤੁਸੀਂ 12 ਕਰ ਲਏ। ਹੁਣ ਤੁਹਾਡੇ ਕੋਲੇ ਟਾਈਮ ਬਚਿਆ ਪਿੱਛੇ 15 ਤੋਂ 16 ਮਿੰਟ। ਹੁਣ ਉਹਨਾਂ 15 ਤੋਂ 16 ਮਿੰਟ ਦੇ ਵਿੱਚ ਜਾ ਕੇ 3rd ਪੈਰੇ ਦੇ ਵਿੱਚੋਂ ਬਲੈਂਕਸ ਕਰ ਲਓ ਜੀ। ਹੋ ਸਕਦਾ ਉਹਦੇ ਵਿੱਚ ਸੀਕੁਐਂਸ ਮਿੰਟੋ ਮਿੰਟ ਹੀ ਲੱਭ ਜੇ, ਲੋਕੇਸ਼ਨ ਮਿੰਟੋ ਮਿੰਟ ਹੀ ਟਰੈਕ ਹੋ ਜੇ ਜੀ। ਤੇ ਕਿੱਥੇ ਤੁਸੀਂ ਉਹਨੇ ਸਿੰਗਲ ਕੁਐਸਚਨ ਦੇ ਪਿੱਛੇ ਹੋਰ 3 ਮਿੰਟ ਸਟੇ ਹੋ ਗਏ ਉਹ ਪੈਰੇ ਦੇ ਉੱਪਰ। ਤਾਂ ਕਰਕੇ ਫਾਈਨਲ ਦੇ ਵਿੱਚ ਲਾਲਚ ਨਹੀਂ ਕਰਨਾ, ਜਿੱਥੋਂ ਟਾਈਮ ਬਚਦਾ ਵਾ ਉੱਥੋਂ ਟਾਈਮ ਬਚਣਾ ਚਾਹੀਦਾ ਵਾ ਜੀ। ਤਾਂ ਆਪਾਂ ਹੁਣ ਜਿਹੜਾ ਫੀਚਰ ਹੈਗਾ ਵਾ ਜੀ, ਆਪਾਂ ਡੀ ਪੈਰਾ ਵੀ ਪੜ੍ਹ ਲਿਆ ਜੀ ਇੱਥੋਂ ਤੱਕ। ਜੇ ਆਪਾਂ ਇਹਦੇ ਵਿੱਚੋਂ ਫੀਚਰ ਲੱਭ ਕੇ ਦੇਖੀਏ ਜੀ, ਬੀ ਵੀ ਪੜ੍ਹ ਲਿਆ ਆਪਾਂ ਜੀ, ਧਿਆਨ ਨਾਲ ਦੇਖਿਓ, ਪਹਿਲੇ ਵਿੱਚ ਤਾਂ ਹੈ ਹੀ ਨਹੀਂਗਾ, ਬੀ ਪੜ੍ਹ ਲਿਆ, ਸੀ ਤਾਂ ਆਪਾਂ ਜੇ ਸਾਰਾ ਪੜ੍ਹਿਆ ਹੀ ਨਹੀਂਗਾ ਜੀ। ਡੀ ਦੇ ਵਿੱਚ ਤਾਂ ਮੈਨੂੰ ਪਤਾ ਕਿ ਇਹਦੇ ਵਿੱਚ ਤਾਂ ਗੱਲ ਹੀ ਇਹਦੀ ਕੀਤੀ ਪਈ ਆ ਵੀ ਉਹ ਕੰਮ ਕਿਵੇਂ ਕਰਦੀ ਹੈ ਜੀ, ਇਹ ਕੰਮ ਕਿਵੇਂ ਕਰਦੀ ਹੈ ਜੀ, ਉਹਦੇ ਵਿੱਚ ਲਿਖਿਆ ਪਿਆ ਜੀ। ਗਾਂ ਜਾ ਕੇ ਦੇਖੀਏ ਤਾਂ ਜੀ ਕੀ ਲਿਖਿਆ ਪਿਆ ਵਾ, ਅੱਗੇ ਜਾ ਕੇ ਲਿਖਿਆ ਪਿਆ ਆਪਣੇ ਕੋਲੇ ਕਿ ਡਾਕਟਰ ਨੇ ਕਿਹਾ ਸੀ ਬਈ ਜੀ ਇਹ ਵਰਕ ਕਰਦੀ ਹੈ ਜੀ, ਕਹਿੰਦੇ ਮੋਸਟ ਮਤਲਬ ਬੈਸਟ ਵਰਕ ਕਰਦੀ ਹੈ ਕਿਹੜੀ ਜਗ੍ਹਾ ਤੇ, ਜਿਹੜੀ ਆ ਸਾਈਟ ਲਿਖੀ ਹੋਈ ਹੈ ਜੀ, ਜਿੱਥੇ ਕਹਿੰਦੇ ਜੀ ਪਾਵਰਫੁਲ ਕਰੰਟਸ ਹੈਗਾ ਵਾ ਜੀ, ਜਿੱਥੇ ਪਾਵਰਫੁਲ ਕਰੰਟਸ ਹੈਗਾ ਵਾ। ਤੇ ਜੇ ਤੁਸੀਂ ਪਿੱਛੇ ਜਾ ਕੇ ਦੇਖੋ, ਜਿੱਥੇ ਇੱਕ ਬੱਚੇ ਨੇ ਇੱਕ ਵਾਰੀ ਕਿਹਾ ਸੀਗਾ, ਇੱਥੋਂ ਜੀ ਧਿਆਨ ਨਾਲ ਦੇਖਿਓ,
ਧਿਆਨ ਨਾਲ ਦੇਖਿਓ ਜੀ। ਉਹ ਵਾਲੀ ਜਿਹੜੀ ਜਗ੍ਹਾ ਆਪਾਂ ਨੂੰ ਇੱਥੇ ਦਿੱਤੀ ਹੋਈ ਹੈ, ਧਿਆਨ ਨਾਲ ਜਾ ਕੇ ਦੇਖਿਓ ਜੀ। ਦੂਸਰੇ ਪੈਰੇ ਵਿੱਚ ਲਿਖਿਆ ਪਿਆ ਸਭ ਤੋਂ ਵਧੀਆ ਕਿਹੜੀ ਜਗ੍ਹਾ ਤੇ ਕੰਮ ਕਰਦੀ, ਉਹ ਜਗ੍ਹਾ ਦਾ ਨਾਮ ਆ, ਤੇ ਉਹ ਜਗ੍ਹਾ ਲਿਖੀ ਪਈ ਹੈ ਜੀ ਆ। ਤੇ ਇਹ ਜਗ੍ਹਾ ਹੈ ਕਿੱਥੇ ਜੀ? ਇਹ ਜਗ੍ਹਾ ਹੈ ਕਿੱਥੇ ਹੈ ਜੀ? ਇਹ ਹੈਗੀ ਹੈ ਇੰਦੇ ਤੇ ਸਮੁੰਦਰ ਦੇ ਨੀਚੇ ਹੈ ਜੀ। ਇਹ ਕਹਿੰਦੇ ਜਗ੍ਹਾ ਇਹ ਹੈ ਕੈਨਲ ਦੇ ਵਿੱਚ ਆਏ। ਕੈਨਲ ਦਾ ਮਤਲਬ ਜਿੱਥੇ ਪਾਣੀ ਵਗਦਾ ਹੁੰਦਾ ਜੀ। ਤਾਂ ਇਹਦਾ ਮਤਲਬ ਟਾਈਡਲ ਦੀ ਇੱਕ ਹੋਰ ਫੀਚਰ ਆ ਕਿ ਟਾਈਡਲ ਬੈਸਟ ਵਰਕ ਕਿੱਥੇ ਕਰਦਾ ਵਾ, ਕਿੱਥੇ ਕਰਦਾ ਜੀ? ਜਿੱਥੇ ਕੋਈ ਵਾਟਰ ਬੋਡੀ ਹੋਵੇ, ਜਿੱਥੇ ਕੈਨਲਸ ਹੋਣ। ਤਾਂ ਕਰਕੇ ਹੀ ਹਰ ਇੱਕ ਜਗ੍ਹਾ ਦੇ ਨਾਲ ਕੈਨਲ ਲਿਖਿਆ ਹੋਇਆ ਸੀਗਾ, ਕੈਨਲ। ਇੱਥੇ ਵੀ ਕੈਨਲ ਲਿਖਿਆ ਹੋਇਆ ਸੀਗਾ ਜੀ। ਫਿਰ ਆਹ ਦੇਖੋ ਪਾਰਟਿਕੂਲਰਲੀ ਦਾ ਕੈਨਲ ਬਿਟਵੀਨ, ਆ ਸਾਰੀਆਂ ਜਿੱਥੇ ਲਿਖੀਆਂ ਹੋਈਆਂ ਤਾਂ ਧਿਆਨ ਨਾਲ ਦੱਸੋ ਜੀ ਕੈਨਲਸ। ਤੇ ਜੇ ਤੁਸੀਂ ਆ ਧਿਆਨ ਨਾਲ ਜਾ ਕੇ ਦੇਖੋ ਜੀ, ਇੱਥੇ ਜੇ ਤੁਸੀਂ ਉਹ ਫੀਚਰ ਧਿਆਨ ਨਾਲ ਦੇਖੋ ਤੇ ਇਹ ਤਾਂ ਲਿਖਿਆ ਪਿਆ ਸੀਗਾ ਬੈਸਟ ਪ੍ਰੋਡਿਊਸ। ਤੇ ਬੈਸਟ ਪ੍ਰੋਡਿਊਸ ਹੁੰਦੀ ਆ ਵਿਸਿਨਿਟੀ, ਕੋਸਟਲਾਈਨ, ਕੋਸਟਲਾਈਨ ਦੀ ਵਿਸਿਨਿਟੀ ਤੇ ਜੀ ਵਿਦ ਪਾਰਟਿਕੂਲਰ ਫੀਚਰਸ। ਤਾਂ ਇਹਦਾ ਆ ਲਾਸਟ ਵਾਲਾ ਮੈਚ ਹੋਇਆ, ਬਟ ਇਹ ਡਿਫੀਕਲਟ ਡਿਜ਼ਾਈਨ ਕੀਤਾ ਗਿਆ ਸੀਗਾ। ਵੈਸੇ ਤੁਹਾਨੂੰ ਬਾਕੀਆਂ ਦੇ ਵਾਂਗੂ ਨਹੀਂ ਲੱਭਣਾ ਸੀਗਾ। ਤੇ 13 ਦੇ ਵਿੱਚੋਂ 1 ਜਾਂ 2 ਤਾਂ ਇਦਾਂ ਦੇ ਹੁੰਦੇ ਆ ਜੀ ਜੋ ਤੁਹਾਡਾ ਟਾਈਮ ਜ਼ਿਆਦਾ ਵੇਸਟ ਕਰਾਉਣਗੇ। ਤਾਂ ਬੈਟਰ ਜੇ ਤੁਸੀਂ 13 ਦੇ ਵਿੱਚੋਂ 12 ਕਰ ਲਏ ਸੀਗੇ ਤਾਂ ਤੁਹਾਡਾ ਪੈਸੇ ਸਹੀ ਸੀਗਾ, ਬਹੁਤ ਸੀਗਾ।